ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਹੈ। ਇੱਕ ਵਾਰ ਫਿਰ ਹਾਜ਼ਰ ਹਾਂ ਜੀ ਲੈ ਕੇ ਪ੍ਰੋਗਰਾਮ ਵਿਚਾਰ ਚਰਚਾ ਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਸ਼ਾਮਲ ਨੇ ਸਰਦਾਰ ਕੁਲਦੀਪ ਸਿੰਘ ਜੀ ਹੀਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਜੀ? ਬਿਲਕੁਲ ਠੀਕ ਹੈ ਜੀ। ਬੜੇ ਦਿਨਾਂ ਬਾਅਦ ਦਰਸ਼ਨ ਹੋਏ ਤੁਹਾਡੇ। ਬਿਲਕੁਲ ਜੀ। ਤੇ ਦਰਸ਼ਨ ਸਾਡੇ ਬੇਸ਼ੱਕ ਬਹੁਤ ਕੁਝ ਦਿਨਾਂ ਬਾਅਦ ਹੋਏ ਆ, ਪਰ ਮੁੱਦੇ ਹਾਲੇ ਵੀ ਉਹੀ ਨੇ। ਬਿਲਕੁਲ ਜੀ। ਤੇ ਅਸੀਂ ਗੱਲ ਕਰੀਏ ਕਿਸਾਨੀ ਸੰਘਰਸ਼ ਦੀ ਜਾਂ ਕਰੀਏ ਸੈਂਟਰ ਸਰਕਾਰ ਵੱਲੋਂ ਪਾਸ ਕੀਤੇ ਗਏ ਕੁਝ ਕਾਨੂੰਨ ਜਿਹੜੇ ਪੰਜਾਬ ਨਾਲ ਹਿੱਤਾਂ ਦਾ ਟਕਰਾਵ ਕਰਦੇ ਨੇ। ਤੇ ਉਸ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਅੱਜ ਜਿਹੜਾ ਇੱਕ ਨਵਾਂ ਇਹਨਾਂ ਨੇ ਕੰਮ ਕੀਤਾ। ਸੁਪਰੀਮ ਕੋਰਟ ਕੁਝ ਦਿਨਾਂ ਤੋਂ ਕਹਿ ਰਹੀ ਸੀ ਕਿ ਪ੍ਰਦੂਸ਼ਣ ਜਿਹੜਾ ਆ ਉਹਨੂੰ ਕੰਟਰੋਲ ਕਰਨ ਲਈ ਕੀਤਾ ਜਾਵੇ ਕੁਝ, ਤੇ ਉਹਨਾਂ ਨੇ ਸ਼ਾਇਦ ਇੱਕ ਸਾਬਕਾ ਜੱਜ ਦੀ ਡਿਊਟੀ ਵੀ ਲਾਈ ਸੀ, ਪਰ ਉਸ ਤੋਂ ਪਹਿਲਾਂ ਸਰਕਾਰ ਨੇ ਆਪਣਾ ਇੱਕ ਕੁਝ ਟਾਈਮ ਦਿੱਤਾ ਸੀ ਸੁਪਰੀਮ ਕੋਰਟ ਨੇ ਸਰਕਾਰ ਨੂੰ ਕਿ ਤੁਸੀਂ ਉਹਦੇ ਲਈ ਆਪਣਾ ਜਿਹੜਾ ਹਲਫਨਾਮਾ ਦਾਇਰ ਕਰੋ ਕਿ ਤੁਸੀਂ ਕੀ ਕਰ ਰਹੇ ਆ। 4 ਦਿਨ ਦਾ ਸਮਾਂ ਮੰਗਿਆ ਸੀ ਸੁਪਰੀਮ ਕੋਰਟ ਤੋਂ, ਤੇ 4 ਦਿਨਾਂ ਦੇ ਵਿੱਚ ਇਹਨਾਂ ਨੇ ਇੱਕ ਨਵਾਂ ਕਾਨੂੰਨ ਬਣਾ ਕੇ ਪੇਸ਼ ਕਰ ਦਿੱਤਾ। ਆਰਡੀਨੈਂਸ ਸੀਗਾ ਤੇ ਰਾਸ਼ਟਰਪਤੀ ਸਾਹਿਬ ਨੇ ਉਹਨੂੰ ਮਨਜ਼ੂਰੀ ਦੇ ਦਿੱਤੀ ਜੀ। ਕੀ ਆ ਜੀ ਇਹ ਕਾਨੂੰਨ? ਤੇ ਇਸ ਕਾਨੂੰਨ ਦੇ ਤਹਿਤ ਅਮਰਤ ਜੀ ਇਹ 5 ਸਾਲ ਦੀ ਕੈਦ ਤੇ 1 ਕਰੋੜ ਤੱਕ ਦਾ ਜੁਰਮਾਨਾ ਪ੍ਰਦੂਸ਼ਣ ਫੈਲਾਉਣ ਵਾਲਿਆਂ ਤੇ ਲਾਇਆ ਜਾ ਸਕੇਗਾ। ਜੁਰਮਾਨਾ ਤੇ ਕੈਦ ਵੀ ਹੋਵੇਗੀ। ਅੱਛਾ ਜੀ। ਇਹ ਬਹੁਤ ਵੱਡੀ ਰਕਮ ਹੈ ਜੀ। ਹੁਣ ਜ਼ਿਆਦਾ ਕਰਕੇ ਆਮ ਤੌਰ ਤੇ ਜੋ ਦੱਸਿਆ ਗਿਆ ਹੈ, ਇਸ ਆਰਡੀਨੈਂਸ ਨੂੰ ਪਾਸ ਕਰਕੇ ਸੰਵਿਧਾਨ ਦੇ ਵਿੱਚ ਜੋੜ ਦਿੱਤਾ ਗਿਆ, ਕਾਨੂੰਨ ਬਣਾ ਦਿੱਤਾ ਗਿਆ। ਰਾਸ਼ਟਰਪਤੀ ਦੀ ਮਨਜ਼ੂਰੀ ਮਿਲ ਚੁੱਕੀ ਹੈ ਜੀ। ਉਸੇ ਦਿਨ ਹੀ ਉਹਨਾਂ ਨੇ ਸਾਈਨ ਕਰ ਦਿੱਤੇ ਨੇ, ਪਰ ਸੁਪਰੀਮ ਕੋਰਟ ਨੇ ਅਜੇ ਕੁਝ ਹੋਰ ਸਮਾਂ ਮੰਗਿਆ ਜੀ। ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਅਗਲੀ ਟਿੱਪਣੀ ਕੁਝ ਦਿਨ ਠਹਿਰ ਕੇ ਕਰਾਂਗੇ ਤਾਂ ਕਿ ਇਸ ਨੂੰ ਦੇਖ ਲਈਏ ਕਿ ਇਸ ਵਿੱਚ ਹੈ ਕੀ ਹੈ। ਬਿਲਕੁਲ। ਹੁਣ ਇਸ ਦਾ ਮਤਲਬ ਇਹ ਹੈ ਕਿ ਬਹੁਤੇ ਲੋਕਾਂ ਨੇ ਵੇਖਿਆ ਨਹੀਂ ਤੇ ਵੇਖਣਾ ਵੀ ਕਹਿਣਾ ਸੰਸਦ ਦੇ ਵਿੱਚ, ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ ਵਿਰੋਧੀ ਧਿਰ ਜਾਂ ਉਹਨਾਂ ਲੋਕਾਂ ਦੀ ਗਿਣਤੀ ਬਹੁਤ ਥੋੜ੍ਹੀ ਰਹਿ ਗਈ ਹੈ ਜਿਨ੍ਹਾਂ ਨੇ ਇਸ ਨੂੰ ਗੌਰ ਨਾਲ ਪੜ੍ਹਨਾ ਜਾਂ ਵੇਖਣਾ, ਕਿਉਂਕਿ ਇੰਨੀ ਵੱਡੀ ਮੈਜੋਰਟੀ ਹੈ, ਬਹੁਮਤ ਬਹੁਤ ਜ਼ਿਆਦਾ ਹੈ ਸਰਕਾਰ ਦੇ ਕੋਲ ਜੀ। ਸੋ ਇਸ ਕਰਕੇ ਇਹ ਕਾਨੂੰਨ ਬਣ ਜਾਣਾ ਤੇ ਰਾਸ਼ਟਰਪਤੀ ਦੁਆਰਾ ਪਾਸ ਕਰ ਦੇਣਾ ਸੁਭਾਵਿਕ ਸੀ, ਲੇਕਿਨ ਇਸ ਕਾਨੂੰਨ ਦੇ ਤਹਿਤ ਕਿਵੇਂ ਤੇ ਕਿਸ ਤਰ੍ਹਾਂ ਸਜ਼ਾ ਦਿੱਤੀ ਜਾਵੇਗੀ ਤੇ ਕਿਹਨੂੰ ਜੁਰਮਾਨਾ ਕੀਤਾ ਜਾਵੇਗਾ ਇਹ ਵੇਖਣਾ ਬਣਦਾ ਹੈ। ਸੁਪਰੀਮ ਕੋਰਟ ਦੱਸੇਗੀ ਜੀ। ਹਾਲਾਂਕਿ ਸੁਪਰੀਮ ਕੋਰਟ ਨੇ ਇੱਕ ਛੋਟੀ ਜਿਹੀ ਟਿੱਪਣੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਹ ਇਕੱਲੀ ਝੋਨੇ ਦੀ ਪਰਾਲੀ ਨਹੀਂ, ਬਿਲਕੁਲ, ਬਲਕਿ ਸਾਡੀਆਂ ਕਾਰਾਂ ਤੇ ਹੋਰ ਵੀ ਵਸਤਾਂ ਹਨ ਜਿਹੜੀਆਂ ਪ੍ਰਦੂਸ਼ਣ ਫੈਲਾਉਂਦੀਆਂ ਨੇ। ਸਾਨੂੰ ਕਾਰਾਂ ਨੂੰ ਛੱਡ ਕੇ ਤੇ ਮੋਟਰਸਾਈਕਲਾਂ ਨੂੰ ਛੱਡ ਕੇ ਸਾਈਕਲਾਂ ਤੇ ਆਉਣਾ ਪਏਗਾ ਜੀ। ਹੁਣ ਇਹ ਪਤਾ ਨਹੀਂ ਜੱਜ ਸਾਹਿਬ ਨੇ ਕਿਹਦੀ ਗੱਲ ਕੀਤੀ ਹੈ ਕਿ ਇੱਕ ਕਾਰ ਦੇ ਵਿੱਚ ਇੱਕ ਵਿਅਕਤੀ ਆਉਂਦਾ ਹੈ ਕੋਰਟਾਂ ਦੇ ਵਿੱਚ, ਜੱਜ ਸਾਹਿਬਾਨ ਵੀ ਆਉਂਦੇ ਨੇ, ਔਰ ਕੀ ਉਹ ਆਪਣੀ ਗੱਲ ਕਰ ਰਹੇ ਨੇ ਜਾਂ ਲੋਕਾਂ ਨੂੰ ਕੁਝ ਕਹਿ ਰਹੇ ਨੇ ਜੀ। ਕੇਜਰੀਵਾਲ ਸਾਹਿਬ ਕੀ ਆਖਦੇ ਨੇ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਪਰ ਦੁੱਖ ਦੀ ਇੱਕ ਗੱਲ ਹੈ ਇਸ ਦੇ ਵਿੱਚ, ਪ੍ਰਦੂਸ਼ਣ ਤੇ ਸਾਰੇ ਭਾਰਤ ਦੇ ਵਿੱਚ ਹੈ, ਇਸ ਵਿੱਚ ਕੋਈ ਸ਼ੱਕ ਨਹੀਂ। ਡੋਨਲਡ ਟਰੰਪ ਨੇ ਕੁਝ ਦਿਨ ਪਹਿਲਾਂ ਇੱਕ ਬਿਆਨ ਦਿੱਤਾ ਜਿਸ ਵਿੱਚ ਉਹਨਾਂ ਨੇ ਗੱਲ ਆਖੀ ਕਿ ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਵਰਗੇ ਦੇਸ਼ਾਂ ਵੱਲੋਂ ਵੇਖੀਏ ਤੇ ਤੁਹਾਨੂੰ ਗੰਦਗੀ ਨਜ਼ਰ ਆਉਂਦੀ ਹੈ ਜੀ। ਤੁਹਾਨੂੰ ਇਸ ਤਰ੍ਹਾਂ ਲੱਗਦਾ ਕਿ ਗੰਧਲਾ ਹੈ ਇਹ ਇਲਾਕਾ। ਚੀਨ ਤੇ ਵੀ ਦੋਸ਼ ਲੱਗਦਾ ਰਿਹਾ ਕਿ ਉਹ ਪ੍ਰਦੂਸ਼ਣ ਫੈਲਾ ਰਹੇ ਨੇ, ਤੇ ਜਿਹੜੇ ਇਹ ਯੂਰਪ ਦੇ ਮੁਲਕ ਨੇ ਜਾਂ ਉੱਤਰੀ ਅਮਰੀਕਾ ਦੇ ਜਿਹੜੇ ਮੁਲਕ ਨੇ ਇਹਨਾਂ ਤੇ ਵੀ ਇਲਜ਼ਾਮ ਲੱਗਦਾ ਰਿਹਾ ਕਿ ਇਹਨਾਂ ਨੇ ਕਿਸੇ ਸਮੇਂ ਤੇ ਇੰਨਾ ਜ਼ਿਆਦਾ ਪ੍ਰਦੂਸ਼ਣ ਫੈਲਾਇਆ ਕਿ ਓਜ਼ੋਨ ਲੇਅਰ ਪਰਤ ਜਿਹੜੀ ਹੈ ਉਹ ਖਰਾਬ ਕਰ ਲਈ ਹੈ ਜੀ। ਤੇ ਹੁਣ ਭਾਰਤ ਤੇ ਚਾਈਨਾ ਤੇ ਬ੍ਰਾਜ਼ੀਲ ਤੇ ਖਾਸ ਤੌਰ ਤੇ ਇਲਜ਼ਾਮ ਲੱਗਦਾ ਹੈ ਕਿ ਇਹ ਜ਼ਿਆਦਾ ਪ੍ਰਦੂਸ਼ਣ ਫੈਲਾਉਂਦੇ ਨੇ। ਹੁਣ ਕੁਝ ਦਿਨ ਪਹਿਲਾਂ ਦੁਸਹਿਰੇ ਦਾ ਪੁਰਬ ਜਿਹੜਾ ਮਨਾਇਆ ਗਿਆ, ਦੀਵਾਲੀ ਆਉਣ ਵਾਲੀ ਹੈ, ਪਟਾਕੇ ਚੱਲਣੇ ਨੇ ਜੀ, ਥਾਂ ਰਾਵਣ ਫੂਕੇ ਗਏ ਨੇ। ਕੀ ਇਹ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਉਸ ਬਾਰੇ ਵੀ ਕੋਈ ਪ੍ਰਦੂਸ਼ਣ ਫੈਲਾਉਣ ਦੇ ਬਾਰੇ ਕੀ ਉਹਨਾਂ ਨੂੰ ਵੀ ਸਜ਼ਾ ਹੋਵੇਗੀ ਜਾਂ ਸਿਰਫ ਕਿਸਾਨਾਂ ਤੇ ਸ਼ਿਕੰਜਾ ਕੱਸਿਆ ਜਾਵੇਗਾ ਜੀ? ਸਾਡੇ ਉਦਯੋਗ ਕਿੰਨੇ ਨੇ ਜਿਹੜੇ ਮਣਾ ਮੂੰਹੀ ਪ੍ਰਦੂਸ਼ਣ ਫੈਲਾਉਂਦੇ ਨੇ। ਇਹ ਤੇ ਹਵਾਈ ਪ੍ਰਦੂਸ਼ਣ ਦੀ ਗੱਲ ਹੈ ਕਿ ਦਿੱਲੀ ਦੇ ਵਾਸੀ ਤੇ ਆਗਰੇ ਦੇ ਵਾਸੀ ਜਮਨਾ ਦੇ ਵਿੱਚ ਗੰਦ ਨਹੀਂ ਪਾਉਂਦੇ। ਬਿਲਕੁਲ। ਜਮਨਾ ਜਿਹੜੀ ਹੈ ਉਸ ਵਿੱਚ ਕਿੰਨੇ ਵੱਡੇ ਸ਼ਹਿਰ ਉਸ ਦੇ ਵਿੱਚ ਸੀਵਰੇਜ ਉਹਨਾਂ ਦਾ ਆ ਕੇ ਪੈਂਦਾ ਤੇ ਕਿੰਨੇ ਉਦਯੋਗ ਜਿਹੜੇ ਨੇ ਉਸ ਦੇ ਵਿੱਚ ਆਉਂਦੇ ਨੇ ਜੀ। ਇਹ ਸਾਰੀਆਂ ਗੱਲਾਂ ਵੱਲ ਨੂੰ ਦੇਖਣਾ ਬਣਦਾ ਹੈ। ਪਰ ਹਾਲ ਦੀ ਘੜੀ ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ ਤੇ ਇਹਨਾਂ ਸਟੇਟਾਂ ਦੇ ਉੱਤੇ ਸ਼ਿਕੰਜਾ ਜਿਹੜਾ ਜ਼ਿਆਦਾ ਕੱਸਿਆ ਗਿਆ ਕਿ ਇਹਨਾਂ ਦੇ ਵਿੱਚ ਜਿਹੜਾ ਇਹਨਾਂ ਤੇ ਲਾਗੂ ਹੋਵੇਗਾ। ਤੇ NCR ਨੈਸ਼ਨਲ ਕੈਪੀਟਲ ਰੀਜਨ ਭਾਵ ਦਿੱਲੀ ਤੇ ਇਸ ਦਾ ਆਸ-ਪਾਸ ਦਾ ਜਿਹੜਾ ਇਲਾਕਾ ਹੈ, ਇਸ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਾਨੂੰ ਕੁਝ ਅਹਿਮ ਕਦਮ ਚੁੱਕਣੇ ਪੈ ਰਹੇ ਨੇ। ਉਹਨਾਂ ਵਾਸਤੇ ਕਾਨੂੰਨ ਬਣਾਇਆ ਗਿਆ ਉੱਤਰੀ ਭਾਰਤ ਲਈ, ਉੱਤਰੀ ਭਾਰਤ ਦੇ ਇਹਨਾਂ ਰਾਜਾਂ ਲਈ ਜੀ। ਤੁਸੀਂ ਜਦੋਂ ਸ਼ੁਰੂ ਕੀਤੀ ਗੱਲ ਉਹਦੇ 'ਚ ਤੁਸੀਂ ਦੱਸਿਆ ਕਿ ਇਹਨਾਂ ਨੇ ਜਲਦੀ ਨਾਲ ਉਹ ਕਾਨੂੰਨ ਬਣਾ ਦਿੱਤਾ, ਤੇ ਕਿਉਂਕਿ ਉਹਨੂੰ ਦੇਖਣ ਲਈ ਲੋਕ ਸਭਾ ਦੇ ਵਿੱਚ ਤੇ ਰਾਜ ਸਭਾ 'ਚ ਕੁਝ ਨਹੀਂ ਹੈਗਾ। ਅਸੀਂ ਇਹਦੀ ਗੱਲ ਪਹਿਲਾਂ ਵੀ ਕਈ ਵਾਰ ਕਰਦੇ ਹਾਂ ਕਿ ਲੋਕਤੰਤਰ ਦੀ ਜਿਹੜੀ ਮੁੱਢਲੀਆਂ ਜ਼ਰੂਰਤਾਂ ਸੀਗੀਆਂ, ਇੱਕ ਸਸ਼ਕਤ ਤੇ ਤਾਕਤਵਰ ਵਿਰੋਧ ਦਾ ਹੋਣਾ, ਉਹ ਇਸ ਸਰਕਾਰ ਕੋਲ ਹੈ ਨਹੀਂ ਜੀ। ਤੇ ਉਹਦੇ ਮੱਦੇ ਨਜ਼ਰ ਹੀ ਜੋ ਇਹਨਾਂ ਨੂੰ ਲੱਗਦਾ ਤੇ ਤੱਤਾ ਕਰਕੇ ਕਾਨੂੰਨ 4 ਦਿਨਾਂ 'ਚ ਬਣਾਤਾ। ਤੁਹਾਨੂੰ ਕੀ ਲੱਗਦਾ? ਮੈਂ ਇਸ ਦੇ ਵਿੱਚ ਹੋਰ ਪੱਖ ਇੱਕ ਰੱਖਦਾ ਜੀ। ਦਿੱਲੀ ਵਾਸਤੇ ਕਾਨੂੰਨ ਹੈ, ਇਹ ਸਾਰੇ ਬਾਕੀ ਸ਼ਹਿਰਾਂ ਦੀ ਵੀ ਗੱਲ ਕਰਨ
ਕੀ ਇਹਨਾਂ ਦੇ ਜਿਹੜੇ ਵੱਡੇ ਮਹਾਨਗਰ ਨੇ, ਕੀ ਕੋਲਕਾਤਾ ਤੇ ਮੁੰਬਈ ਸਾਫ਼ ਨੇ, ਜੈਪੁਰ ਸਾਫ਼ ਹੈ, ਬੰਗਲੌਰ ਸਾਫ਼ ਹੈ? ਹਾਲਾਂਕਿ ਕਹਿ ਵੀ ਦਿੱਤਾ ਜਾਂਦਾ ਹੈ ਕਿ ਹੋਰ ਬਹੁਤ ਸਾਰੇ ਜਿਹੜੇ ਸ਼ਹਿਰ ਨੇ ਉਹ ਸਾਫ਼ ਨੇ ਜ਼ਿਆਦਾਤਰ, ਪਰ ਪ੍ਰਦੂਸ਼ਣ ਤੇ ਸਾਡੇ ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ ਵੀ ਬਹੁਤ ਹੈ। ਬਿਲਕੁਲ। ਔਰ ਇਹ ਇੱਕ ਵਿਗਿਆਨੀ ਨਾਲ ਕੁਝ ਦਿਨ ਪਹਿਲਾਂ ਮੇਰੀ ਗੱਲਬਾਤ ਹੋਈ ਸੀ, ਉਹਨਾਂ ਨੇ ਦੱਸਿਆ ਕਿ ਇਹ ਅਕਤੂਬਰ ਮਹੀਨੇ ਦਾ ਅਖੀਰ ਸਮਾਂ ਹੀ ਇਹੋ ਜਿਹਾ, ਵਾਤਾਵਰਨ ਇਹੋ ਜਿਹਾ ਹੋ ਜਾਂਦਾ ਹੈ ਕਿ ਧਰਤੀ ਦੇ ਵਿੱਚ ਸਿਸਟਮ ਇਹੋ ਜਿਹਾ ਬਣ ਜਾਂਦਾ ਕਿ ਅਗਰ ਕੋਈ ਪਹਿਲਾਂ ਤੋਂ ਕੋਈ ਅਨੁਮਾਨਿਤ ਬਾਰਿਸ਼ ਨਾ ਹੋਵੇ ਤੇ ਧਰਤੀ ਦਾ ਜਿਹੜਾ ਪ੍ਰਦੂਸ਼ਣ ਹੈ ਇਹਨਾਂ ਦਿਨਾਂ ਵਿੱਚ ਇੱਥੇ ਟਿਕਿਆ ਰਹਿੰਦਾ ਹੈ ਤੇ ਉਹ ਇੱਕ ਲੋਕ ਹੋ ਜਾਂਦਾ ਸਾਰਾ ਪ੍ਰਦੂਸ਼ਣ ਇੱਥੇ ਹੀ, ਉੱਪਰ ਵੱਲ ਨੂੰ ਨਹੀਂ ਜਾਂਦਾ ਜਾਂ ਆਸੇ-ਪਾਸੇ ਨੂੰ ਨਿਕਲਦਾ ਨਹੀਂ। ਹੁਣ ਇਸ ਦਾ ਇਲਾਜ ਤੇ ਜਾਂ ਹਨੇਰੀ ਆਵੇ ਤੇ ਜਾਂ ਕੋਈ ਮੀਂਹ ਪਵੇ। ਹੁਣ ਇਸ ਦਾ ਅਰਥ ਇਹ ਹੈ ਕਿ ਸਰਕਾਰਾਂ ਵੱਲੋਂ ਆਪਣੇ ਤੌਰ ਤੇ ਕੋਈ ਵੱਡੀ ਕਾਰਵਾਈ ਨਾ ਕਰਕੇ ਪ੍ਰਦੂਸ਼ਣ ਦੇ ਜਿਵੇਂ ਬਹੁਤ ਸਾਰੇ ਮੁਲਕਾਂ ਦੇ ਵਿੱਚ ਕੋਈ ਨਿਯਮ ਬਣਾਏ ਗਏ ਨੇ ਪੱਕੇ ਤੌਰ ਤੇ, ਸਾਡੇ ਤੇ ਜੇ ਗੱਡੀਆਂ ਦੀ ਗੱਲ ਜੱਜ ਸਾਹਿਬ ਕਰਦੇ ਨੇ ਤੇ ਉਹਨਾਂ ਨੂੰ ਇਹ ਵੀ ਪੁੱਛਣਾ ਬਣਦਾ ਹੈ ਕਿ ਤੁਸੀਂ ਇਹ ਦੱਸੋ ਕਿ ਜਿਹੜੇ ਗੱਡੀਆਂ ਦੇ ਪੋਲੂਸ਼ਨ ਕੰਟਰੋਲ ਸਰਟੀਫਿਕੇਟ ਨੇ ਉਹ ਤੇ ਵੇਚੇ ਜਾਂਦੇ ਨੇ ਦੁਕਾਨਾਂ ਤੇ, ਗੱਡੀ ਤੇ ਉੱਥੇ ਜਾਂਦੀ ਵੀ ਨਹੀਂ ਤੇ ਉਹਨੂੰ ਸਰਟੀਫਿਕੇਟ ਜਿਹੜਾ 3 ਮਹੀਨੇ ਦਾ ਜਾਂ 6 ਮਹੀਨੇ ਦਾ ਇਸ਼ੂ ਕਰ ਦਿੱਤਾ ਜਾਂਦਾ ਹੈ। ਸੋ ਸਾਡੇ ਨਿਯਮ ਤਾਂ ਇਹੋ ਜਿਹੇ ਨੇ। ਹੁਣ EPCA ਇੱਕ ਅਥਾਰਟੀ ਪਹਿਲਾਂ ਹੈ ਸੀ ਜੋ ਇਸ ਤੇ ਨਜ਼ਰਸਾਨੀ ਕਰਦੀ ਸੀ, ਜਿਹੜੀ ਐਨਵਾਇਰਨਮੈਂਟਲ ਪੋਲੂਸ਼ਨ ਕੰਟਰੋਲ ਅਥਾਰਟੀ ਜਿਹੜੀ ਸੈਂਟਰ ਗਵਰਨਮੈਂਟ ਦੀ ਸੀ, ਉਸ ਨੂੰ ਭੰਗ ਕਰਕੇ 20 ਮੈਂਬਰੀ ਪੈਨਲ ਬਣਾ ਦਿੱਤਾ ਗਿਆ ਜਿਹੜਾ ਇਸ ਨਵੇਂ ਕਾਨੂੰਨ ਦੇ ਤਹਿਤ ਸਾਰੇ ਹਿੱਤਾਂ ਤੇ ਦੇਖੇਗਾ ਕਿ ਇਹ ਕਾਨੂੰਨ ਲਾਗੂ ਕਿਵੇਂ ਕਰਵਾਉਣਾ ਤੇ ਸਜ਼ਾ ਕਿਸ ਤਰ੍ਹਾਂ ਤੇ ਜੁਰਮਾਨਾ ਕਿਸ ਤਰ੍ਹਾਂ ਤੇ ਕਿਹਨੂੰ ਕੀਤਾ ਜਾਣਾ। ਸੋ 20 ਮੈਂਬਰ ਹੋਣਗੇ। ਪਹਿਲੀ ਤਾਂ ਗੱਲ ਹੈ ਕਿ 20 ਕੁਰਸੀਆਂ ਹੋ ਗਈਆਂ, 20 ਆਫਿਸ ਹੋਣਗੇ, 20 ਗੱਡੀਆਂ ਹੋਣਗੀਆਂ, 20 ਲਾਲ ਬੱਤੀਆਂ ਹੋਣਗੀਆਂ ਤੇ ਉਹਨਾਂ ਨੂੰ ਗਨਮੈਨ ਤੇ ਡਰਾਈਵਰ ਉਹਨੇ ਦਿੱਤੇ ਜਾਣਗੇ। ਪ੍ਰਦੂਸ਼ਣ ਘਟਣ ਦੀ ਬਜਾਏ ਵਧੇਗਾ। ਸੋ ਇਹਦਾ ਮਤਲਬ ਇਹ ਹੈ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੀ ਹੈ, ਜਿਸ ਦੇ ਬਾਰੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੈ ਜਿਹੜਾ ਅਮਰਤ ਜੀ, ਉਹ ਸਰਕਾਰ ਦੇ ਇਸ਼ਾਰਿਆਂ ਤੇ ਕੰਮ ਕਰਦਾ ਹੈ। ਬਿਲਕੁਲ। ਆਪ ਜੀ ਨੂੰ ਯਾਦ ਹੋਵੇਗਾ ਕਿ ਪੰਜਾਬ ਦੇ ਵਿੱਚ ਨਵੇਂ ਟਿਊਬਵੈੱਲ ਕਨੈਕਸ਼ਨ ਦੇਣ ਤੇ NGT ਨੇ ਪਾਬੰਦੀ ਲਾਈ ਹੋਈ ਸੀ, ਉਹਨਾਂ ਨੇ ਰੋਕ ਲਾਈ ਹੋਈ ਸੀ ਤੇ ਚੋਣਾਂ ਹੋਣ ਤੋਂ ਕੁਝ ਮਹੀਨੇ ਪਹਿਲਾਂ ਉਹ ਪਾਬੰਦੀ ਜਿਹੜੀ ਸੀ ਉਹ ਹਟਾ ਲਈ ਗਈ ਤੇ ਕਨੈਕਸ਼ਨ ਜਿਹੜੇ ਸੀ ਇੱਕਦਮ ਵੰਡੇ ਗਏ ਆਪਣੇ ਚਹੇਤਿਆਂ ਨੂੰ। ਸੋ ਸਰਕਾਰਾਂ ਵੱਲੋਂ ਇਹ ਕੰਮ ਕੀਤੇ ਜਾਂਦੇ ਨੇ। ਇਸੇ ਤਰ੍ਹਾਂ ਸ਼੍ਰੀ ਰਵੀ ਸ਼ੰਕਰ ਨੇ ਇੱਕ ਸਮਾਗਮ ਕੀਤਾ, NGT ਵੱਲੋਂ ਉਹਨਾਂ ਨੂੰ ਨੋਟਿਸ ਦਿੱਤੇ ਗਏ, ਪਰ ਉਹਨਾਂ ਦਾ ਕੀ ਬਣਿਆ? ਵੱਡੇ ਸਮਾਗਮ ਹੁੰਦੇ ਨੇ, ਦਰਿਆਵਾਂ ਦੇ ਕੰਢਿਆਂ ਤੇ ਹੁੰਦੇ ਨੇ, ਸਟੇਡੀਅਮਾਂ ਦੇ ਵਿੱਚ ਹੁੰਦੇ ਨੇ, ਰਾਮਲੀਲਾ ਮੈਦਾਨ ਦੇ ਵਿੱਚ ਹੁੰਦੇ ਨੇ, ਕੌਣ ਸਫਾਈ ਕਰਦਾ ਉੱਥੇ? ਦਿੱਲੀ ਵੱਲੋਂ ਜਦੋਂ ਤੁਸੀਂ ਪੰਜਾਬ ਤੋਂ ਦਿੱਲੀ ਨੂੰ ਜਾਂਦੇ ਹੋ ਤੇ ਦਿੱਲੀ ਵਿੱਚ ਐਂਟਰ ਕਰਦਿਆਂ ਸਾਰ ਤੁਹਾਨੂੰ ਇਸ ਤਰ੍ਹਾਂ ਲੱਗਦਾ ਕਿ ਪਤਾ ਨਹੀਂ ਕਿਸੇ ਹਿਲ ਸਟੇਸ਼ਨ ਤੇ ਆ ਗਏ ਤੁਸੀਂ। ਉਹ ਕੂੜੇ ਦੇ ਇੰਨੇ ਵੱਡੇ ਪਹਾੜ ਹੈ, ਕਦੀ ਉੱਥੇ ਅੱਗ ਲੱਗ ਜਾਂਦੀ ਹੈ, ਕਦੀ ਕੋਈ ਹਾਦਸਾ ਵਾਪਰ ਜਾਂਦਾ ਹੈ, ਪ੍ਰਬੰਧ ਕੀਤਾ ਹੀ ਨਹੀਂ ਕਦੇ। ਸਹੀ ਮਾਇਨਿਆਂ ਦੇ ਵਿੱਚ ਗੱਲ ਇਹ ਹੈ, ਗੰਦਗੀ ਬਹੁਤ ਬੁਰੀ ਤਰ੍ਹਾਂ ਫੈਲੀ ਹੋਈ ਹੈ। ਜੇ ਗੱਡੀਆਂ ਦੀ ਗੱਲ ਤੋਂ ਮੈਨੂੰ ਇੱਕ ਹੋਰ ਗੱਲ ਯਾਦ ਆਈ ਹੈ, ਇਹ ਦਿੱਲੀ ਦੀ ਸਰਕਾਰ ਜਾਂ ਸਾਡੀ ਕੇਂਦਰ ਸਰਕਾਰ ਜਿਹੜੀ ਹੈ, ਮੈਂ ਕੇਜਰੀਵਾਲ ਸਰਕਾਰ ਦੀ ਨਹੀਂ ਗੱਲ ਕਰ ਰਿਹਾ, ਆਪ ਜੀ ਨੂੰ ਯਾਦ ਹੋਵੇਗਾ ਕਿ ਬਹੁਤ ਵਾਰੀ ਇਹ ਮੰਗ ਉੱਠੀ ਹੈ ਕਿ ਪੰਜਾਬ ਤੋਂ ਉਡਾਨਾਂ ਜਿਹੜੀਆਂ ਸ਼ੁਰੂ ਕੀਤੀਆਂ ਜਾਣ। ਔਰ ਪੰਜਾਬ ਦੇ ਵਿੱਚ ਵੱਡੇ ਹਵਾਈ ਅੱਡੇ ਬਣਾ ਕੇ ਉਹਨਾਂ ਨੂੰ ਖਾਲੀ ਛੱਡ ਦਿੱਤਾ ਗਿਆ, ਉੱਥੇ ਕੋਈ ਅੰਤਰਰਾਸ਼ਟਰੀ ਉਡਾਨ ਨਹੀਂ ਆਉਂਦੀ, ਪਰ ਦੱਸਿਆ ਜਾਂਦਾ ਹੈ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਤੋਂ ਗੱਡੀ ਰੋਜ਼ ਦਿੱਲੀ ਨੂੰ ਜਾਂਦੀ ਹੈ ਮੁਸਾਫਰਾਂ ਨੂੰ ਲੈਣ ਤੇ ਮੁਸਾਫਰਾਂ ਨੂੰ ਛੱਡਣ ਲੈ ਕੇ ਆਉਣ ਦੇ ਵਿੱਚ। ਇਹ ਸਾਰੀਆਂ ਜਿਹੜੀਆਂ ਇਹ ਗੱਡੀਆਂ ਨੇ ਉੱਥੇ ਜਾ ਕੇ ਪ੍ਰਦੂਸ਼ਣ ਕਰਦੀਆਂ ਨੇ। ਇਹ ਪ੍ਰਦੂਸ਼ਣ ਘਟਾਉਣ ਲਈ ਕਿਉਂ ਨਹੀਂ ਕੋਸ਼ਿਸ਼ ਕੀਤੀ ਗਈ ਅਜੇ ਤਾਈਂ? ਸੋ ਇਸ ਦਾ ਮਤਲਬ ਹੈ ਕਿ ਸੁਹਿਰਦਤਾ ਕਿਤੇ ਨਹੀਂ ਹੈ, ਸਿਰਫ ਇੱਕ ਕਾਨੂੰਨ ਬਣਾ ਦਿੱਤਾ ਗਿਆ ਹੈ ਲੋਕਾਂ ਨੂੰ ਦਿਖਾਉਣ ਨੂੰ, ਦੁਨੀਆ ਨੂੰ ਦਿਖਾਉਣ ਨੂੰ ਕਿ ਆਹ ਇੱਕ ਕਾਨੂੰਨ ਬਣਾਇਆ। ਦਿੱਲੀ ਦੇ ਵਿੱਚ ਕੀ ਹੁੰਦਾ ਹੈ? ਦਿੱਲੀ ਦੇ ਵਿੱਚ ਸਾਡੀ ਰਾਜਧਾਨੀ ਹੈ, ਸਾਰੇ ਦੇਸ਼ਾਂ ਦੀਆਂ ਐਮਬੈਸੀਆਂ ਨੇ ਉੱਥੇ ਨੇ, ਸਫਾਰਤਖਾਨੇ ਨੇ ਔਰ ਕੌਂਸਲੇਟ ਦਫ਼ਤਰ ਨੇ, ਜੋ ਵੀ ਹੈ ਵੱਡੇ ਆਫਿਸ ਜਿਹੜੇ ਨੇ ਉੱਥੇ ਨੇ। ਈਵਨ ਕਿ ਸਾਡੀ 에ਅਰਪੋਰਟ ਜਿਹੜੀ ਸਭ ਤੋਂ ਵੱਡੀ ਆ ਉਹ ਉੱਥੇ ਹੈ। ਕਿਸੇ ਡਿਗਨਿਟਰੀ ਨੇ, ਕਿਸੇ ਮਹਿਮਾਨ ਨੇ ਉੱਥੇ ਆਉਣਾ, ਉੱਤੇ ਪਹਿਲਾਂ ਦਿੱਲੀ ਉਤਰਨਾ। ਔਰ ਸਾਡਾ ਇਤਿਹਾਸਿਕ ਸ਼ਹਿਰ ਵੀ ਆ, ਮੋਨੂਮੈਂਟ ਬਹੁਤ ਨੇ, ਵਿਜ਼ਿਟਰ ਬਹੁਤ ਆਉਂਦੇ ਨੇ, ਉਹ ਸਾਰੀਆਂ ਗੱਲਾਂ ਤੋਂ ਨਮੋਸ਼ੀ ਹੁੰਦੀ ਹੈ। ਔਰ ਨਮੋਸ਼ੀ ਤੋਂ ਬਚਣ ਦੀ ਖਾਤਰ ਇੱਕ ਕਾਨੂੰਨ ਜਿਹਾ ਪਾਸ ਕਰ ਦਿੱਤਾ ਹੈ। ਇਸ ਨਾਲ ਬਣੇਗਾ ਕੀ, ਇਸ ਬਾਰੇ ਕੁਝ ਨਹੀਂ ਪਤਾ। ਆਪ ਜੀ ਨੂੰ ਮੈਂ ਯਾਦ ਕਰਾ ਦੇਵਾਂ ਕਿ ਕੁਝ ਸਾਲ ਪਹਿਲਾਂ ਸ਼੍ਰੀਲੰਕਾ ਦੀ ਕ੍ਰਿਕਟ ਟੀਮ ਭਾਰਤ ਦੇ ਵਿੱਚ ਖੇਡਣ ਵਾਸਤੇ ਆਈ ਹੋਈ ਸੀ ਤੇ ਇੱਕ ਮੈਚ ਦੇ ਦੌਰਾਨ ਉਹਨਾਂ ਨੇ ਮੂੰਹ ਤੇ ਮਾਸਕ ਪਾ ਲਏ ਸਨ ਇਹਨਾਂ ਦਿਨਾਂ ਵਿੱਚ। ਇੱਥੇ ਮੈਚ ਹੋ ਰਿਹਾ ਸੀ ਦਿੱਲੀ, ਉਹ ਵੀ ਸ਼ਰਮ ਦਾ ਬਾਇਸ ਬਣਿਆ ਸੀ। ਔਰ ਜਦ ਕਿ ਪਹਿਲੇ ਦਿਨ ਤਾਂ ਭਾਰਤੀਆਂ ਨੇ ਇਹ ਗੱਲ ਕਹੀ ਕਿ ਉਹ ਮੈਚ ਹਾਰ ਰਹੇ ਨੇ ਤੇ ਇਸ ਕਰਕੇ ਡਰਾਮੇ ਕਰਦੇ ਨੇ, ਤੇ ਫਿਰ ਆਪ ਨੂੰ ਵੀ ਮਾਸਕ ਪਾਉਣੇ ਪਏ ਸੀ, ਮੈਚ ਰੋਕਿਆ ਵੀ। ਸੋ ਬਹੁਤ ਵਾਰੀ ਇਹੋ ਜਿਹੜੀ ਗੱਲਾਂ ਹੋਈਆਂ ਨੇ, ਪਰ ਉਹਦਾ ਧਿਆਨ ਜਿਹੜਾ ਲੋਕਾਂ ਦਾ ਉਹ ਹਟਾਉਣ ਲਈ ਹਾਲ ਦੀ ਘੜੀ ਇਹ ਕਾਨੂੰਨ ਇੱਕ ਪਾਸ ਕਰ ਦਿੱਤਾ ਗਿਆ। ਇਸ ਨਾਲ ਬਣੇਗਾ ਕਿ ਇਸ ਬਾਰੇ ਅਜੇ ਕੁਝ ਨਹੀਂ ਕਹਿ ਸਕਦੇ। ਨਹੀਂ, ਇਹਦੀ ਜੇ ਥੋੜੀ ਜਿਹੀ ਹੋਰ ਗੱਲ ਕਰੀਏ ਤੇ ਅਸੀਂ ਸਾਡੇ ਲਈ ਤੇ ਕੁਝ ਨਵਾਂ ਸ਼ਬਦ ਸੀ 에ਅਰ ਕੁਆਲਿਟੀ ਇੰਡੈਕਸ। ਹੁਣ ਤੇ ਉਹ ਰੋਜ਼ ਦੱਸਦੇ ਆ ਕਿ ਕਿਵੇਂ ਦੀ ਹਵਾ ਹੈ ਤੇ ਕਿਵੇਂ ਦੀ ਨਹੀਂ ਹੈ। ਤੇ ਪ੍ਰਦੂਸ਼ਣ ਦੇ ਲੈਵਲ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਕਰੋਨਾ ਦੇ ਦੌਰਾਨ ਜਦੋਂ ਸਾਡੇ ਟਰਾਂਸਪੋਰਟ ਸਿਸਟਮ ਨਹੀਂ ਚੱਲ ਰਿਹਾ ਸੀ ਜਾਂ ਇੰਡਸਟਰੀ ਨਹੀਂ ਚੱਲ ਰਹੀ ਸੀ ਤੇ ਕਾਫੀ ਕੁਝ ਬਹੁਤ ਜਾਇਜ਼ ਸੀ। ਤੇ ਦਿੱਲੀ ਵਰਗੇ ਸ਼ਹਿਰ 'ਚ ਇਹਨਾਂ ਨੇ ਇੰਡਸਟਰੀ ਨੂੰ ਰੋਕਣ ਲਈ ਵੀ ਕੁਝ ਨਹੀਂ ਕੀਤਾ। ਦਿੱਲੀ ਦੇ ਵਿੱਚ ਇੰਡਸਟਰੀ ਰੋਕਣ ਲਈ ਨਹੀਂ ਇੱਕ ਸਮੇਂ ਤੇ ਕੁਝ ਕੀਤਾ। ਜਦੋਂ ਕਾਮਨਵੈਲਥ ਖੇਡਾਂ ਹੋਈਆਂ ਉਦੋਂ ਇਹਨਾਂ ਨੇ ਛੋਟਾ ਉਦਯੋਗ ਇੱਕਦਮ ਬੰਦ ਕਰ ਦਿੱਤਾ। ਉਸ ਦਾ ਕੰਮ ਸਿਰਫ ਇਹ ਕੀਤਾ ਕਿ
ਉਸ ਦੇ ਨਾਲ ਛੋਟੇ ਉਦਯੋਗ ਬੰਦ ਹੋ ਕੇ ਉੱਥੋਂ ਮੂਵ ਆਊਟ ਕਰ ਗਏ। ਉਹ ਲੋਕ ਜਾਂ ਬੇਰੁਜ਼ਗਾਰ ਹੋ ਗਏ ਜਾਂ ਉਹਨਾਂ ਨੂੰ ਦੂਰ ਕਿਤੇ ਜਾਣਾ ਪਿਆ। ਹੁਣ ਜਿਹੜਾ ਛੋਟਾ ਉਦਯੋਗ ਹੈ ਜੋ ਘਰਾਂ ਦੇ ਵਿੱਚ ਗਲੀਆਂ ਮੁਹੱਲਿਆਂ ਦੇ ਵਿੱਚ ਚੱਲ ਰਿਹਾ ਜਾਂ ਛੋਟੇ ਇੰਡਸਟਰੀਅਲ ਏਰੀਆ ਦੇ ਵਿੱਚ ਚੱਲ ਰਿਹਾ, ਉਹਨਾਂ ਤੇ ਇਸ ਤਰ੍ਹਾਂ ਇੱਕਦਮ ਪਾਬੰਦੀ ਲਾਈ ਜਾਵੇਗੀ ਤੇ ਉਹ ਵਿਚਾਰੇ ਕਿੱਥੇ ਜਾਣਗੇ? ਉਸ ਦੇ ਨਾਲ ਬੇਰੁਜ਼ਗਾਰੀ ਵੱਧ ਪੈਦਾ ਹੋਈ ਹੈ। ਜਿਹੜੀ ਐਮਬੈਰਸਮੈਂਟ ਸੀ ਉਹ ਤੋਂ ਤਾਂ ਸ਼ਾਇਦ ਬਚੇ ਹੋਣਗੇ, ਹਾਲਾਂਕਿ ਕਾਮਨਵੈਲਥ ਖੇਡਾਂ ਦੇ ਵਿੱਚ ਹੋਰ ਬਹੁਤ ਤਰੀਕਿਆਂ ਦੀ ਐਮਬੈਰਸਮੈਂਟ ਜਿਹੜੀ ਸੀ ਭਾਰਤ ਨੂੰ ਉਹ ਝੱਲਣੀ ਪਈ ਸੀ। ਪਰ ਹਾਲ ਦੀ ਘੜੀ ਇੱਥੋਂ ਤੱਕ ਮੈਂ ਦੱਸ ਦੇਵਾਂ ਕਿ ਦਿੱਲੀ ਦੀਆਂ ਸੜਕਾਂ ਤੇ ਉਦੋਂ ਤੱਕ ਕਾਮਨਵੈਲਥ ਖੇਡਾਂ ਤੱਕ ਅਜੇ ਵੀ ਟਾਂਗੇ ਜਿਹੜੇ ਸੀ ਉਹ ਚੱਲਦੇ ਸੀ ਤੇ ਉਦੋਂ ਪਹਿਲੀ ਵਾਰੀ ਜਿਹੜੀ ਸੀ ਸਾਰੇ ਟਾਂਗੇ ਜਿਹੜੇ ਸੀ ਉਹ ਹਟਾ ਕੇ ਉਹ ਉੱਥੇ ਜਗ੍ਹਾ ਤੇ ਉਹ ਲਾ ਦਿੱਤੇ ਗਏ। ਤੇ ਮੈਂ ਹੁਣ ਇਸ ਸੋਚ ਤੋਂ ਮੈਂ ਬਲਿਹਾਰੇ ਜਾਵਾਂ, ਇੱਕ ਤੇ ਚਲੋ ਠੀਕ ਹੈ ਕਿ ਜ਼ਮਾਨਾ ਅੱਗੇ ਲੰਘ ਗਿਆ, ਟਾਂਗਿਆਂ ਦਾ ਖੇੜਾ ਛੱਡ ਦੇਣਾ ਚਾਹੀਦਾ, ਇੱਕ ਵੱਖਰੀ ਗੱਲ ਹੈ, ਪਰ ਇਸ ਗੱਲ ਕਰਕੇ ਵੀ ਉਹਨਾਂ ਨੂੰ ਹਟਾ ਦਿਓ, ਉਹ ਸੋਹਣੇ ਨਹੀਂ ਲੱਗਦੇ, ਜਾਂ ਘੋੜੇ ਦੀ ਲਿੱਦ ਨਾਲ ਜਿਹੜੀ ਸੜਕ ਗੰਦੀ ਹੁੰਦੀ ਹੈ ਤੇ ਆਟੋ ਵਿੱਚੋਂ ਨਿਕਲਦਾ ਧੂੰਆਂ ਜਿਹੜਾ ਉਹ ਜ਼ਿਆਦਾ ਵਧੀਆ ਹੈ, ਇਹ ਸੋਚ ਤੇ ਮੈਂ ਮੇਰੇ ਗਲੇ ਤੋਂ ਨਹੀਂ ਉਤਰਦੀ। ਸੋ ਕਾਲਡ ਮਾਡਰਨਾਈਜੇਸ਼ਨ ਦੇ ਨਾਮ ਤੇ ਅਸੀਂ ਪਹਿਲਾਂ ਆਪ ਹੀ ਨੁਕਸਾਨ ਕਰਦੇ ਹਾਂ, ਫਿਰ ਆਪ ਹੀ ਉਹਦੀ ਭਰਵਾਈ ਲਈ ਨਵੇਂ ਤਰੀਕੇ ਲੱਭਦੇ ਹਾਂ ਤੇ ਕਾਹਲੀ 'ਚ ਕਾਨੂੰਨ ਪਾਸ ਕਰਦੇ ਹਾਂ ਜੀ ਇਹੋ ਜਿਹੀਆਂ ਕੁਝ ਹੋਰ ਗੱਲਾਂ ਇੱਕ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਗੱਲਬਾਤ ਦਾ ਸਿਲਸਿਲਾ ਦੁਬਾਰਾ ਸ਼ੁਰੂ ਕਰਦੇ ਹਾਂ ਜੀ। ਅਸੀਂ ਗੱਲ ਕਰਦੇ ਸੀ ਕੇਂਦਰ ਵੱਲੋਂ ਕਾਹਲੀ 'ਚ ਕੀਤੇ ਗਏ ਕਾਨੂੰਨ ਜਿਹੜੇ ਪਾਸ ਨੇ, ਸਾਡੇ ਵੱਲੋਂ ਤਾਂ ਕਾਹਲੀ 'ਚ ਹੀ ਲੱਗਦੇ ਨੇ, ਕਿਉਂਕਿ 4 ਦਿਨ 'ਚ ਤੇ ਘੱਟੋ ਘੱਟ ਕਿਸੇ ਪ੍ਰਦੂਸ਼ਣ ਵਰਗੇ ਵਿਸ਼ੇ ਤੇ ਕਾਨੂੰਨ ਨਹੀਂ ਬਣਾਇਆ ਜਾਣਾ ਚਾਹੀਦਾ ਜੀ। ਤੇ ਜੋ ਇਹਨਾਂ ਨੇ ਉਹਦੇ ਲਈ ਸਜ਼ਾ ਦਾ ਮਿਆਰ ਰੱਖਿਆ 1 ਕਰੋੜ ਰੁਪਏ ਜੁਰਮਾਨਾ ਤੇ 5 ਸਾਲ ਤੱਕ ਦੀ ਸਜ਼ਾ, ਉਹਦੇ 'ਚ ਕੀ ਕਰਨਗੇ ਉਸ ਕੇਸ ਦੇ ਵਿੱਚ? ਦੇਖੋ ਜੀ, ਹਾਲ ਦੀ ਘੜੀ ਤੇ ਕਿਸਾਨਾਂ ਨੂੰ ਮੁੱਖ ਰੱਖ ਕੇ ਕਾਨੂੰਨ ਬਣਾਇਆ ਗਿਆ ਜੀ, ਤੇ ਕਿਹੜਾ ਕਿਸਾਨ ਜਿਹੜਾ 1 ਕਰੋੜ ਦਾ ਕਰਜ਼ਾ ਦੇਵੇਗਾ, ਜੁਰਮਾਨਾ ਜਿਹੜਾ ਅਦਾ ਕਰੇਗਾ ਸਰਕਾਰ ਨੂੰ? ਬਿਲਕੁਲ। ਹੁਣ ਇਸ ਦੇ ਵਿੱਚ ਬਹੁਤ ਸਾਰੇ ਮੁੱਦੇ ਜਿਹੜੇ ਨੇ ਸਾਹਮਣੇ ਆਉਂਦੇ ਨੇ ਜੀ। ਪੰਜਾਬ ਦੇ ਵਿੱਚ ਆਪ ਜੀ ਨੂੰ ਯਾਦ ਹੋਵੇਗਾ ਕਿ ਪਿਛਲੇ ਸਾਲ ਇੱਕ ਖੰਡ ਮਿੱਲ ਦਾ ਜਿਹੜਾ ਸੀ ਉਹ ਲੀਕੇਜ ਹੋਈ, ਸੀਰਾ ਸੀ ਜਾਂ ਜੋ ਵੀ ਕੈਮੀਕਲ ਸੀ, ਉਹਨਾਂ ਦਾ ਇੱਕ ਬਿਆਸ ਦਰਿਆ ਦੇ ਵਿੱਚ ਪੈ ਗਿਆ। ਬਹੁਤ ਸਾਰੀਆਂ ਜੀਵ ਜੰਤੂ ਉਸ ਦੇ ਨਾਲ ਮਾਰੇ ਗਏ, ਦਰਿਆ ਗੰਧਲਾ ਹੋਇਆ, ਦੂਰ ਤੱਕ ਜਿਹੜੀਆਂ ਮੱਛੀਆਂ ਸੀ ਮਾਰੀਆਂ ਗਈਆਂ, ਹਰੀਕੇ ਪੱਤਣ ਤੱਕ ਇਹਨਾਂ ਨੂੰ ਵਾਧੂ ਪਾਣੀ ਛੱਡ ਕੇ ਜਾਂ ਪਿੱਛੋਂ ਛੱਡ ਕੇ ਉਹਨੂੰ ਸਾਫ਼ ਕਰਨਾ ਪਿਆ ਦੁਬਾਰਾ। ਸੋ ਉਹਨਾਂ ਨੂੰ ਬਹੁਤ ਥੋੜਾ ਜੁਰਮਾਨਾ ਕੀਤਾ ਗਿਆ ਤੇ ਮਿਲ ਹਲੇ ਵੀ ਚੱਲ ਰਹੀ ਹੈ, ਵਧੀਆ ਚੱਲ ਰਹੀ ਹੈ। ਬਿਲਕੁਲ। ਤੇ ਕਿਸਾਨ ਕਿਹੜਾ ਦੇਵੇਗਾ ਕਰੋੜ ਰੁਪਏ ਦਾ ਜਿਹੜਾ ਇੰਨਾ ਵੱਡਾ ਜੁਰਮਾਨਾ? ਬਿਲਕੁਲ। ਸੋ ਇਹ ਗੱਲਾਂ ਸਾਰੀਆਂ ਸੋਚਣ ਵਾਲੀਆਂ ਨੇ। ਮੈਂ ਸਮਝਦਾ ਕਿ ਸਿਰਫ ਕਿਸਾਨਾਂ ਨੂੰ ਮੁੱਖ ਰੱਖ ਕੇ ਜਿਹੜਾ ਪ੍ਰਦੂਸ਼ਣ ਇਹਨਾਂ ਦੇ ਸਿਰ ਤੇ ਪਾ ਦਿੱਤਾ ਗਿਆ ਜੀ, ਝੋਨੇ ਤੇ ਜਾਂ ਪਰਾਲੀ ਤੇ। ਹਾਂ, ਇੱਕ ਚੰਗਾ ਕਦਮ ਜਿਹੜਾ ਉਹ ਚੁੱਕਿਆ ਗਿਆ ਸੀ ਪਿਛਲੇ ਸਾਲਾਂ ਦੀ ਸਰਕਾਰ ਵੱਲੋਂ, ਉਹ ਇਹ ਸੀ ਕਿ ਪਰਾਲੀ ਨੂੰ ਸਾਂਭਣ ਵਾਸਤੇ ਜਿਹੜੇ ਇੰਪਲੀਮੈਂਟਸ ਸੀਗੇ ਕਿਸਾਨਾਂ ਨੂੰ ਬਹੁਤ ਵੱਡੇ ਪੱਧਰ ਤੇ ਸਬਸਿਡੀ ਤੇ ਦਿੱਤੇ ਗਏ ਨੇ, ਇਸ ਵਿੱਚ ਕੋਈ ਸ਼ੱਕ ਨਹੀਂ। ਉਹ ਹਾਲਾਂਕਿ ਵੰਡ ਪ੍ਰਣਾਲੀ ਦੇ ਵਿੱਚ ਕਈ ਨੁਕਸ ਹੁੰਦੇ ਨੇ ਜਿਵੇਂ ਕਿ ਭਾਰਤ ਵਿੱਚ ਅਕਸਰ ਹੁੰਦਾ ਹੈ, ਪਰ ਫਿਰ ਵੀ ਮੈਂ ਉਸ ਨੂੰ ਸਮਝਦਾ ਕਿ ਉਹ ਕਾਫੀ ਠੀਕ ਨੇ, ਉਹ ਕੰਮ ਕੀਤਾ ਜਾਣਾ। ਤੇ ਜਿਹੜੀ ਪਰਾਲੀ ਕਿਸਾਨ ਸਾਂਭ ਵੀ ਰਹੇ ਨੇ, ਇਹ ਗੱਲ ਨੂੰ ਸਮਝਣ ਦੀ ਲੋੜ ਹੈ। ਮੈਂ ਕਿਸਾਨਾਂ ਦੇ ਇੱਕ ਆਗੂ ਨਾਲ ਗੱਲ ਕਰ ਰਿਹਾ ਸੀ, ਉਹਨਾਂ ਨੇ ਕਿਹਾ ਜੀ ਕਿ ਇਸ ਪਰਾਲੀ ਨੂੰ ਸਾਂਭਣ ਵਾਸਤੇ ਜਿਹੜੇ ਹਾਰਸ ਪਾਵਰ ਦੇ ਟਰੈਕਟਰ ਸਾਨੂੰ ਚਾਹੀਦੇ ਨੇ ਉਹ ਸਾਡੇ ਕੋਲ ਹਾਲ ਦੀ ਘੜੀ ਮੌਜੂਦ ਨਹੀਂ, ਸੁਸਾਇਟੀਆਂ ਕੋਲ ਹਨ, ਜਾਂ ਅਸੀਂ ਕਿਰਾਏ ਤੇ ਲਿਆ ਕੇ ਜਾਂ ਕਿਵੇਂ ਲਿਆ ਕੇ ਉਸ ਨੂੰ ਕਰ ਰਹੇ ਹਾਂ, ਕਰਵਾ ਰਹੇ ਹਾਂ। ਇਹ ਗੱਲ ਮੰਨਣ ਵਾਲੀ ਹੈ ਕਿ ਪਰਾਲੀ ਨੂੰ ਅੱਗ ਲਾਉਣ ਦੀ ਘਟਨਾ ਜਿਹੜੀ ਹੈ ਬਹੁਤ ਘੱਟ ਹੋਈ ਹੈ, ਉਹਦੇ 'ਚ ਬਹੁਤ ਘੱਟ ਕਮੀ ਆਈ ਹੈ। ਵੈਸੇ ਹੀ ਮੌਸਮ ਦੇ ਵਿੱਚ ਬਹੁਤ ਜ਼ਿਆਦਾ ਪ੍ਰਦੂਸ਼ਣ ਹੈ ਇਸ ਵਾਰੀ, ਇਹਨਾਂ ਦਿਨਾਂ ਵਿੱਚ ਅਕਸਰ ਹੁੰਦਾ ਹੈ ਜੀ। ਇਹ ਤੇ 1-2 ਬਾਰਿਸ਼ਾਂ ਹੋ ਜਾਣ ਤੇ ਸਾਰਾ ਮਸਲਾ ਹੱਲ ਹੋ ਜਾਵੇਗਾ, ਪਰ ਦਿੱਲੀ ਦਾ ਜਿਹੜਾ ਪ੍ਰਦੂਸ਼ਣ ਹੈ, ਤੁਸੀਂ ਜਾ ਕੇ ਆਓ, ਉੱਥੇ ਤੇ ਅਕਸਰ ਹੀ ਪ੍ਰਦੂਸ਼ਣ ਹੀ ਰਹਿੰਦਾ ਹੈ ਤੇ ਉਹ ਪੰਜਾਬੀਆਂ ਦਾ ਜਾਂ ਹਰਿਆਣੇ ਦਾ ਕਸੂਰ ਨਹੀਂ ਹੋ ਜੀ। ਉਹਨਾਂ ਨੂੰ ਆਪਣੀ ਮੰਜੀ ਥੱਲੇ ਸੋਟਾ ਫੇਰਨਾ ਚਾਹੀਦਾ। ਗੱਲ ਉਹ ਮੰਜੀ ਦੇ ਸੋਟੇ ਵਾਲੀ ਹੈ ਨਾ ਜੀ, ਕਿ ਸਾਡੇ ਜਿਹੜੇ ਸ਼ਹਿਰ ਬਣੇ ਸੀ ਇਹਨਾਂ ਦੀ ਕੈਪੈਸਿਟੀ ਕਿੰਨੀ ਸੀ ਜੀ, ਤੇ ਉੱਥੇ ਕਿੰਨੇ ਲੋਕ ਰਹਿ ਰਹੇ ਨੇ ਜੀ। ਖੈਰ ਇਹ ਇੱਕ ਅਲੱਗ ਵਿਸ਼ਾ ਆ, ਵੱਖਰੀ ਬਹਿਸ ਮੰਗਦਾ ਹੈ। ਸਰਕਾਰਾਂ ਸਾਡੇ ਨਾਲੋਂ ਨਿਆਣੀਆਂ ਨਹੀਂ, ਪਤਾ ਇਹਨਾਂ ਨੂੰ ਸਾਰਾ ਕੁਝ ਆ, ਪਰ ਇਹ ਸਿਰਫ ਗੱਲਾਂ ਨੂੰ ਇੱਧਰ ਉੱਧਰ ਟਾਲਣ ਲਈ ਇਹੋ ਜਿਹਾ ਕੰਮ ਕਰਦੇ ਰਹਿੰਦੇ ਨੇ। ਤੇ ਹੁਣ ਅਸੀਂ ਗੱਲ ਕਰਦੇ ਸੀ ਕਿ ਇਹ ਕਿਸਾਨਾਂ ਨੂੰ ਦਬਾਉਣ ਲਈ ਜਾਂ ਕਿਸਾਨਾਂ ਦੇ ਉੱਤੇ ਹੀ ਇੱਕ ਬੋਝ ਬਣਿਆ, ਤੇ ਸਾਡਾ ਜਿਹੜਾ ਪੰਜਾਬ ਦਾ ਕਿਸਾਨਾਂ ਦਾ ਇੱਕ ਸੰਘਰਸ਼ ਸੀ ਕੁਝ ਖੇਤੀ ਬਿੱਲਾਂ ਨੂੰ ਲੈ ਕੇ, ਕਿਸਾਨਾਂ ਦਾ ਤਾਂ ਨਹੀਂ, ਹੁਣ ਤੇ ਅਸੀਂ ਉਹਨੂੰ ਸਾਰੇ ਪੰਜਾਬ ਦਾ ਸੰਘਰਸ਼ ਹੀ ਕਹਿੰਦੇ ਹਾਂ, ਉਹਦੀ ਅੱਜ ਦੀ ਕੀ ਸਥਿਤੀ ਹੈ ਜੀ? ਤੁਸੀਂ ਕਿਹਾ ਕਿ ਪੰਜਾਬ ਦਾ ਨਹੀਂ ਕਿਸਾਨਾਂ ਦਾ ਸੰਘਰਸ਼ ਬਣ ਗਿਆ ਹੈ, ਕਿਸਾਨਾਂ ਦਾ ਨਹੀਂ ਪੰਜਾਬ ਦਾ ਸੰਘਰਸ਼ ਬਣ ਗਿਆ। ਪਹਿਲਾਂ ਤਾਂ ਇਸ ਨੂੰ ਕਿਹਾ ਸੀ ਕਿ ਜ਼ਿਮੀਂਦਾਰਾਂ ਦਾ ਜਾਂ ਜੱਟਾਂ ਦਾ ਸੰਘਰਸ਼ ਹੈ, ਪਰ ਇਸ ਦੇ ਵਿੱਚ ਪਹਿਲੇ ਦਿਨ ਤੋਂ ਹੀ ਇੱਕ ਗੱਲ ਚੰਗੀ ਹੋਈ ਕਿ ਇਸ ਦੇ ਵਿੱਚ ਮਜ਼ਦੂਰ ਵੀ ਸ਼ਾਮਲ ਹੋਏ, ਇਸ ਦੇ ਵਿੱਚ ਆੜ੍ਹਤੀਏ ਵੀ ਸ਼ਾਮਲ ਹੋਏ, ਹੋਰ ਵਰਗ ਵੀ ਹੌਲੀ-ਹੌਲੀ ਇਸ ਦੇ ਵਿੱਚ ਆਏ। ਔਰ ਜਿਹੜੇ ਵਰਗ ਹੁਣ ਆਏ ਨੇ ਉਹਨਾਂ ਦੇ ਵਿੱਚ ਇੱਕ ਤਾਂ ਬੀਬੀਆਂ ਸਾਹਮਣੇ ਆਈਆਂ ਨੇ, ਬਿਲਕੁਲ ਜੀ। ਬਹੁਤ ਸਾਰੇ ਨਾਕਿਆਂ ਤੇ ਜਿਹੜੇ ਮੋਰਚੇ ਲੱਗੇ ਹੋਏ ਨੇ ਟੋਲ ਪਲਾਜ਼ਿਆਂ ਤੇ, ਉਹਨਾਂ ਵਿੱਚ ਬੀਬੀਆਂ ਸਾਹਮਣੇ ਆਈਆਂ ਨੇ ਔਰ ਲਗਾਤਾਰ ਆ ਰਹੀਆਂ ਨੇ। ਕਲਾਕਾਰ ਲੋਕ ਆਏ ਨੇ, ਜਿਸ ਦੇ ਵਿੱਚ ਕੀਰਤਨੀ ਜਥੇ ਆਏ ਨੇ, ਢਾਡੀ ਜਥੇ ਆਏ ਨੇ, ਕਵੀਸ਼ਰ ਆਏ ਨੇ। ਹਾਲਾਂਕਿ ਕੰਮ ਵੀ ਉਹਨਾਂ ਕੋਲ ਇੰਨਾ ਜ਼ਿਆਦਾ ਨਹੀਂ ਸੀ ਇਹਨਾਂ ਦਿਨਾਂ ਵਿੱਚ, ਪਰ ਉੱਪਰ ਕੇ ਸਾਹਮਣੇ ਆਏ ਨੇ, ਮਦਦ ਵਾਸਤੇ ਉੱਠੇ ਨੇ। ਔਰ ਕੁਝ ਕਲਾਕਾਰ ਤੇ ਰੋਜ਼ਾਨਾ ਬੇਸਿਸ ਤੇ ਜਿਹੜੇ ਨੇ ਉਹ ਮੋਰਚਿਆਂ ਤੇ ਜਾ ਕੇ ਬੋਲ ਰਹੇ ਨੇ, ਲੋਕਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਜਾਗਰਿਤ ਵੀ ਕਰ ਰਹੇ ਨੇ ਆਪੋ ਆਪਣੇ ਤਰੀਕੇ ਨਾਲ। ਕੁਝ ਗੱਲਾਂ ਹੋਈਆਂ ਵੀ ਨੇ, ਪਰ ਵੱਡੀ ਗੱਲ ਇਸ ਦੇ ਵਿੱਚ ਇਹ ਹੋਈ ਹੈ ਕਿ ਜੋ ਆਮ ਸਾਡੇ ਲੀਡਰ ਸਨ
ਅਮਰਤ ਜੀ, ਉਹਨਾਂ ਲੀਡਰਾਂ ਨੇ ਪਹਿਲਾਂ ਪਹਿਲ ਤਾਂ ਥੋੜਾ ਬਹੁਤਾ ਇਸ ਸੰਘਰਸ਼ ਨੂੰ, ਅੰਦੋਲਨ ਨੂੰ ਬਾਈਪਾਸ ਕਰਨ ਦੀ ਜਾਂ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਾਂ ਇਦਾਂ ਕਹੋ ਕਿ ਜਦ ਤੱਕ ਗਰਮ ਨਹੀਂ ਸੀ ਹੋਇਆ ਤਦ ਤੱਕ ਉਹ ਕੰਨੀ ਕਤਰਾਉਂਦੇ ਸੀ ਇਹ ਤੋਂ ਜੀ, ਕੰਨੀ ਵੀ ਕਤਰਾਉਂਦੇ, ਆਪਣਾ ਇੱਕ ਸੰਘਰਸ਼ ਬਰਾਬਰ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ। ਫਿਰ ਹੌਲੀ ਹੌਲੀ ਥੋੜੇ ਦਿਨਾਂ 'ਚ ਸਮਝ ਲੱਗ ਗਏ ਤੇ ਅੱਜ ਉਹਨਾਂ ਵੱਲੋਂ ਇਹ ਠੋਕ ਕੇ ਆਖਿਆ ਜਾ ਰਿਹਾ ਹੈ ਕਿ ਤੁਸੀਂ ਇੱਕ ਭਾਜਪਾ ਦੇ ਆਗੂਆਂ ਨੂੰ ਛੱਡ ਕੇ ਕਿ ਤੁਸੀਂ ਇਹ ਲਾਏ ਹੋਏ ਨੇ ਮੋਰਚੇ, ਅਸੀਂ ਆਪਣੀ ਪਾਰਟੀ ਦਾ ਝੰਡਾ ਛੱਡ ਕੇ, ਭਾਵੇਂ ਸਾਨੂੰ ਸਟੇਜ ਤੋਂ ਬੋਲਣ ਦਾ ਸਮਾਂ ਨਹੀਂ ਦਿੱਤਾ ਜਾਂਦਾ, ਅਸੀਂ ਥੱਲੇ ਬੈਠ ਕੇ ਜਿੱਥੇ ਆਮ ਲੋਕ ਬੈਠੇ ਹੋਏ ਨੇ ਮੋਰਚਿਆਂ ਦੇ ਵਿੱਚ ਬੈਠ ਕੇ ਅਸੀਂ ਹਾਜ਼ਰੀ ਲਾਵਾਂਗੇ, ਆਪਣੀ ਜਿਹੜੀ ਇਕਜੁੱਟਤਾ ਦਾ ਪ੍ਰਗਟਾਵਾ ਉਹ ਕਰਾਂਗੇ। ਸੋ ਇਸ ਤਰ੍ਹਾਂ ਵੀ ਹੋ ਰਿਹਾ। ਮੈਂ ਦੱਸ ਦੇਵਾਂ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੋਰਚੇ ਜਿਹੜੇ ਲੱਗੇ ਹੋਏ ਨੇ, ਸਾਡੇ ਜਿਹੜਾ ਕੌਮੀ ਸ਼ਾਹਰਾਹ ਹੈ, ਨੈਸ਼ਨਲ ਹਾਈਵੇ ਹੈ, ਸ਼ੰਭੂ ਬਾਰਡਰ ਤੇ ਲੱਡੋਵਾਲ ਟੋਲ ਪਲਾਜ਼ਾ ਜੋ ਫਲੌਰ ਅਤੇ ਲੁਧਿਆਣੇ ਦੇ ਵਿਚਕਾਰ ਹੈ, ਸਤਲੁਜ ਦਰਿਆ ਦੇ ਉੱਪਰ, ਉੱਥੇ ਲੱਗਾ ਹੋਇਆ। ਇੱਥੇ ਇਹ ਵੀ ਦੱਸ ਦੇਵਾਂ ਕਿ ਉੱਤਰੀ ਭਾਰਤ ਦਾ ਸ਼ਾਇਦ ਇਹ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ। ਉਹ ਬਹੁਤ ਵੱਡੀ ਪੱਧਰ ਤੇ ਇਸ ਨੂੰ ਲੁੱਟ ਵੀ ਆਖਿਆ ਜਾਂਦਾ ਰਿਹਾ ਹੈ। ਬਹੁਤ ਖਾਸ ਤੌਰ ਤੇ ਜਿਹੜੇ ਟਰੱਕ ਡਰਾਈਵਰ ਨੇ, ਜਿਹੜੇ ਕਸ਼ਮੀਰ ਤੋਂ ਆਉਂਦੇ ਨੇ ਜਾਂ ਅੰਮ੍ਰਿਤਸਰ ਸਾਈਡ ਤੋਂ ਆਉਂਦੇ ਨੇ ਜਾਂ ਹੋਰ ਖਿੱਤਿਆਂ ਤੋਂ ਆਉਂਦੇ ਨੇ, ਉਹਨਾਂ ਤੋਂ ਬਹੁਤ ਵੱਡੀ ਮਾਤਰਾ ਦੇ ਵਿੱਚ ਪੈਸੇ ਉਗਰਾਏ ਜਾਂਦੇ ਨੇ। 1500 ਰੁਪਏ ਤੋਂ ਲੈ ਕੇ 2500 ਰੁਪਏ ਤੱਕ ਲੋਡ ਦੇ ਹਿਸਾਬ ਨਾਲ ਉਹ ਤੋਂ ਪੈਸੇ ਲੈ ਜਾਂਦੇ ਨੇ। ਔਰ ਮੈਂ ਦੱਸ ਦੇਵਾਂ ਕਿ ਇਹਨਾਂ ਸੰਘਰਸ਼ਾਂ ਦੇ ਵਿੱਚ ਕਿਹੜੇ-ਕਿਹੜੇ ਲੋਕ ਸ਼ਾਮਲ ਹੋਏ ਨੇ। ਮੈਂ ਇੱਕ ਦੋ ਮੋਰਚਿਆਂ ਤੇ ਜਾ ਕੇ ਖੁਦ ਵੇਖਿਆ ਕਿ ਉੱਥੇ ਜਿਹੜੇ ਰਾਹਗੀਰ ਨੇ ਜਾਂਦੇ ਹੋਏ ਗੱਡੀ ਰੋਕ ਕੇ, ਟਰੱਕ ਰੋਕ ਕੇ ਜਾਂ ਮੋਟਰਸਾਈਕਲ ਰੋਕ ਕੇ ਉਹ 200, 500, 1000 ਰੁਪਈਆ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ। ਔਰ ਲੰਗਰ ਪੱਕੇ ਚੱਲ ਰਹੇ ਨੇ, ਚਾਹਾਂ ਬਣ ਰਹੀਆਂ ਨੇ, ਕੀਰਤਨ ਹੋ ਰਹੇ ਨੇ, ਪਾਠ ਹੋ ਰਹੇ ਨੇ। ਇਸ ਤਰ੍ਹਾਂ ਦਾ ਮਾਹੌਲ ਜਿਹੜਾ ਬਣਿਆ ਹੋਇਆ। ਇੱਕ ਘਟਨਾ ਹੋਈ ਸੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ, ਇੱਕ ਟੋਲ ਪਲਾਜ਼ੇ ਤੇ ਭਾਜਪਾ ਦੇ ਪ੍ਰਧਾਨ ਦੀ ਗੱਡੀ ਦਾ ਕਹਿੰਦੇ ਸ਼ੀਸ਼ਾ ਭੰਨਿਆ ਗਿਆ। ਉਸ ਬਾਰੇ ਕੋਈ ਸਿਆਸਤ ਚੱਲੀ, ਪੁਲਿਸ ਕੇਸ ਦਰਜ ਹੋਇਆ ਅਣਪਛਾਤੇ ਲੋਕਾਂ ਤੇ, ਕੁਝ ਜਾਂਚ ਚੱਲ ਰਹੀ ਹੈ, ਪਤਾ ਨਹੀਂ ਕੀ ਹੋਇਆ। ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਕਿ ਅਸੀਂ ਕਿਸੇ ਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦੇਵਾਂਗੇ। ਉਹ ਤੋਂ ਬਿਨਾਂ ਕੋਈ ਅਣਸਕਾਮੀ ਘਟਨਾ ਨਹੀਂ ਵਾਪਰੀ। ਔਰ ਟੋਲ ਪਲਾਜ਼ਿਆਂ ਤੇ ਇੱਕ ਹੋਰ ਚੀਜ਼ ਹੈ, ਮੈਂ ਇੱਕ ਵਿਅਕਤੀ ਨਾਲ ਗੱਲ ਕਰ ਰਿਹਾ ਸਾਂ, ਉਹਨਾਂ ਨੇ ਮੈਨੂੰ ਦੱਸਿਆ ਕਿ ਆਮ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਕਸ਼ਮੀਰ ਤੋਂ ਸੇਬ ਬਹੁਤ ਆਉਂਦਾ। ਉਹ ਟਰੱਕ ਆ ਰਹੇ ਨੇ, ਉਹ ਟਰੱਕਾਂ ਵਾਲੇ ਰੋਕ ਕੇ, ਕਿਉਂਕਿ ਟੋਲ ਪਲਾਜ਼ਿਆਂ ਤੇ ਉਹਨਾਂ ਨੂੰ ਕਾਫੀ ਬਚਤ ਹੋ ਰਹੀ ਹੈ, ਉਹ ਸੇਬਾਂ ਦੀਆਂ ਪੇਟੀਆਂ ਲਾ ਜਾਂਦੇ ਨੇ ਕਿ ਆਓ ਬੈਠੇ ਆ ਤੁਸੀਂ ਤੇ ਲਾਓ, ਖਾਓ, ਫਲ ਖਾਓ, ਛਕੋ ਤੁਸੀਂ। ਸੋ ਇਸ ਤਰ੍ਹਾਂ ਦਾ ਹਰ ਕੋਈ ਵਿਅਕਤੀ ਇਸ ਦੇ ਵਿੱਚ ਯੋਗਦਾਨ ਪਾ ਰਿਹਾ ਹੈ। ਦਿਲੋਂ ਨਾਲ ਨੇ ਸਾਰੇ ਪੰਜਾਬ ਵਾਸੀ, ਪਰ ਅੰਦਰ ਇੱਕ ਤੌਖਲਾ ਹੈ। ਉਹ ਤੌਖਲਾ ਇਹ ਹੈ ਕਿ ਮੋਦੀ ਇੰਨੇ ਵੱਡੇ ਅਹੁਦੇ ਤੇ ਨੇ, ਇੰਨੀ ਤਾਕਤ ਹੈ ਉਹਨਾਂ ਦੇ ਕੋਲ, ਇੰਨਾ ਵੱਡਾ ਬਹੁਮਤ ਹੈ ਕਿ ਉਹ ਅੜੀਅਲ ਰਵੱਈਆ ਛੱਡਣਗੇ ਤੇ ਕਿਸੇ ਦੀ ਗੱਲ ਸੁਣਨਗੇ। ਉਹਨਾਂ ਦਾ ਧਿਆਨ ਹਾਲ ਦੀ ਘੜੀ ਜਿਹੜਾ ਉਹ ਬਿਹਾਰ ਚੋਣਾਂ ਤੇ ਲੱਗਾ ਹੋਇਆ। ਤੇ ਬਿਹਾਰ ਚੋਣਾਂ ਦੇ ਵਿੱਚ ਵੀ ਉਹਨਾਂ ਨੇ ਗੱਲ ਆਖ ਦਿੱਤੀ ਹੈ ਕਿ ਨਾ ਤਾਂ 370 ਆਰਟੀਕਲ ਖਤਮ ਹੋਵੇਗਾ ਤੇ ਨਾ ਖੇਤੀ ਵਾਲੇ ਕਾਨੂੰਨ ਵਾਪਸ ਲੈ ਜਾਣਗੇ। ਉਹਨਾਂ ਦੇ ਇਸ ਬਿਆਨ ਨੂੰ ਵੀ ਬੜੇ ਤਰੀਕੇ ਨਾਲ ਦੇਖਿਆ ਜਾ ਰਿਹਾ ਕਿ ਉਹਨਾਂ ਨੇ ਪੰਜਾਬ ਨੂੰ ਕਸ਼ਮੀਰ ਨਾਲ ਜੋੜਨ ਦੀ ਗੱਲ ਕੀਤੀ ਹੈ। ਬਿਲਕੁਲ, ਕਿ ਇੰਨੀ ਸਖਤੀ ਪੰਜਾਬ ਤੇ ਵੀ ਕੀਤੀ ਜਾਵੇਗੀ। ਪਰ ਹਾਲ ਦੀ ਘੜੀ ਇਹ ਜਿਹੜਾ ਕਿਸਾਨ ਅੰਦੋਲਨ ਹੈ, ਇਹ ਇਕੱਲੇ ਪੰਜਾਬ 'ਚ ਨਹੀਂ, ਹੁਣ ਹੋਰਲਾਂ ਸਟੇਟਾਂ 'ਚ ਵੀ ਫੈਲ ਗਿਆ। ਉੱਥੇ ਵੀ ਟੋਲ ਪਲਾਜ਼ੇ ਜਿਹੜੇ ਨੇ ਬੰਦ ਕੀਤੇ ਜਾ ਰਹੇ ਨੇ। ਮੈਂ ਦੱਸ ਦੇਵਾਂ ਕਿ ਨਰਿੰਦਰ ਮੋਦੀ ਜੀ ਵੀ, ਉਹਨਾਂ ਨੂੰ ਪਤਾ ਹੀ ਹੋਏਗਾ, CID ਦੇ ਬੰਦੇ ਵੀ ਖੜੇ ਰਹਿੰਦੇ ਨੇ ਉਹਨਾਂ ਟੋਲ ਪਲਾਜ਼ਿਆਂ ਤੇ, ਦੇਖਦੇ ਰਹਿੰਦੇ ਨੇ। ਔਰ ਇੱਥੇ ਜਾ ਕੇ ਟੋਲ ਪਲਾਜ਼ੇ ਵਾਲੇ ਦੇ ਜਿੰਨੇ ਪ੍ਰਬੰਧਕ ਨੇ, ਕਿਸਾਨ ਆਗੂ ਨੇ, ਉਹਨਾਂ ਨਾਲ ਗੱਲਬਾਤ ਕਰੋ। ਉਹ ਦੱਸਦੇ ਨੇ ਕਿ ਅਸੀਂ ਆਪਣੇ ਪੱਕੇ ਟੈਂਟ ਹਾਊਸ ਖਰੀਦ ਲਏ ਨੇ, ਕਿਰਾਇਆ ਨਹੀਂ ਦਿੰਦੇ ਅਸੀਂ ਸਾਊਂਡ ਸਿਸਟਮ ਵੀ ਆਪਣੇ ਖਰੀਦ ਲਏ ਨੇ, ਕੁਰਸੀਆਂ ਵੀ ਆਪਣੀਆਂ ਖਰੀਦ ਲਈਆਂ ਤੇ ਦਰੀਆਂ ਵੀ ਅਸੀਂ ਆਪਣੀਆਂ ਖਰੀਦ ਲਈਆਂ ਨੇ। ਸੋ ਇਸ ਗੱਲ ਤੋਂ ਉਹ ਚੰਗੀ ਲੰਮੀ ਤਿਆਰੀ ਕਰਕੇ ਬੈਠੇ ਹੋਏ ਨੇ। ਔਰ ਮੈਂ ਦੱਸ ਦੇਵਾਂ ਕਿ ਇਹ ਉਹ ਦਿਨ ਨੇ ਜਦੋਂ ਕਿਸਾਨ ਸਭ ਤੋਂ ਵੱਧ ਬਿਜ਼ੀ ਹੁੰਦਾ ਹੈ। ਝੋਨੇ ਦੀ ਸਾਂਭ ਸੰਭਾਲ ਦਾ ਕੰਮ ਚੱਲ ਰਿਹਾ ਔਰ ਮੰਡੀਆਂ ਦੇ ਵਿੱਚ ਅੰਬਾਰ ਲੱਗੇ ਹੋਏ ਨੇ। ਕਿਸਾਨ ਹਰ ਵੇਲੇ ਰਾਤੋਂ ਰਾਤ ਜਿਹੜਾ ਝੋਨੇ ਨੂੰ ਵੇਚਣ ਖਾਤਰ ਮੰਡੀਆਂ ਵਿੱਚ ਜਾ ਰਹੇ ਨੇ ਔਰ ਉੱਥੇ ਬੈਠੇ ਹੋਏ ਨੇ। ਤੇ ਇੱਕ ਮੈਂਬਰ ਜਿਹੜਾ ਹੈ ਵਾਰੀ ਸਿਰ, ਉਹ ਇਸ ਤਰ੍ਹਾਂ ਮਾਲਵੇ ਦੇ ਵਿੱਚ ਥੋੜ੍ਹਾ ਜਿਹਾ ਜ਼ਿਆਦਾ ਜ਼ੋਰ ਹੈ ਇਸ ਅੰਦੋਲਨ ਦਾ। ਬਾਕੀ ਖੇਤਰਾਂ ਵਿੱਚ ਵੀ ਹੈ, ਮਾਝੇ ਵਿੱਚ ਵੀ, ਦੁਆਬੇ ਵਿੱਚ ਵੀ ਬਹੁਤ ਸਾਰੇ ਕਿਸਾਨ ਜਿਹੜੇ ਨੇ ਇਸ ਵੇਲੇ ਉਹ ਸਿਰ ਧੜ ਦੀ ਬਾਜ਼ੀ ਲਾ ਕੇ ਬੈਠੇ ਹੋਏ ਨੇ। ਇਸ ਸੰਘਰਸ਼ ਦੇ ਵਿੱਚ, ਇਸ ਅੰਦੋਲਨ ਦੇ ਦਿਨਾਂ ਵਿੱਚ ਸਾਰੇ ਪੰਜਾਬ ਦਾ ਇਕਜੁੱਟ ਹੋਣਾ ਬਹੁਤ ਚੰਗਾ ਸੰਕੇਤ ਹੈ। ਬਿਲਕੁਲ ਜੀ, ਇਹ ਚੰਗੀ ਗੱਲ ਹੈ। ਔਰ ਮੈਂ ਸਮਝਦਾ ਕਿ ਪਾਰਟੀਆਂ ਵੱਲੋਂ ਐਲਾਨੀਆਂ ਕਹਿਣਾ ਕਿ ਅਸੀਂ ਆਪਣੀ ਪਾਰਟੀ ਦੀ ਗੱਲ ਨਹੀਂ ਕਰਾਂਗੇ। ਅਸੀਂ ਜਿਹੜਾ ਜੇ ਕੋਈ ਇਕੱਠ ਹੋ ਰਿਹਾ ਤੇ ਉੱਥੇ ਅਸੀਂ ਕਿਸਾਨੀ ਸੰਘਰਸ਼ ਦੀ ਗੱਲ ਕਰਾਂਗੇ। ਅਸੀਂ ਆਪਣੀ ਪਾਰਟੀ ਪੱਧਰ ਤੇ ਕੋਈ ਗੱਲਬਾਤ ਜਿਹੜੀ ਆ, ਔਰ ਇੱਕ ਚੰਗੀ ਗੱਲ ਹੋਈ ਕਿ ਕਿਸੇ ਨੂੰ ਤਾਰ ਪੀੜੋ ਕਰ ਨਹੀਂ ਦਿੱਤਾ ਗਿਆ ਇਸ ਦੇ ਵਿੱਚ। ਔਰ ਕਿਸਾਨਾਂ ਨੇ ਜੇ ਉਹ ਬੋਲੇ ਨੇ ਤੇ ਉੱਥੇ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਸਾਰਿਆਂ ਨੂੰ ਜਿਹੜਾ ਹੈ ਉਹ ਸਮਾਂ ਦਿੱਤਾ ਹੈ। ਔਰ ਕਿਸੇ ਨੂੰ ਇਸ ਤਰ੍ਹਾਂ ਵੀ ਇਜਾਜ਼ਤ ਨਹੀਂ ਦਿੱਤੀ ਗਈ ਕਿ ਕੋਈ ਆਗੂ ਉੱਥੇ ਆ ਕੇ ਤਾਂ ਆਪਣੀ ਚੌਧਰ ਜਿਹੜੀ ਆ ਉਸ ਨੂੰ ਚਮਕਾਉਣ ਦਾ ਯਤਨ ਕਰੇ। ਤੇ ਪਿਛਲੇ ਦਿਨੀ ਇਸ ਅੰਦੋਲਨ ਨੂੰ ਸਾਰੇ ਭਾਰਤ ਨੂੰ ਇਸ ਅੰਦੋਲਨ ਵਿੱਚ ਸ਼ਾਮਲ ਕਰਨ ਲਈ ਦਿੱਲੀ ਦੇ ਵਿੱਚ ਕੁਝ ਮੀਟਿੰਗਸ ਵੀ ਹੋਈਆਂ। ਉਹ ਹੋਈਆਂ ਨੇ ਜੀ ਮੀਟਿੰਗਸ। ਔਰ ਹਾਲ ਦੀ ਘੜੀ ਕਿੰਨੀ ਕੁ ਕਾਮਯਾਬੀ ਮਿਲਦੀ ਹੈ ਇਹ ਵੇਖਣਾ ਬਣਦਾ ਹੈ।
ਪਰ ਮੈਂ ਸਮਝਦਾ ਕਿ ਅਜੇ ਜਿਹੜੇ ਉੱਤਰੀ ਰਾਜ ਨੇ, ਖਾਸ ਤੌਰ ਤੇ ਪੰਜਾਬ ਤੇ ਹਰਿਆਣਾ ਤੇ ਹਾਲਾਂਕਿ ਹੋਰਨਾਂ ਸੂਬਿਆਂ ਤੋਂ ਛੋਟੀ-ਛੋਟੀਆਂ ਖਬਰਾਂ ਆ ਰਹੀਆਂ ਨੇ, ਪਰ ਜ਼ਿਆਦਾ ਸਮਰੱਥ ਲੋਕ ਨਹੀਂ ਨੇ, ਥੋੜੀ ਐਜੂਕੇਸ਼ਨ ਦੀ ਵੀ ਕਮੀ ਹੈ ਔਰ ਉਹਨਾਂ ਕੋਲ ਇੰਨੇ ਵਿਚਾਰੇ ਜਿੰਨੇ ਜਾਗਰਤ ਲੋਕ ਨਹੀਂ ਨੇ, ਇਹਨੂੰ ਸਿੱਧੇ ਲਫ਼ਜ਼ਾਂ ਦੇ ਵਿੱਚ ਆਖਿਆ ਜਾਵੇ। ਜਾਂ ਬਿਹਾਰ ਨੂੰ ਤੇ ਹੱਲੇ ਚੋਣਾਂ ਦੇ ਵਿੱਚ ਹੀ ਇਹਨਾਂ ਨੇ ਉਲਝਾਇਆ ਹੋਇਆ ਔਰ ਉਹਨਾਂ ਨੂੰ ਕਰੋਨਾ ਦਾ ਟੀਕਾ ਵੀ ਕਹਿੰਦੇ ਸਾਰਿਆਂ ਤੋਂ ਪਹਿਲਾਂ ਲੱਗਣਾ ਕਿਉਂਕਿ ਚੋਣਾਂ ਨੇ ਉੱਥੇ। ਸੋ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ। ਹਾਲ ਦੀ ਘੜੀ ਕਿਸਾਨ ਅੰਦੋਲਨ ਜਿਹੜਾ ਹੈ ਪੰਜਾਬ, ਇੱਕ ਗੱਲ ਮੈਂ ਦੱਸ ਦੇਵਾਂ ਕਿ ਭਾਵੇਂ ਪੰਜਾਬ ਦੇ ਵਿੱਚ ਹੀ ਹੈ ਤੇ ਕਿਸਾਨਾਂ ਨੂੰ ਇਸ ਗੱਲ ਦਾ ਤੌਖਲਾ ਹੈ ਕਿ ਪਤਾ ਨਹੀਂ ਸਾਡਾ ਬਣਨਾ ਕਿ ਨਹੀਂ ਕੁਝ ਬਣਨਾ, ਪਰ ਪੰਜਾਬ ਨੇ ਸਾਰੇ ਮੁਲਕ ਨੂੰ ਝੰਜੋੜਿਆ ਹੈ। ਪੰਜਾਬ ਦੀ ਆਵਾਜ਼ ਸਾਰੇ ਮੁਲਕ ਦੇ ਵਿੱਚ ਪਹੁੰਚ ਰਹੀ ਹੈ ਔਰ ਮੀਡੀਆ ਥੋੜਾ ਜਿਹਾ ਇਸ ਗੱਲ ਤੋਂ ਕੰਨੀ ਕਤਰਾ ਰਿਹਾ। ਇਹ ਗੱਲ ਮੰਨਣ ਵਾਲੀ ਹੈ, ਪਰ ਜਿੰਨੇ ਮੋਰਚੇ ਲੱਗੇ ਹੋਏ ਨੇ ਪੰਜਾਬ ਵਿੱਚ ਉਹ ਬੜੇ ਆਰਗੇਨਾਈਜ਼ ਤਰੀਕੇ ਨਾਲ ਲੱਗੇ ਹੋਏ ਨੇ। ਉਹਨਾਂ ਨੇ ਵੈਬ ਚੈਨਲ ਵੀ ਆਪਣੇ ਬਣਾ ਲਏ ਨੇ ਜਿੱਥੋਂ ਪੱਕੇ ਤੌਰ ਤੇ ਲਾਈਵ ਜਿਹੜੀ ਰਿਪੋਰਟਿੰਗ ਆ ਉਹ ਚੱਲ ਰਹੀ ਹੈ। ਸੋ ਬਹੁਤ ਸਾਰੇ ਮੀਡੀਆ ਨੂੰ ਝਾੜ ਪੈਣ ਤੋਂ ਬਾਅਦ ਉਹਨਾਂ ਨੇ ਮੂੰਹ ਵੀ ਇੱਧਰ ਨੂੰ ਕੀਤਾ ਹੈ। ਪੰਜਾਬ ਦਾ ਮੀਡੀਆ ਇਸ ਦੀ ਖਬਰ ਲਾ ਰਿਹਾ, ਪਰ ਰਾਸ਼ਟਰੀ ਪੱਧਰ ਤੇ ਮੀਡੀਆ ਇਸ ਨੂੰ ਬਹੁਤੀ ਤਵੱਜੋ ਨਹੀਂ ਦੇ ਰਿਹਾ। ਪਰ ਹੁਣ ਸੋਸ਼ਲ ਮੀਡੀਆ ਦਾ ਜਿਹੜਾ ਸਮਾਂ ਆ ਉਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਫੈਲ ਜ਼ਰੂਰ ਰਹੀਆਂ ਨੇ ਤੇ ਬਹੁਤ ਸਾਰੇ ਬੁੱਧੀਜੀਵੀ ਜਾਂ ਬਹੁਤ ਸਾਰੇ ਵੱਖ-ਵੱਖ ਮੁਲਕ ਪ੍ਰਾਂਤਾਂ ਦੇ ਲੋਕਾਂ ਨੇ ਇਹ ਗੱਲ ਵੀ ਦੱਸੀ ਆ ਕਿ ਪੰਜਾਬ ਇਸ ਵਾਰ ਇੱਕ ਵਧੀਆ ਸੇਧ ਦੇ ਰਿਹਾ ਹੈ ਇਸ ਅੰਦੋਲਨ ਦੀ। ਤੇ ਇਹੋ ਜਿਹੀਆਂ ਹੀ ਖਬਰਾਂ ਬਹੁਤ ਸਾਰੇ ਬਾਹਰਲੇ ਦੇਸ਼ਾਂ ਚੋਂ ਵੀ ਆਈਆਂ, ਈਵਨ UN ਆਫਿਸ ਦੇ ਬਾਹਰ ਵੀ ਇਸ ਅੰਦੋਲਨ ਦੀ ਜਿਹੜੀ ਭਣਕ ਆ ਉਹ ਮਿਲੀ ਆ। ਇਹ ਪੰਜਾਬੀਆਂ ਨੇ ਜੀ ਬਹੁਤ ਸਹੀ ਮੁਜ਼ਾਹਰੇ ਕੀਤੇ ਨੇ ਕੈਨੇਡਾ ਅਮਰੀਕਾ ਦੇ ਤਕਰੀਬਨ ਜਿਹੜੇ ਸਾਰੇ ਵੱਡੇ ਸ਼ਹਿਰ ਨੇ ਜਿੱਥੇ ਪੰਜਾਬੀਆਂ ਦੀ ਗਿਣਤੀ ਚੰਗੀ ਆ, ਉੱਥੇ ਇਕੱਠ ਕਰਕੇ ਪੰਜਾਬ ਦੇ ਕਿਸਾਨਾਂ ਨਾਲ ਜਿਹੜਾ ਹਮਦਰਦੀ ਵੀ ਪ੍ਰਗਟਾਈ ਹੈ ਤੇ ਸੋਲੀਡੈਰਿਟੀ ਜਿਹੜੀ ਆ ਨਾ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ, ਉਹ ਉਸ ਦਾ ਪ੍ਰਗਟਾਵਾ ਕੀਤਾ ਗਿਆ। ਇਹ ਚੰਗੀ ਗੱਲ ਹੈ, ਇਸ ਨਾਲ ਹੌਸਲਾ ਅਫਜ਼ਾਈ ਹੋ ਰਹੀ ਹੈ। ਪਰ ਮੋਦੀ ਦੀਆਂ ਨਜ਼ਰਾਂ 'ਚ ਸਾਰਾ ਕੁਝ ਕਿਵੇਂ ਹੋ ਰਿਹਾ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਹਾਂ, ਮੈਂ ਦੱਸ ਦੇਵਾਂ ਕਿ ਦੁਸਹਿਰੇ ਦੇ ਮੌਕੇ ਤੇ ਰਾਵਣ ਦੇ ਪੁਤਲੇ ਫੂਕਣ ਦੀ ਜਗ੍ਹਾ ਤੇ ਬਹੁਤ ਸਾਰੀ ਜਗ੍ਹਾ ਤੇ ਮੋਦੀ ਦੇ ਪੁਤਲੇ ਫੂਕੇ ਗਏ। ਉਸ ਗੱਲ ਦਾ ਬੁਰਾ ਜਿਹੜਾ ਹੈ ਕੇਂਦਰ ਨੇ ਬਹੁਤ ਮਨਾਇਆ ਕਹਿੰਦੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ, ਸੰਘਰਸ਼ ਨੂੰ ਦੇਖ ਕੇ ਕੇਂਦਰ ਸਰਕਾਰ ਨੇ ਕੁਝ ਹੋਰ ਫੈਸਲੇ ਕੀਤੇ ਨੇ, ਖਾਸ ਤੌਰ ਤੇ ਪੰਜਾਬ ਨਾਲ ਜੁੜੇ ਹੋਏ ਨੇ ਜਾਂ ਕਹਿ ਲਈਏ ਇਹਨਾਂ ਸਟੇਟਾਂ ਨਾਲ ਜੁੜੇ ਹੋਏ ਨੇ। ਉਹਨਾਂ ਦੀ ਆਪਾਂ ਗੱਲ ਕਰਦੇ ਹਾਂ, ਪਰ ਸਮਾਂ ਇੱਕ ਬ੍ਰੇਕ ਦਾ ਜੀ। ਮਿਲਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਨੈਸ਼ਨਲ ਟੀਵੀ ਦੇ ਪ੍ਰੋਗਰਾਮ ਵਿਚਾਰ ਚਰਚਾ ਵਿੱਚ ਅਸੀਂ ਗੱਲਾਂ ਕਰਦੇ ਸੀਗੇ ਜੀ ਭਾਰਤ ਤੇ ਪੰਜਾਬ ਦੇ ਵਿੱਚ ਜੋ ਟਕਰਾਵ ਜਿਹੜੇ ਬਣੇ ਆ, ਕੁਝ ਕਿਸਾਨਾਂ ਦੇ ਸੰਘਰਸ਼ ਨੂੰ ਲੈ ਕੇ ਜਾਂ ਕੁਝ ਹੋਰ ਚੀਜ਼ਾਂ ਨੂੰ ਲੈ ਕੇ। ਸਰਕਾਰ ਜਿਹੜੀ ਆ ਸੈਂਟਰ ਦੀ ਸਰਕਾਰ ਹੈ, ਚਾਹੀਦਾ ਤਾਂ ਉਹਨੂੰ ਸੀਗਾ ਕਿ ਪੰਜਾਬ ਦੇ ਜਿਹੜੇ ਅੰਦੋਲਨ ਆ ਜਾਂ ਕਿਸਾਨ ਆ ਉਹਨਾਂ ਦੀ ਗੱਲ ਸੁਣੀ ਜਾਂਦੀ, ਪਰ ਉਹਨੂੰ ਲੈ ਕੇ ਉਹ ਆਪਣੇ ਟਕਰਾਵ ਤੇ ਆ ਗਿਆ ਤੇ ਹੁਣ ਆਪਣੇ ਹਿੱਤਾਂ ਦੀ ਜਿਹੜੀ ਆ, ਆਪਣੇ ਕੋਲ ਜਿਹੜੇ ਉਹਨਾਂ ਕੋਲ ਅਧਿਕਾਰ ਆ ਉਹਨਾਂ ਦੀ ਵਰਤੋਂ ਕੁਝ ਹੋਰ ਤਰੀਕੇ ਨਾਲ ਹੋ ਰਹੀ ਆ, ਜਿਹਨੂੰ ਸਾਨੂੰ ਲੱਗਦਾ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਪੰਜਾਬ ਦੇ ਉੱਤੇ ਕੁਝ ਕਾਨੂੰਨ ਗਲਤ ਤਰੀਕੇ ਨਾਲ ਥੋਪੇ ਜਾ ਰਹੇ ਨੇ। ਜੀ ਅੰਮ੍ਰਿਤ ਜੀ, ਇਸ ਤਰ੍ਹਾਂ ਹੈ ਕਿ ਅਸਲ ਵਿੱਚ ਗੱਲ ਜਿਹੜੀ ਹੈ ਰੇਲਾਂ ਤੋਂ ਵਿਗੜੀ ਆ। ਪਹਿਲੀ ਤਾਂ ਗੱਲ ਇਹ ਹੋਈ ਸੀ ਕਿ ਜਦੋਂ ਕਿਸਾਨ ਜਥੇਬੰਦੀਆਂ ਉੱਥੇ ਗੱਲਬਾਤ ਕਰਨ ਲਈ ਗਈਆਂ ਸੀ ਤੇ ਉੱਥੇ ਮੰਤਰੀ ਸਾਹਿਬ ਅਵੇਲੇਬਲ ਨਹੀਂ ਸੀ ਤੇ ਮੰਤਰੀ ਸਾਹਿਬ ਮਿਲੇ ਨਹੀਂ। ਉਹਨਾਂ ਨੇ 77 ਲੈਵਲ ਦਾ ਬੰਦਾ ਇਹਨਾਂ ਦੇ ਸਾਹਮਣੇ ਬਿਠਾ ਦਿੱਤਾ ਤੇ ਉਹ ਦੱਸਣ ਲੱਗ ਪਿਆ ਕਿ ਕਾਨੂੰਨ ਠੀਕ ਹੈ, ਆਹ ਠੀਕ ਹੈ, ਉਹ ਠੀਕ ਹੈ, ਤੇ ਕਿਸਾਨ ਉੱਥੋਂ ਵਾਪਸ ਆ ਗਏ ਤੇ ਦੁਬਾਰਾ ਨਾ ਕਿਸਾਨਾਂ ਨੂੰ ਬੁਲਾਇਆ ਗਿਆ ਤੇ ਨਾ ਕਿਸੇ ਵੱਲੋਂ ਕੋਈ ਇਸ ਤਰ੍ਹਾਂ ਦਾ ਸੱਦਾ ਦਿੱਤਾ ਗਿਆ ਤੇ ਨਾ ਕਿਸਾਨ ਗਏ ਨੇ। ਹੁਣ ਰੇਲਾਂ ਜਦੋਂ ਰੁਕੀਆਂ ਸੀ ਤੇ ਪੰਜਾਬ ਦੇ ਵਿੱਚ ਰੌਲਾ ਪੈਣਾ ਸ਼ੁਰੂ ਹੋ ਗਿਆ ਕਿ ਪੰਜਾਬ ਦੇ ਵਿੱਚ ਬਿਜਲੀ ਦਾ ਗੰਭੀਰ ਸੰਕਟ ਆਉਣ ਵਾਲਾ ਹੈ। ਗੰਭੀਰ ਸੰਕਟ ਜਿਹੜਾ ਹੈ ਉਹ ਕਿੱਥੇ ਕਿੱਥੇ ਆਵੇਗਾ? ਇੱਕ ਤੇ ਕਿਸਾਨੀ ਤੇ ਸਿੱਧਾ ਅਸਰ ਪੈਂਦਾ ਉਸਦਾ, ਕਣਕ ਦੀ ਬਿਜਾਈ ਦਾ ਸਮਾਂ, ਰੌਣੀਆਂ ਕਰਨੀਆਂ ਨੇ ਔਰ ਸਨਅਤ ਜਿਹੜੀ ਆ ਬੰਦ ਹੋਵੇਗੀ। ਘਰਾਂ ਦੇ ਵਿੱਚ ਪਾਵਰ ਕੱਟ ਲੱਗਣੇ ਸ਼ੁਰੂ ਵੀ ਹੋ ਗਏ। ਇਹ ਹੋਇਆ। ਇਹ ਆਖਿਆ ਗਿਆ ਕਿ ਥਰਮਲ ਪਲਾਂਟਾਂ ਦੇ ਵਿੱਚ ਕਿਸੇ ਵਿੱਚ 1 ਦਿਨ ਦਾ, ਕਿਸੇ 'ਚ 2 ਦਾ ਤੇ ਕਿਸੇ ਵਿੱਚ ਖਤਮ ਹੋ ਗਿਆ ਕੋਲਾ ਤੇ ਇਹ ਜਿਹੜੀ ਸਨਅਤ ਹੈ ਸਾਡੀ ਉਹ ਰੁਕ ਜਾਵੇਗੀ ਤੇ ਕੋਲਾ ਖਤਮ ਹੋ ਜਾਵੇਗਾ ਤੇ ਥਰਮਲ ਪਲਾਂਟ ਬੰਦ ਹੋ ਜਾਣਗੇ। ਕਿਸਾਨਾਂ ਨੂੰ ਮੁੱਖ ਮੰਤਰੀ ਸਾਹਿਬ ਵੱਲੋਂ ਬੇਨਤੀ ਕੀਤੀ ਗਈ ਕਿ ਤੁਸੀਂ ਮਾਲ ਗੱਡੀਆਂ ਨੂੰ ਆਉਣ ਦਿਓ ਤੇ ਮਾਲ ਗੱਡੀਆਂ ਵਿੱਚ ਕੋਲਾ ਆਵੇਗਾ। ਕੋਲੇ ਦੀ ਗੱਲ ਇੱਕ ਪਾਸੇ ਸੀ, ਨਾਲ ਦੀ ਨਾਲ ਪੰਜਾਬ ਦੇ ਵਿੱਚ ਕਣਕ ਦੀ ਬਿਜਾਈ ਵਾਸਤੇ ਤੇ ਹੋਰਨਾਂ ਕੰਮਾਂ ਵਾਸਤੇ DAP, ਯੂਰੀਆ ਤੇ ਪੋਟਾਸ਼ ਦੀ ਲੋੜ ਹੈ। ਹੋਰ ਖਾਦਾਂ ਵੀ ਆਉਣੀਆਂ ਨੇ ਜੋ ਪੰਜਾਬ ਦੇ ਦੂਸਰੇ ਸੂਬਿਆਂ ਤੋਂ ਆਉਂਦੀਆਂ ਨੇ। ਬਹੁਤੀ ਖਾਦ ਤੇ ਇੰਪੋਰਟਡ ਹੁੰਦੀ ਹੈ ਔਰ ਉਹ ਭਾਰਤ ਦੇ ਵਿੱਚ ਹੁੰਦੀ ਨਹੀਂ, ਪੈਦਾ ਹੀ ਨਹੀਂ ਹੁੰਦੀ। ਬੰਦਰਗਾਹਾਂ ਦੇ ਜ਼ਰੀਏ ਉਹ ਪਹੁੰਚਦੀ ਹੈ ਤੇ ਫਿਰ ਪੰਜਾਬ ਦੇ ਵਿੱਚ ਆਉਂਦੀ ਹੈ। ਔਰ ਉਹਨਾਂ ਕੰਪਨੀਆਂ ਵੱਲੋਂ ਹੁਣ ਇਹ ਬਿਆਨ ਦਿੱਤਾ ਗਿਆ ਕਿ ਪੰਜਾਬ ਦੀ ਬੁਕਿੰਗ ਜਿਹੜੀ ਆ ਉਹ ਬੰਦ ਕਰ ਦਿੱਤੀ ਗਈ ਹੈ। ਪੰਜਾਬ ਦੀ ਕੋਈ ਬੁਕਿੰਗ ਨਹੀਂ ਚੱਲ ਰਹੀ ਰੇਲਵੇ ਵੱਲੋਂ। ਹਰਿਆਣੇ ਦੇ ਵਿੱਚ ਖਾਦ ਆਵੇਗੀ, ਹਰਿਆਣੇ ਦੇ ਵਿੱਚ ਉਤਰੇਗੀ, ਟਰੱਕਾਂ 'ਚ ਲੋਡ ਹੋਵੇਗੀ ਤੇ ਫਿਰ ਪੰਜਾਬ ਵਿੱਚ ਪਹੁੰਚੇਗੀ। ਭਾਵ ਕਿ ਪੰਜਾਬ ਦੇ ਕਿਸਾਨਾਂ ਨੂੰ ਖਾਦ ਲੇਟ ਵੀ ਮਿਲੇਗੀ ਤੇ ਮਿਹਨਤਾਂ ਵੀ ਕਰਨੀਆਂ ਪੈਣਗੀਆਂ ਤੇ ਪੈਸੇ ਵੀ ਜ਼ਿਆਦਾ ਦੇਣੇ ਪੈਣਗੇ। ਸੋ ਇਹ ਕੰਮ ਹੋਵੇਗਾ। ਹੁਣ ਪੰਜਾਬ ਦੇ ਵਿੱਚ ਕਿਹੜੀਆਂ ਚੀਜ਼ਾਂ ਦੀ ਕਮੀ ਆ ਸਕਦੀ ਹੈ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ, ਪਰ ਮੋਟੇ ਤੌਰ ਤੇ ਜਿਹੜੀਆਂ ਦੀ ਆ ਸਕਦੀ ਹੈ ਉਹ ਮੈਂ ਆਪ ਜੀ ਨੂੰ ਦੱਸੀਆਂ ਨੇ। ਕੋਲੇ ਦੇ ਕਰਕੇ ਕੈਪਟਨ ਨੇ ਬੇਨਤੀ ਕੀਤੀ ਸੀ ਕਿ ਆਉਣ ਦਿਓ। 1 ਦਿਨ ਵਾਸਤੇ ਮਾਲ ਗੱਡੀਆਂ ਚੱਲੀਆਂ ਤੇ ਕੇਂਦਰ ਸਰਕਾਰ ਨੇ ਇਹ ਕਹਿ ਕੇ ਰੋਕ ਲਈਆਂ ਕਿ ਚੱਲਣ ਦੇਣੀਆਂ ਤੇ ਸਾਰੀਆਂ ਚੱਲਣ ਦਿਓ, ਨਹੀਂ ਤੇ ਅਸੀਂ ਮਾਲ ਗੱਡੀਆਂ ਵੀ ਨਹੀਂ ਚਲਾਉਣੀਆਂ।
ਮੈਂ ਸਮਝਦਾ ਕਿ ਗੈਰ ਸੰਵਿਧਾਨਿਕ ਫੈਸਲਾ ਹੈ ਉਹਨਾਂ ਦਾ। ਔਰ ਜਿਹੜੀ ਉਹਨਾਂ ਨੇ ਸੰਵਿਧਾਨ ਦੀ ਸਹੁੰ ਚੁੱਕੀ ਹੋਈ ਹੈ, ਔਰ ਜਦੋਂ ਉਹਨਾਂ ਨੇ ਅਹੁਦਾ ਸੰਭਿਆ ਸੀ ਮੰਤਰੀ ਸਾਹਿਬ ਨੇ, ਉਸ ਦੇ ਵਿੱਚ ਮੱਦ ਹੁੰਦੀ ਹੈ ਕਿ ਮੈਂ ਬਿਨਾਂ ਕਿਸੇ ਵੈਰ ਵਿਰੋਧ ਦੇ, ਕੋਈ ਇਸ ਤਰ੍ਹਾਂ ਦੇ ਭੇਦਭਾਵ ਦੇ ਕੋਈ ਇਹੋ ਜਿਹਾ ਫੈਸਲਾ ਨਹੀਂ ਲਵਾਂਗਾ ਜਿਹੜਾ ਜਿਸ ਨਾਲ ਇੱਕ ਫਿਰਕੇ ਨੂੰ ਨੁਕਸਾਨ ਹੋਵੇ ਤੇ ਦੂਸਰੇ ਨੂੰ ਫਾਇਦਾ ਹੋਵੇ, ਜਾਂ ਜਿਸ ਦੇ ਵਿੱਚ ਮੇਰੇ ਆਪਣੇ ਹਿੱਤ ਸ਼ਾਮਲ ਹੋਣ। ਬਿਲਕੁਲ। ਸੋ ਇਹ ਗੱਲਾਂ ਸਾਰੀਆਂ ਹੁੰਦੀਆਂ ਨੇ, ਹੋਰ ਵੀ ਬਹੁਤ ਕੁਝ ਹੁੰਦਾ ਹੈ। ਸੋ ਇਹ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਨਾਲ ਧੱਕਾ ਕਰਨ ਖਾਤਰ ਇੱਕ ਕਿਸਮ ਦੀ ਸੌਦੇਬਾਜ਼ੀ, ਐਕਸਪਲੋਇਟੇਸ਼ਨ ਆਖ ਲਓ ਜਾਂ ਬਲੈਕਮੇਲਿੰਗ ਆਖ ਲਓ, ਇਹ ਉਹਨਾਂ ਨੇ ਕੀਤੀ ਹੈ, ਜਿਸ ਨੂੰ ਮੈਂ ਮਾੜਾ ਸਮਝਦਾ। ਪਰ ਇਹ ਟਕਰਾਅ ਵਾਲੀ ਸਥਿਤੀ ਵਿੱਚ ਆਉਣਾ ਕੇਂਦਰ ਸਰਕਾਰ ਨੂੰ ਬਿਲਕੁਲ ਵੀ ਸ਼ੋਭਾ ਨਹੀਂ ਦਿੰਦਾ। ਅਖੀਰ ਤੇ ਗੱਲ ਟੇਬਲ ਤੇ ਬੈਠ ਕੇ ਮੁੱਕੇਗੀ। ਬਿਲਕੁਲ। ਜੇ ਉਹ ਸਮਝਦੇ ਨੇ ਕਿ ਜੰਮੂ ਕਸ਼ਮੀਰ ਵਾਂਗ 370 ਨੂੰ ਹਟਾ ਕੇ ਤੇ ਇੱਕ ਪੰਜਾਬ ਦੇ ਕਿਸਾਨਾਂ ਨੂੰ, ਜਾਂ ਜਿਹੜੇ ਹੋਰਨਾਂ ਸੂਬਿਆਂ ਵਿੱਚ ਵੀ ਹੁਣ ਕਿਸਾਨ ਉੱਠ ਰਹੇ ਨੇ ਅੰਦੋਲਨ ਲੈ ਕੇ, ਉਹਨਾਂ ਨੂੰ ਅਸੀਂ ਇਸ ਤਰ੍ਹਾਂ ਘੁੱਟ ਕੇ, ਦਬਾ ਕੇ, ਪ੍ਰੈਸ਼ਰਾਈਜ਼ ਕਰਕੇ ਤੇ ਅੰਦੋਲਨ ਨੂੰ ਖਤਮ ਕਰ ਲਵਾਂਗੇ ਜਾਂ ਇਹਨਾਂ ਨੂੰ ਕੋਈ ਸਬਕ ਸਿਖਾਵਾਂਗੇ, ਮੇਰਾ ਖਿਆਲ ਹੈ ਕਿ ਇਹ ਸਰਕਾਰਾਂ ਦੇ ਕੰਮ ਨਹੀਂ ਅਜਿਹਾ ਸੋਚਣਾ। ਹਾਂ, ਜਿਹੜੀ ਟਕਰਾਅ ਦੀ ਸਥਿਤੀ ਬਣੀ ਹੈ ਜ਼ਿਆਦਾ ਦੁਸਹਿਰੇ ਤੋਂ ਬਾਅਦ ਬਣੀ ਹੈ ਜੀ। ਉਹ ਕਾਰਨ ਇਹ ਹੋਇਆ ਕਿ ਦੁਸਹਿਰੇ ਦੇ ਵਿੱਚ ਪੰਜਾਬ ਦੇ ਵਿੱਚ ਬਹੁਤੀਆਂ ਜਗ੍ਹਾ ਤੇ ਰਾਵਣ ਦੀ ਜਗ੍ਹਾ ਤੇ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਗਏ। ਸੋਸ਼ਲ ਮੀਡੀਆ ਤੇ ਉਹਨਾਂ ਨੂੰ ਅਪਲੋਡ ਕੀਤਾ ਗਿਆ, ਦਿਖਾਇਆ ਗਿਆ। ਮੀਡੀਆ ਵਾਲਿਆਂ ਨੇ ਤਾਂ ਨਾ ਦਿਖਾਇਆ ਹੋਵੇ, ਲੇਕਿਨ ਲੋਕਾਂ ਤੱਕ ਇਹ ਗੱਲ ਪਹੁੰਚੀ, ਪੁੱਜੀ ਤੇ ਫੈਲੀ ਜੀ। ਔਰ ਉਸ ਗੱਲ ਦਾ ਬਹੁਤ ਕਹਿੰਦੇ ਨੇ ਕਿ ਬੁਰਾ ਮਨਾਇਆ ਹੈ ਕੇਂਦਰ ਸਰਕਾਰ ਨੇ। ਬਹੁਤ ਸਾਰੀਆਂ ਜਗ੍ਹਾ ਤੇ ਮਾੜਾ ਮੋਟਾ ਵਿਰੋਧ ਵੀ ਹੋਇਆ ਜੀ। ਇੱਕ ਟੋਲ ਪਲਾਜ਼ੇ ਤੇ ਇੱਕ ਵਾਇਰਲ ਵੀਡੀਓ ਹੋਈ ਹੈ, ਜਿਸ ਦੇ ਵਿੱਚ ਇੱਕ ਬੀਬੀ ਜਿਹੜੀ ਹੈ ਜੰਮੂ ਕਸ਼ਮੀਰ ਨਾਲ ਸੰਬੰਧਿਤ ਦੱਸੀ ਜਾਂਦੀ ਹੈ, ਉਹ ਨਰਿੰਦਰ ਮੋਦੀ ਦਾ ਇੱਕ ਬੁੱਤ ਲਾਇਆ ਹੋਇਆ ਜਿਸ ਦੇ ਵਿੱਚ ਜੁੱਤੀਆਂ ਦਾ ਹਾਰ ਪਾਇਆ ਹੋਇਆ, ਉਹ ਹਾਰ ਲਾ ਰਹੀ ਹੈ ਤੇ ਉਹਨੇ ਲਾ ਦਿੱਤਾ, ਪਰ ਕੁਝ ਲੋਕਾਂ ਨੇ ਉਸ ਨੂੰ ਘੇਰ ਕੇ ਦੁਬਾਰਾ ਉਸ ਤੋਂ ਹਾਰ ਪਵਾਇਆ ਤੇ ਮੁਆਫੀ ਮੰਗਵਾਈ ਹੈ। ਇਸ ਤਰ੍ਹਾਂ ਦੇ ਕੰਮ ਵੀ ਹੋ ਰਹੇ ਨੇ। ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਸਰਕਾਰ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਪੰਜਾਬ ਵਿੱਚ ਭਾਵੇਂ ਕਿਸਾਨ ਅੰਦੋਲਨ ਤਿੱਖਾ ਹੈ, ਤੇਜ਼ ਹੈ, ਬਹੁਤ ਕੁਝ ਮਾਈਕ ਤੇ ਬਹੁਤ ਕੁਝ ਆਖਿਆ ਜਾ ਰਿਹਾ ਹੈ, ਮੀਡੀਆ ਵਿੱਚ ਵੀ ਆਖਿਆ ਜਾ, ਸੋਸ਼ਲ ਮੀਡੀਆ ਤੇ ਬਹੁਤ ਕੁਝ ਪੋਸਟ ਵੀ ਕੀਤਾ ਜਾ ਰਿਹਾ ਹੈ। ਪੁਤਲੇ ਨੂੰ ਵੀ ਅੱਗ ਲਾਈ ਨਾ ਜੀ, ਪੁਤਲੇ ਤੇ ਹੋਰ ਵੀ ਫੂਕਦੇ ਨੇ। ਰਾਵਣ ਦੇ ਪੁਤਲੇ ਜਲਾਉਣ ਤੇ ਵੀ ਬਹੁਤ ਕੁਝ ਸ਼੍ਰੀਲੰਕਾ ਵੱਲੋਂ ਇਤਰਾਜ਼ ਜਿਹੜਾ ਪ੍ਰਗਟ ਕੀਤਾ ਜਾਂਦਾ ਹੈ ਪਿਛਲੇ ਸਾਲਾਂ ਦੇ ਵਿੱਚ। ਮੈਂ ਸਮਝਦਾ ਕਿ ਪਰੰਪਰਾ ਜਿਹੜੀ ਇੰਨੀ ਪੁਰਾਣੀ ਹੈ, ਇਹ ਛੱਡ ਦੇਣੀ ਚਾਹੀਦੀ ਹੈ। ਪ੍ਰਦੂਸ਼ਣ ਦਾ ਕਾਰਨ ਹੈ ਇਹ, ਔਰ ਇਸ ਨਾਲ ਕਈ ਅਣਸਕਾਮੀਆਂ ਘਟਨਾਵਾਂ ਵਾਪਰਦੀਆਂ ਨੇ। ਔਰ ਤੁਸੀਂ ਜਾਣਦੇ ਹੋ ਕਿ ਕੁਝ ਸਾਲ ਪਹਿਲਾਂ ਇੱਕ ਟ੍ਰੇਨ ਹਾਦਸਾ ਹੋਇਆ ਸੀ ਅੰਮ੍ਰਿਤਸਰ ਦੇ ਵਿੱਚ ਜੀ। ਅੰਮ੍ਰਿਤਸਰ ਬਹੁਤ ਜਗ੍ਹਾ ਤੇ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ, ਕਈਆਂ ਦੇ ਸੱਟਾਂ ਫੇਟਾਂ ਵੱਜਦੀਆਂ ਨੇ। ਅਸੀਂ ਲੈਣਾ ਕੀ ਇਹਨਾਂ ਗੱਲਾਂ 'ਚੋਂ? ਨਵਾਂ ਯੁੱਗ ਹੈ, ਕਿਸੇ ਨਵੇਂ ਤਰੀਕੇ ਨਾਲ ਕੋਈ ਆਪਣਾ ਦਿਨ ਮਨਾਉਣਾ ਤੇ ਮਨਾਓ। ਇਹ ਤੇ ਗੰਦਗੀ ਫੈਲਾਉਣ ਦਾ ਤਰੀਕਾ ਹੈ, ਉਹ ਇੱਕ ਵੱਖਰੀ ਗੱਲ ਹੈ। ਖੈਰ, ਪਰ ਕੇਂਦਰ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਫੈਸਲਾ ਲੈਣਾ ਜਿਹੜਾ ਮੈਂ ਸਮਝਦਾ ਕਿ ਹਿੱਤਾਂ ਦੇ ਟਕਰਾਵ ਦੇ ਵਿੱਚ ਆਉਣਾ, ਇਹ ਮਾੜੀ ਗੱਲ ਹੈ। ਬਿਲਕੁਲ ਜੀ, ਤੁਸੀਂ ਉਹਨਾਂ ਦੇ ਸੰਵਿਧਾਨ ਦੀ ਸਹੁੰ ਦੀ ਗੱਲ ਕੀਤੀ ਆ ਤੇ ਉਹਨਾਂ ਨੂੰ ਇਹੋ ਜਿਹੇ ਜਿਹੜੇ ਫੈਸਲੇ ਆ ਜਾਂ ਇਹੋ ਹੋਣਾ ਤੇ ਇਹ ਚਾਹੀਦਾ ਸੀ ਕਿ ਕਿਸਾਨ ਉਹਨਾਂ ਨੂੰ ਲੰਘਣ ਲਈ ਨਾ ਜਗ੍ਹਾ ਦਿੰਦੇ, ਕਿਉਂਕਿ ਵਿਰੋਧ 'ਚ ਤੇ ਕਿਸਾਨ ਬੈਠੇ ਨੇ। ਬਿਲਕੁਲ। ਪਰ ਇਹ ਉਲਟ ਹੋ ਰਿਹਾ ਜੀ। ਔਰ ਇੱਕ ਮੈਂ ਦੱਸ ਦੇਵਾਂ ਕਿ ਇਹ ਜਿਹੜੇ ਹੁਣ ਟੋਲ ਪਲਾਜ਼ਿਆਂ ਤੇ ਜਿਹੜਾ ਹੋ ਰਿਹਾ ਹੈ, ਇਹ ਖਾਸ ਤੌਰ ਤੇ ਸਾਰੇ ਜਿੰਨੇ ਨਾਕੇ ਨੇ ਇਹ ਟੋਲ ਪਲਾਜ਼ਿਆਂ ਤੇ ਲੱਗੇ ਹੋਏ ਨੇ, ਇੰਨੇ ਮੋਰਚੇ ਲੱਗੇ ਹੋਏ ਨੇ। ਟੋਲ ਪਲਾਜ਼ੇ ਫ੍ਰੀ ਨੇ, ਪੰਜਾਬ ਦੇ ਤਕਰੀਬਨ ਸਾਰੇ ਫ੍ਰੀ ਨੇ। ਮੈਨੂੰ ਨਹੀਂ ਪਤਾ ਕਿ ਕੋਈ ਟੋਲ ਪਲਾਜ਼ਾ ਚੱਲਦਾ ਹੋਵੇ ਜਿੱਥੇ ਜਿਹੜੇ ਪੈਸੇ ਜਿਹੜਾ ਉਹ ਰਾਹਗੀਰਾਂ ਤੋਂ ਜਾਂ ਗੱਡੀਆਂ ਤੋਂ ਉਗਰਾਏ ਜਾਂਦੇ ਹੋਣ। ਇਸ ਦਾ ਸਿੱਧਾ ਨੁਕਸਾਨ ਵੀ ਜਾਂ ਪੰਜਾਬ ਸਰਕਾਰ ਨੂੰ ਹੋ ਰਿਹਾ, ਜਿਹੜੇ ਸਟੇਟ ਹਾਈਵੇ ਨੇ, ਤੇ ਜਾਂ ਜਿਹੜਾ ਕੇਂਦਰ ਸਰਕਾਰ ਜਾਂ ਉਹਨਾਂ ਕੰਪਨੀਆਂ ਨੂੰ ਹੋ ਰਿਹਾ। ਮੇਰਾ ਖਿਆਲ ਹੈ ਕਿ ਕੰਪਨੀਆਂ ਨੂੰ ਤਾਂ ਨਹੀਂ ਹੋਣ ਵਾਲਾ। ਉਹਦੇ ਖਾਤੇ ਸਰਕਾਰਾਂ ਬਹੁਤ ਸਾਰੇ ਤਰੀਕਿਆਂ ਨਾਲ ਉਹਨਾਂ ਨੂੰ ਫਾਇਦੇ ਦੇ ਦਿੰਦੀਆਂ ਨੇ, ਬਾਅਦ 'ਚ ਸਮਾਂ ਵਧਾ ਦੇਣਗੇ ਉਹਨਾਂ ਦਾ। ਬਹੁਤ ਕੁਝ ਹੋ ਸਕਦਾ ਹੈ ਜੀ। ਸੋ ਇਹ ਗੱਲ ਹੈ ਕਿ ਉਹ ਵੀ ਚੁੱਪ ਕਰਕੇ ਬੈਠੇ ਹੋਏ ਨੇ। ਇਹ ਸਾਰੀਆਂ ਗੱਲਾਂ ਪੰਜਾਬ ਦੇ ਕਿਸਾਨਾਂ ਦੀਆਂ ਹੀ ਚੁੱਭ ਰਹੀਆਂ ਨੇ। ਔਰ ਅੰਦੋਲਨ ਜਿੱਥੇ ਵੀ ਚੱਲ ਰਹੇ ਨੇ, ਸਰਕਾਰ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਮਾੜੀ ਮੋਟੀ ਘਟਨਾ ਭਾਵੇਂ ਕੋਈ ਹੋਈ ਹੈ ਉੱਥੇ, ਇੱਕੋ ਦਿਨ ਹੋਈ ਸੀ, ਪਰ ਉਸ ਤੋਂ ਬਾਅਦ ਆਮ ਤੌਰ ਤੇ ਸ਼ਾਂਤਮਈ ਹੀ ਧਰਨੇ ਚੱਲੇ ਆ। ਤੇ ਇਸ ਗੱਲ ਦਾ ਕ੍ਰੈਡਿਟ ਵੀ ਦੇਣਾ ਬਣਦਾ ਹੈ ਤੇ ਇਹ ਹੱਕ ਹੈ, ਕਿਸਾਨਾਂ ਦਾ ਹੱਕ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਧਰਨੇ ਉਹ ਲਾ ਰਹੇ ਨੇ। ਬਿਲਕੁਲ। ਵਿਰੋਧ ਤੇ ਉਹਨਾਂ ਨੇ ਕਰਨਾ ਹੀ ਆ ਜੇ ਉਹਨਾਂ ਦੀ ਗੱਲ ਕਰ ਰਹੇ। ਜੇ ਇਹਨਾਂ ਨੂੰ ਆਪਣੇ ਪੁਤਲੇ ਫੂਕਣ ਤੋਂ ਇੰਨੀ ਪਰੇਸ਼ਾਨੀ ਹੋ ਰਹੀ ਆ ਤੇ ਇਹ ਦੇਖੋ ਜਿਨ੍ਹਾਂ ਦੀ ਖੇਤੀ ਦਾ ਲੰਬੇ ਸਮੇਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਣਾ ਹੈ, ਉਹਨਾਂ ਦਾ ਕੀ ਹਾਲ ਹੋਵੇਗਾ। ਬਿਲਕੁਲ। ਕੰਮ ਦੇ ਦਿਨ ਨੇ ਅਮਰਿਤ ਜੀ, ਕੰਮ ਦੇ ਦਿਨ ਨੇ। ਔਰ ਕਿਸਾਨ ਝੋਨੇ ਦੀ ਫਸਲ ਸਾਂਭ ਰਹੇ ਨੇ ਔਰ ਝੋਨੇ ਦਾ ਸੀਜ਼ਨ ਸਿਖਰ ਤੇ ਹੈ। ਉਸ ਦੀ ਢੋਆਈ ਦੇ ਵਿੱਚ ਲੱਗੇ ਹੋਏ ਨੇ, ਪਰਾਲੀ ਸਾਂਭਣ ਲੱਗੇ ਹੋਏ ਨੇ, ਔਰ ਕਣਕ ਦੀ ਬਿਜਾਈ ਦੇ ਵਿੱਚ ਲੱਗੇ ਹੋਏ ਨੇ। ਔਰ ਸਾਰੀਆਂ ਗੱਲਾਂ ਦਾ ਧਿਆਨ ਕਿਸਾਨਾਂ ਨੂੰ ਹੈ। ਪਰ ਪੰਜਾਬ ਸਰਕਾਰ ਦੀ ਵੀ ਮੈਂ ਇਸ ਦੇ ਵਿੱਚ ਗੱਲ ਮੈਂ ਸਮਝਦਾ ਕਿ ਹਿੱਤਾਂ ਦਾ ਟਕਰਾਅ ਤਾਂ ਹੈ, ਪਰ ਪੰਜਾਬ ਸਰਕਾਰ ਨੇ ਵੀ ਆਪਣੀ ਜ਼ਿੰਮੇਵਾਰੀ ਕੋ ਬਹੁਤੀ ਸਮਝੀ ਨਹੀਂ। ਅਗਰ ਪੰਜਾਬ ਸਰਕਾਰ ਨੇ ਕਾਨੂੰਨ ਲਿਆਂਦੇ ਸੀ ਜਿਹੜੇ ਇਹਨਾਂ ਨੇ ਕਿਹਾ ਕਿ ਆਪਣੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਇਤਿਹਾਸਿਕ ਕਾਨੂੰਨ ਲਿਆਂਦੇ ਨੇ, ਜਿਸ ਦੇ ਵਿੱਚ ਅਸੀਂ ਇਹ ਕਾਨੂੰਨ ਬਣਾ ਦਿੱਤਾ ਕਿ ਪੰਜਾਬ ਦੇ ਵਿੱਚ ਅਗਰ ਕਣਕ ਤੇ ਝੋਨੇ ਦੀ MSP ਤੋਂ ਘੱਟ ਕੋਈ ਦੇਵੇਗਾ ਤੇ ਅਸੀਂ ਉਹਨੂੰ ਜੁਰਮਾਨਾ ਜਾਂ ਸਜ਼ਾ ਜਿਹੜੀ ਆ ਉਹਨਾਂ ਵਾਸਤੇ ਰੱਖ ਦਿੱਤੀ ਗਈ ਹੈ। ਕਾਨੂੰਨ ਬਣਾ ਦਿੱਤਾ ਗਿਆ ਔਰ ਕਾਨੂੰਨ ਬਣਾ ਕੇ ਉਸ ਦੀਆਂ ਕਾਪੀਆਂ ਵੀ ਜਿਹੜੀਆਂ ਸੀ ਉਹ ਮੈਂਬਰਾਂ ਨੂੰ ਨਹੀਂ ਦਿੱਤੀਆਂ ਗਈਆਂ ਜਾਂ ਹੋਰ ਕਿਸੇ ਨੂੰ ਨਹੀਂ ਦਿਖਾਈਆਂ ਗਈਆਂ। ਇਹ ਵੀ ਆਖਿਆ ਗਿਆ ਕਿ ਸ਼ਾਇਦ ਇਸ ਤਰ੍ਹਾਂ ਹਰ ਵਾਰੀ ਨਹੀਂ ਦਿੱਤੀਆਂ ਜਾਂਦੀਆਂ। ਚਲੋ, ਹਰ ਵਾਰੀ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ, ਪਰ ਜੇ ਇੱਕ ਬੜਾ ਅਹਿਮ ਮੌਕਾ ਹੈ, ਇਸ ਦੀਆਂ ਕਾਪੀਆਂ ਤੇ ਆਉਣੀਆਂ ਚਾਹੀਦੀਆਂ ਸੀ। ਬਿਲਕੁਲ ਜੀ। ਜੇ ਤੁਸੀਂ ਕਾਨੂੰਨ ਬਣਾ ਲਿਆ, ਤੁਸੀਂ ਕਹਿੰਦੇ ਹੋ ਕਿ ਅਸੀਂ ਕੇਂਦਰ ਦੇ ਕਾਨੂੰਨ ਨੂੰ ਨਹੀਂ ਮੰਨਦੇ,
ਉਸ ਨੂੰ ਇੱਕ ਪਾਸੇ ਕਰ ਦਿੱਤਾ ਹੈ ਤੁਸੀਂ। ਤੇ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਚਾਹੀਦਾ ਸੀ ਕਿ ਕਿਸਾਨਾਂ ਨੂੰ ਬੇਨਤੀ ਕਰਦੇ, ਇਹਨਾਂ ਨਾਲ ਮੀਟਿੰਗ ਕਰਦੇ ਕਿ ਤੁਸੀਂ ਆਪਣਾ ਅੰਦੋਲਨ ਹੁਣ ਖਤਮ ਕਰ ਦਿਓ, ਅਸੀਂ ਗੱਲ ਸਾਂਭ ਲਈ ਹੈ ਜੀ। ਪਰ ਉਹਨਾਂ ਨੇ ਕਿਤੇ ਵੀ ਇਹ ਗੱਲ ਨਹੀਂ ਆਖੀ, ਸਗੋਂ ਉਹਨਾਂ ਦੇ ਮੰਤਰੀ ਸਾਹਿਬਾਨ, ਉਹਨਾਂ ਦੇ ਐਮਐਲਏ ਤੇ ਮੋਰਚਿਆਂ ਦੇ ਵਿੱਚ ਅੱਗੇ ਹੋ ਕੇ ਜਿਹੜੇ ਨੇ ਉਹ ਕਿਤੇ ਰਾਸ਼ਨ ਲੈ ਕੇ ਜਾ ਰਹੇ ਨੇ, ਕਿਤੇ ਲੰਗਰ ਵਰਤਾ ਰਹੇ ਨੇ। ਹਾਲਾਂਕਿ ਉਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਕਿਤੇ ਮਿਲਿਆ, ਪਰ ਉਹ ਆਪਣੇ ਤੌਰ ਤੇ ਸ਼ਾਮਲ ਨੇ ਤੇ ਅਖਬਾਰਾਂ ਦੇ ਵਿੱਚ ਆਪੋ ਆਪਣੇ ਬਿਆਨ ਦੇ ਰਹੇ ਨੇ, ਕੇਂਦਰ ਸਰਕਾਰ ਨੂੰ ਪਾਣੀ ਪੀ ਪੀ ਕੇ ਕੋਸੀ ਜਾ ਰਹੇ ਨੇ ਜੀ। ਸੋ ਉਹਨਾਂ ਵੱਲੋਂ ਵੀ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਸਹੀ ਤਰੀਕੇ ਨਾਲ ਨਹੀਂ ਨਿਭਾਈ ਗਈ। ਇੱਕ ਵੱਡੀ ਤਰਾਸਦੀ ਇਹ ਹੋਰ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਪੰਜਾਬ ਦੇ ਵਿੱਚ ਬਿਜਲੀ ਉਤਪਾਦਨ ਦੀ ਡਿਪੈਂਡੈਂਸੀ ਜਿਹੜੀ ਸੀ ਉਹ ਪਾਣੀਆਂ ਤੋਂ ਘਟਾ ਕੇ ਜਾਂ ਪਾਣੀ ਉਹਨਾਂ ਨੂੰ ਇੰਪਰੂਵ ਨਾ ਕਰਕੇ, ਜਿਹੜੇ ਪੁਰਾਣੇ ਹਾਈਡਰੋ ਪਲਾਂਟ ਲੱਗੇ ਹੋਏ ਨੇ ਉਹਨਾਂ ਨੂੰ ਇੱਕ ਪਾਸੇ ਕਰਕੇ ਤੇ ਥਰਮਲ ਪਲਾਂਟ ਜਿਹੜੇ ਸੀ ਉਹ ਲਾ ਦਿੱਤੇ ਗਏ ਨਵੇਂ, ਔਰ ਜਿਹੜੇ ਸੀ ਪ੍ਰਾਈਵੇਟ ਕੰਪਨੀਆਂ ਨੂੰ ਦੇ ਦਿੱਤੇ ਗਏ ਤੇ ਉਹਨਾਂ ਨਾਲ ਠੇਕਾ ਕਰਕੇ ਲੰਬੇ ਸਮੇਂ ਦਾ ਪੰਜਾਬ 'ਚ ਬਿਜਲੀ ਦੀ ਪੂਰਤੀ ਕਰ ਦਿੱਤੀ ਗਈ। ਉਹ ਹੁਣ ਪੰਜਾਬ ਨੂੰ ਉਲਟਾ ਨੁਕਸਾਨ ਹੋ ਰਿਹਾ। ਪੂਰਤੀ ਤਾਂ ਕਰਤੀ ਗਈ ਪਰ ਉਹ ਕਿੰਨੀ ਮਹਿੰਗੀ ਹੈ ਉਹ ਪੰਜਾਬ ਵਾਸੀ ਹੀ ਜਾਣਦੇ ਆ। ਬਿਲਕੁਲ ਜੀ। ਜੀ, ਜਦੋਂ ਅਸੀਂ ਪੰਜਾਬ ਤੋਂ ਬਾਅਦ ਹੁਣ ਜੇ ਅਸੀਂ ਆਪਣੇ ਗੁਆਂਢੀ ਮੁਲਕ 'ਚ ਹੋ ਰਹੀਆਂ ਗੱਲਾਂ ਦੀ ਗੱਲ ਕਰੀਏ, ਘਟਨਾਵਾਂ ਦੀ, ਉੱਥੇ ਵੀ ਰਾਜਨੀਤਿਕ ਸੰਕਟ ਵੀ ਚੱਲਦਾ ਰਹਿੰਦਾ। ਇਮਰਾਨ ਖਾਨ ਦੀ ਸਰਕਾਰ ਦੇ ਵਿੱਚ ਇੱਕ ਸੰਸਦ ਦੇ ਵਿੱਚ ਹੀ ਕਿਹਾ ਕਿ ਜੋ ਭਾਰਤ 'ਚ ਪੁਲਵਾਮਾ 'ਚ ਹੋਇਆ ਸੀ ਉਹ ਅਸੀਂ ਪਾਕਿਸਤਾਨ ਦੀ ਜਿੱਤ ਸੀ ਤੇ ਉਹਨਾਂ ਨੇ ਹੀ ਕੀਤਾ ਇਹ ਸਾਰਾ। ਇਹ ਸੰਸਦ ਵੀ ਹੈ ਤੇ ਮੰਤਰੀ ਵੀ ਹੈ ਜੀ। ਚੌਧਰੀ ਫਵਾਦ ਜਿਹੜੇ ਨੇ ਸਾਇੰਸ ਤੇ ਟੈਕਨੋਲੋਜੀ ਮੰਤਰੀ ਨੇ। ਅੱਛਾ ਜੀ। ਉਹਨਾਂ ਨੇ ਬੜੀ ਹਿੱਕ ਚੌੜੀ ਕਰਕੇ ਉੱਥੇ ਅਸੈਂਬਲੀ ਦੇ ਵਿੱਚ ਇਹ ਗੱਲ ਕੀਤੀ ਹੈ ਕਿ ਅਸੀਂ ਹਮਨੇ ਭਾਰਤ ਕੋ ਪੁਲਵਾਮਾ ਮੇਂ ਘੁਸ ਕਰ ਮਾਰਾ ਜੀ। ਪੁਲਵਾਮਾ ਦੀ ਗੱਲ ਉਹਨਾਂ ਨੇ ਕੀਤੀ ਤੇ ਉਸ ਅਸੈਂਬਲੀ ਵਿੱਚ ਵੀ ਰੌਲਾ ਪਿਆ ਜੀ। ਇਹ ਤੁਸੀਂ ਕੀ ਕਹਿ ਦਿੱਤਾ ਵੀ ਉਹ ਹਮਲਾ ਅਸੀਂ ਕਰਵਾਇਆ ਸੀ ਜਿਸ ਵਿੱਚ ਭਾਰਤ ਦੇ CRP ਦੇ ਇੰਨੇ ਜਵਾਨ ਮਾਰੇ ਗਏ ਜੀ ਕਾਰ ਬੰਬ ਨਾਲ। ਇਸ ਤੋਂ ਬਾਅਦ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਨਹੀਂ, ਮੈਂ ਇਹ ਨਹੀਂ ਸੀ ਕਿਹਾ, ਮੈਂ ਇਹ ਕਿਹਾ ਸੀ ਕਿ ਪੁਲਵਾਮਾ ਹਮਲਾ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਬਾਲਾਕੋਟ ਦੇ ਵਿੱਚ ਸਾਡੇ ਬੰਬ ਸਿੱਟੇ ਤੇ ਫਿਰ ਅਸੀਂ ਜਹਾਜ਼ਾਂ ਤੇ ਜਾ ਕੇ ਉਹਨਾਂ ਤੇ ਜਿਹੜਾ ਹਮਲਾ ਕੀਤਾ ਉਸ ਵਿੱਚ ਅਸੀਂ ਉਹਨਾਂ ਨੂੰ ਅੰਦਰ ਵੜ ਕੇ ਉੱਥੇ ਮਾਰਿਆ, ਉਹਨਾਂ ਦਾ ਇੱਕ ਜਹਾਜ਼ ਅਸੀਂ ਸਿੱਟ ਲਿਆ ਜੀ। ਇਹ ਗੱਲ ਉਹਨਾਂ ਨੇ ਇਹ ਕਹੀ ਕਿ ਮੈਂ ਇਸ ਤਰ੍ਹਾਂ ਕਿਹਾ। ਹਾਲਾਂਕਿ ਖਿਚਾਈ ਉਹਨਾਂ ਦੀ ਦੋਨੇ ਪਾਸੇ ਹੀ ਹੋਈ ਹੈ। ਭਾਰਤੀ ਮੀਡੀਆ ਨੇ ਥੋੜੀ ਜ਼ਿਆਦਾ ਕੀਤੀ ਹੈ ਤੇ ਹੋਈ ਉੱਥੇ ਵੀ ਹੈ ਤੇ ਤੁਸੀਂ ਇਹ ਕੀ ਆਖਿਆ ਜੀ। ਇਹ ਸਿਸਟਮ ਇਸੇ ਤਰ੍ਹਾਂ ਦਾ ਹੈ ਜੀ। ਪੁਲਵਾਮਾ ਹਮਲੇ ਦੀ ਭਾਵੇਂ ਉਹਨਾਂ ਨੇ ਗੱਲ ਉਹ ਬਾਅਦ ਵਿੱਚ ਹੁਣ ਜੋ ਮਰਜ਼ੀ ਕਹਿੰਦੇ ਫਿਰਨ ਕਿ ਮੈਂ ਇਹ ਕੀਤਾ ਜਾਂ ਨਹੀਂ ਕੀਤਾ, ਪਰ ਭਾਰਤ ਵਿੱਚ ਇਸ ਦਾ ਦੂਸਰਾ ਪੱਖ ਹੈ ਜੀ। ਨਰਿੰਦਰ ਮੋਦੀ ਸਾਹਿਬ ਤੇ ਅੰਦਰ ਖਾਤੇ ਵਿਰੋਧੀ ਤਰ੍ਹਾਂ ਕਹਿੰਦੀਆਂ ਰਹੀਆਂ ਨੇ ਕਿ ਚੋਣਾਂ ਤੋਂ ਪਹਿਲਾਂ ਐਨ ਹੋਇਆ ਧਮਾਕਾ, ਇਹ ਕੁਛ ਜਿਹੜੀ ਸ਼ੱਕ ਦੀ ਸੂਈ ਆ ਇਹ ਘੁੰਮਦੀ ਆ, ਲੈ ਕੇ ਕਹਿਣਾ ਬਣਦਾ ਨਹੀਂ ਹੈ। ਪਰ ਨਰਿੰਦਰ ਮੋਦੀ ਸਾਹਿਬ ਤੇ ਵੀ ਇਲਜ਼ਾਮ ਲੱਗਦਾ ਹੈ ਕਿ ਉਹਨਾਂ ਨੇ ਚੋਣ ਰੈਲੀਆਂ ਦੇ ਦੌਰਾਨ ਜਿਹੜੀਆਂ ਹੁਣ ਲੋਕ ਸਭਾ ਜਿੱਤੀਆਂ ਨੇ ਉਹਨਾਂ ਤੋਂ ਪਹਿਲਾਂ ਉਹਨਾਂ ਨੇ ਵੋਟਾਂ ਮੰਗੀਆਂ ਇਸ ਹਮਲੇ ਦੇ ਨਾਂ ਤੇ ਕਿ ਤੁਸੀਂ ਉਹਨਾਂ ਲੋਕਾਂ ਨੂੰ ਵੋਟ ਦਿਓਗੇ, ਉਹਨਾਂ ਲੋਕਾਂ ਦੇ ਨਾਂ ਤੇ ਵੋਟ ਦਿਓਗੇ ਜਿਨ੍ਹਾਂ ਨੇ ਉੱਥੇ ਸ਼ਹੀਦੀ ਪ੍ਰਾਪਤ ਕੀਤੀ ਹੈ, ਜਿਹੜੇ ਸਾਡੇ ਜਵਾਨ ਗਏ ਨੇ ਤੇ ਬਾਲਾਕੋਟ ਵਿੱਚ ਬੰਬ ਸਿੱਟੇ ਨੇ, ਜਾਂ ਜਿਹੜੇ 35 ਜਵਾਨ ਮਾਰੇ ਗਏ ਨੇ ਉਹਨਾਂ ਦੇ ਨਾਂ ਤੇ ਭਾਜਪਾ ਨੂੰ ਵੋਟ ਦਿਓਗੇ ਕਿਉਂਕਿ ਅਸੀਂ ਆਪਣੇ ਜਵਾਨਾਂ ਦੇ ਨਾਲ ਖੜੇ ਹਾਂ। ਸੋ ਇਹ ਗੱਲਾਂ ਉਹਨਾਂ ਨੇ ਕੀਤੀਆਂ ਨੇ। ਮੈਨੂੰ ਤੇ ਚੌਧਰੀ ਫਵਾਦ ਸਾਹਿਬ ਦੀ ਇਹ ਗੱਲ ਨਹੀਂ ਸਮਝ ਆਉਂਦੀ ਵੀ ਕੋਈ ਇਸ ਤਰ੍ਹਾਂ ਕਹੇ ਕਿ ਉਹ ਜੇ ਅਗਰ ਪਾਕਿਸਤਾਨ ਨੇ ਹਮਲਾ ਕੀਤਾ ਜਾਂ ਨਹੀਂ ਕੀਤਾ ਜਾਂ ਉਹ ਇਸ ਵਿੱਚ ਸ਼ਾਮਲ ਸਨ ਜਾਂ ਨਹੀਂ ਸ਼ਾਮਲ ਸਨ, ਇਹ ਗੱਲ ਅਲੱਗ ਹੈ। ਹਾਲਾਂਕਿ ਅਸੀਂ ਪੱਕੇ ਤੌਰ ਤੇ ਕੁਝ ਨਹੀਂ ਕਹਿ ਸਕਦੇ ਜਦ ਕਿ ਭਾਰਤ ਦੇ ਸਾਰਾ ਮੀਡੀਆ ਤੇ ਇਹੋ ਕਹਿੰਦੇ ਰਿਹਾ ਕਿ ਪਾਕਿਸਤਾਨ ਵੱਲੋਂ ਇਹ ਕੀਤਾ ਗਿਆ। ਪਰ ਉਹਨਾਂ ਵੱਲੋਂ ਇਹ ਗੱਲ ਦਾ ਕਬੂਲਨਾਮਾ ਅਗਰ ਉਹਨੇ ਮੰਨਿਆ ਵੀ ਹੈ ਤੇ ਉਸਨੂੰ ਇੱਕ ਮਿੰਟ ਲਈ ਮੰਨ ਵੀ ਲਈ ਤੇ ਕੀ ਉਹ ਨਰਿੰਦਰ ਮੋਦੀ ਦੀ ਹੈਲਪ ਕਰ ਰਹੇ ਸੀ ਚੋਣਾਂ ਦੇ ਵਿੱਚ ਕਿ ਦੁਬਾਰਾ ਬਣ ਜਾਣ ਜੀ। ਠੀਕ ਹੈ ਜੀ, ਬਹੁਤ ਸਾਰੀਆਂ ਗੱਲਾਂ ਨੇ ਪਰ ਪਾਕਿਸਤਾਨ ਦਾ ਸਿਸਟਮ ਇਹੋ ਜਿਹਾ, ਉੱਥੇ ਬਹੁਤ ਸਾਰੇ ਨਾਮੀ ਗ੍ਰਾਮੀ ਅੱਤਵਾਦੀ ਲੰਬੇ ਸਮੇਂ ਤੋਂ ਰਹਿ ਰਹੇ ਨੇ। ਜੋ ਭਾਰਤ ਦਾ ਜਹਾਜ਼ ਅਗਵਾ ਹੋਇਆ ਸੀ ਕੰਧਾਰ ਦੇ ਵਿੱਚ, ਉਸ ਦੇ ਬਦਲੇ 3 ਅੱਤਵਾਦੀ ਛੱਡੇ ਗਏ ਸਨ, ਉਹਨਾਂ ਵਿੱਚੋਂ 2 ਦਾ ਤਾਂ ਪੱਕਾ ਹੀ ਹੈ, ਸ਼ਾਇਦ ਤੀਸਰਾ ਵੀ ਪਾਕਿਸਤਾਨ ਦੇ ਵਿੱਚ ਰਹਿ ਰਿਹਾ ਜੀ। ਤੇ ਉਹਨਾਂ ਵਿੱਚੋਂ ਇੱਕ ਦਾ ਨਾਮ ਜਿਹੜਾ ਹੈ ਪੁਲਵਾਮਾ ਹਮਲੇ ਦੇ ਵਿੱਚ ਆਉਂਦਾ ਹੈ ਜੀ। ਸੋ ਇਹ ਬਹੁਤ ਜਿਹੜੀਆਂ ਘਟਨਾਵਾਂ ਇਹੋ ਜਿਹੀਆਂ ਹਨ ਜਿਨ੍ਹਾਂ ਤੇ ਪਾਕਿਸਤਾਨ ਤੇ ਉਂਗਲੀ ਉੱਠਦੀ ਹੈ। ਉਸਾਮਾ ਬਿਨ ਲਾਦੇਨ ਵੀ ਇਹਨਾਂ ਦੀ ਇੱਕ ਬਹੁਤ ਵੱਡੀ ਮਿਲਟਰੀ ਟ੍ਰੇਨਿੰਗ ਅਕੈਡਮੀ ਦੇ ਕੋਲੋਂ ਲੱਭੇ ਸਨ। ਏਅਰ ਫੋਰਸ ਦਾ ਬੇਸ ਹੈ ਉੱਥੇ ਐਬਟਾਬਾਦ ਵਿੱਚ ਜੀ। ਕੁਲਦੀਪ ਜੀ, ਚਾਹੇ ਭਾਰਤ ਦੇ ਲੀਡਰ ਹੋਣ ਚਾਹੇ ਪਾਕਿਸਤਾਨ ਦੇ ਹੋਣ, ਇਹ ਨਿਆਣੇ ਨਹੀਂ ਹੈਗੇ। ਜੋ ਵੀ ਬੋਲਦੇ ਨੇ ਬਾਅਦ ਵਿੱਚ ਉਹਨੂੰ ਕਹਿ ਦਿੰਦੇ ਨੇ ਕਿ ਅਸੀਂ ਕਹਿਣਾ ਕੁਝ ਹੋਰ ਸੀ ਤੇ ਸਮਝਿਆ ਕੁਝ ਹੋਰ ਗਿਆ ਜਾਂ ਮੀਡੀਆ ਵੱਲੋਂ ਸਮਝਾਇਆ ਕੁਝ ਹੋਰ ਗਿਆ। ਪਰ ਇਹ ਬਹੁਤ ਸ਼ੈਤਾਨ ਨੇ, ਇਹ ਲੋਕਾਂ ਦੀਆਂ ਭਾਵਨਾਵਾਂ ਨਾਲ ਬਦਲਣਾ ਜਾਣਦੇ ਨੇ ਜਾਂ ਖੇਲਣਾ ਜਾਣਦੇ ਨੇ। ਸਾਡੇ ਕੋਲ ਗੱਲਾਂ ਹੋਰ ਵੀ ਬਹੁਤ ਨੇ ਪਰ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਨੈਸ਼ਨਲ ਟੀਵੀ ਦੇ ਪ੍ਰੋਗਰਾਮ ਵਿਚਾਰ ਚਰਚਾ ਵਿੱਚ ਵਿਚਾਰਾਂ ਦੀ ਗੱਲ ਕਾਫੀ ਦੇਰ ਤੋਂ ਚੱਲ ਰਹੀ ਹੈ ਤੇ ਪ੍ਰੋਗਰਾਮ ਦਾ ਆਖਰੀ ਹਿੱਸਾ ਆ ਗਿਆ ਤੇ ਤੁਸੀਂ ਗੱਲ ਕਰਦੇ ਸੀ ਪਾਕਿਸਤਾਨ ਦੇ ਇੱਕ ਸੰਸਦ ਤੇ ਮਿਨਿਸਟਰ ਨੇ ਜੋ ਕੁਝ ਕਿਹਾ ਤੇ ਉਸ ਤੋਂ ਬਾਅਦ ਉਹਨਾਂ ਦੇ ਇੱਕ ਵਿਰੋਧੀ ਨੇਤਾ ਨੇ ਵੀ ਕੁਝ ਕਿਹਾ ਤੇ ਉਹ ਜੋ ਉਹਨਾਂ ਦੇ ਫੌਜ ਦੇ ਮੁਖੀ ਦੇ ਖਿਲਾਫ ਹੈ, ਕੁਝ ਗੱਲ ਉਹ ਵੀ ਦੱਸ ਦਿਓ ਹੁਣ। ਪਾਕਿਸਤਾਨ ਮੁਸਲਿਮ ਲੀਗ ਦੇ ਆਗੂ ਨੇ ਆਜ਼ਾਦ ਸਾਦਿਕ, ਅੱਛਾ ਜੀ, ਉਹਨਾਂ ਨੇ ਗੱਲ ਕੀਤੀ। ਉਹਨਾਂ ਨੇ ਅਸੈਂਬਲੀ ਦੇ ਵਿੱਚ ਕਿਹਾ ਕਿ ਜਦੋਂ ਪੁਲਵਾਮਾ ਤੇ ਹਮਲਾ ਹੋਇਆ ਤੇ ਉਸ ਤੋਂ ਬਾਅਦ ਜਿਹੜੀਆਂ ਬਾਲਾਕੋਟ 'ਚ ਘਟਨਾਵਾਂ ਹੋਈਆਂ ਤੇ ਭਾਰਤ ਦਾ ਜਹਾਜ਼ MiG-21 ਜਿਹੜਾ ਡਿੱਗ ਪਿਆ ਤੇ ਭਾਰਤ ਦਾ ਵਿੰਗ ਕਮਾਂਡਰ ਜਿਹੜਾ ਸੀ ਅਭਿਨੰਦਨ ਵਰਥਾਮਨ
ਜੀ ਉਹਨੂੰ ਅਸੀਂ ਫੜ ਲਿਆ ਤੇ ਸਾਡੇ ਕੋਲ ਉਹ ਹਿਰਾਸਤ ਵਿੱਚ ਸੀ। ਤੇ ਉਸ ਤੋਂ ਬਾਅਦ ਕਹਿੰਦੇ ਨੇ ਕਿ ਉਸ ਵੇਲੇ ਦੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਜਿਹੜੇ ਨੇ ਜੀ ਉਹ ਕਹਿੰਦੇ ਉਹਨਾਂ ਨੇ ਮੈਨੂੰ ਇਹ ਗੱਲ ਦੱਸੀ ਹੈ, ਇਹ ਉਹਨਾਂ ਨੂੰ ਕੋਟ ਕੀਤਾ ਉਹਨਾਂ ਨੇ ਜੀ ਕਿ ਉਹਨਾਂ ਨੇ ਮੈਨੂੰ ਗੱਲ ਦੱਸੀ ਕਿ ਮੀਟਿੰਗ ਦੇ ਵਿੱਚ ਪਾਕਿਸਤਾਨ ਫੌਜ ਦੇ ਉਸ ਵੇਲੇ ਦੇ ਮੁਖੀ ਆਏ ਬਾਜਵਾ ਜੀ ਔਰ ਉਹਨਾਂ ਨੂੰ ਸ਼ਾਹ ਮਹਿਮੂਦ ਕੁਰੈਸ਼ੀ ਤੇ ਉਹਨਾਂ ਦੀ ਆਪਸੀ ਜਿਹੜੀ ਗੱਲਬਾਤ ਇਹ ਹੋਈ ਕਿ ਇਸ ਅਭਿਨੰਦਨ ਨੂੰ ਸਾਨੂੰ ਛੱਡਣਾ ਪਏਗਾ ਜੀ ਔਰ ਇਸ ਵਿੰਗ ਕਮਾਂਡਰ ਨੂੰ ਚੰਗੀ ਤਰ੍ਹਾਂ ਛੇਤੀ ਛੱਡ ਦਈਏ ਤੇ ਬਹੁਤ ਵਧੀਆ ਹੋਵੇਗਾ, ਨਹੀਂ ਤੇ ਅੱਜ ਰਾਤ ਨੂੰ 9 ਵਜੇ ਭਾਰਤ ਜਿਹੜਾ ਸਾਡੇ ਤੇ ਹਮਲਾ ਕਰ ਦੇਵੇਗਾ। ਜੀ ਇਹ ਗੱਲ ਉਹਨਾਂ ਦੀ ਆਪਸੀ ਗੱਲਬਾਤ ਦਾ ਉਹਨਾਂ ਨੇ ਹਵਾਲਾ ਦਿੱਤਾ, ਇਹ ਨਹੀਂ ਦੱਸਿਆ ਕਿ ਕਿੱਥੇ ਹੋਈ ਹੈ ਜਾਂ ਕਿਸ ਹਵਾਲੇ ਨਾਲ ਹੋਈ ਹੈ, ਇਹ ਸਾਰੀ ਗੱਲ ਨਹੀਂ ਦੱਸੀ, ਪਰ ਆਹ ਦੱਸੀ ਉਹਨਾਂ ਨੇ ਜੀ ਇਹ ਖੜੇ ਹੋ ਕੇ ਉਹਨਾਂ ਨੇ ਗੱਲ ਕੀਤੀ ਹੈ। ਔਰ ਉਹਨਾਂ ਨੇ ਖਾਸ ਗੱਲ ਇਹ ਆਖੀ ਹੈ ਕਿ ਫੌਜ ਦੇ ਮੁਖੀ ਜਦੋਂ ਆਏ ਉਹਨਾਂ ਨੇ ਕਿਹਾ ਕਿ ਅੱਲਾ ਦੇ ਵਾਸਤੇ ਉਹ ਵਿੰਗ ਕਮਾਂਡਰ ਨੂੰ ਛੱਡ ਦਿਓ, ਨਹੀਂ ਤੇ ਭਾਰਤ ਹਮਲਾ ਕਰੇਗਾ। ਇਹਨਾਂ ਕਹਿਣ ਦੇ ਮੌਕੇ ਤੇ ਉਹਨਾਂ ਦੇ ਮੱਥੇ ਤੇ ਪਸੀਨਾ ਸੀ ਤੇ ਲੱਤਾਂ ਕੰਬ ਰਹੀਆਂ ਸੀ। ਜੀ ਠੀਕ ਹੈ ਜੀ। ਹਾਲਾਂਕਿ ਸਾਡੇ 에ਅਰ ਫੋਰਸ ਦੇ ਮੁਖੀ ਵੀ ਹੁਣ ਬੋਲੇ ਨੇ, ਧਨੋਆ ਸਾਹਿਬ, ਉਹਨਾਂ ਨੇ ਕਿਹਾ ਕਿ ਅਸੀਂ ਪਾਕਿਸਤਾਨ ਦੀਆਂ ਮੋਹਰਲੀਆਂ ਪੋਸਟਾਂ ਦਾ ਸਫਾਇਆ ਕਰਨ ਲਈ ਬਿਲਕੁਲ ਤਿਆਰ ਸੀ ਤੇ ਉਹਨਾਂ ਨੂੰ ਸਾਡੀ ਤਾਕਤ ਦਾ ਅੰਦਾਜ਼ਾ ਹੈ ਜੀ। ਇਹ ਬਹੁਤ ਸਾਰੀਆਂ ਗੱਲਾਂ ਹੋਈਆਂ ਨੇ। ਅੱਜ ਪਾਕਿਸਤਾਨ ਦੇ ਵਿੱਚ ਬਹੁਤ ਕੁਝ ਹੋਇਆ, ਫਿਰ ਉੱਥੇ ਇਹਨਾਂ ਤੇ ਸਫਾਈ ਦਿੱਤੀ ਗਈ ਹੈ ਕਿ ਇਸ ਤਰ੍ਹਾਂ ਦੀ ਗੱਲ ਕੋਈ ਨਹੀਂ, ਇਹ ਪਾਕਿਸਤਾਨੀ ਫੌਜ ਨੂੰ ਢਾਹ ਲਾਉਣ ਵਾਲੀ ਗੱਲ ਹੈ। ਉਹਨਾਂ ਨੇ 에ਅਰ ਫੋਰਸ ਨੂੰ ਨੀਵਾਂ ਦਿਖਾਉਣ ਵਾਲੀ ਗੱਲ ਕੀਤੀ ਹੈ। ਇਹ ਦੁਸ਼ਮਣਾਂ ਨਾਲ ਰਲੇ ਹੋਏ ਨੇ, ਜਿਵੇਂ ਇੱਧਰ ਹੁੰਦੀਆਂ ਨੇ ਭਾਰਤ ਦੇ ਵਿੱਚ ਐਵੇਂ ਦੀਆਂ ਉੱਥੇ ਹੋਈਆਂ ਨੇ। ਸੋ ਪਾਕਿਸਤਾਨ ਦਾ ਜਿਹੜਾ ਫੌਜੀ ਰਿਕਾਰਡ ਹੈ ਨਾ ਜੀ, ਉਸ ਤੇ ਉਂਗਲੀ ਉਠਾਉਣੀ ਜਾਇਜ਼ ਹੈ ਬਹੁਤ ਗੱਲਾਂ ਕਰਕੇ। ਇੱਕ ਤੇ ਇਹ ਹੈ ਕਿ 1947 ਤੋਂ ਬਾਅਦ 4 ਜਾਂ 5 ਫੌਜੀ ਸ਼ਾਸਕ ਉੱਥੇ ਹੋਏ ਨੇ, ਜਨਰਲ ਅਯੂਬ ਖਾਨ ਹੋਏ ਨੇ, ਜ਼ਾਹੀਆ ਖਾਨ ਹੋਏ ਨੇ, ਜ਼ਿਆਉਲ ਹਕ ਹੋਏ ਨੇ, ਪਰਵੇਜ਼ ਮੁਸ਼ਰਫ ਹੋਏ ਨੇ। ਤੇ ਮੈਂ ਇਹ ਵੀ ਦੱਸ ਦੇਵਾਂ ਕਿ ਜਦੋਂ ਇਮਰਾਨ ਖਾਨ ਬਣੇ ਨੇ ਤੇ ਉਹਨਾਂ ਤੇ ਇਲਜ਼ਾਮ ਲੱਗਾ ਕਿ ਫੌਜ ਨੇ ਇਹਨਾਂ ਨੂੰ ਅੱਗੇ ਕਰਕੇ ਇੱਕ ਆਪਣੇ ਬੰਦੇ ਦੇ ਤੌਰ ਤੇ ਫਿੱਟ ਕੀਤਾ ਤੇ ਚੋਣਾਂ ਜਿਤਵਾਈਆਂ ਨੇ ਇਮਰਾਨ ਖਾਨ ਨੂੰ। ਸੋ ਫੌਜ ਅਜੇ ਵੀ ਉੱਥੇ ਇੰਨੀ ਜ਼ਿਆਦਾ ਪ੍ਰਭਾਵਸ਼ਾਲੀ ਹੈ ਕਿ ਫੌਜ ਕੁਝ ਵੀ ਕਰ ਸਕਦੀ ਹੈ। ਪਾਕਿਸਤਾਨ ਦਾ ਪੁਰਾਣਾ ਰਿਕਾਰਡ ਹੈ ਜਿਹੜਾ, ਉਹ ਫੌਜ ਦੇ ਮਾਮਲੇ ਦੇ ਵਿੱਚ ਬਹੁਤਾ ਸਹੀ ਨਹੀਂ, ਔਰ ਕਦੋਂ ਉਹ ਰਾਜ ਸੱਤਾ ਪਲਟ ਦੇਣ ਤੇ ਉੱਥੇ ਕਾਬਜ ਹੋ ਜਾਣ ਕੁਰਸੀ ਤੇ, ਇਸ ਬਾਰੇ ਕਦੇ ਕੁਝ ਨਹੀਂ ਕਿਹਾ ਜਾ ਸਕਦਾ। ਔਰ ਜ਼ਾਹੀਆ ਖਾਨ ਜਦੋਂ ਕਿ ਭਾਰਤ ਨਾਲ ਜਦੋਂ ਉਹਨਾਂ ਨੇ ਬੰਗਲਾਦੇਸ਼ ਵਾਲੀ ਲੜਾਈ ਹੋਈ ਹੈ ਜਦੋਂ, ਤੇ ਬੰਗਲਾਦੇਸ਼ ਬਣਿਆ ਔਰ ਉਸ ਵੇਲੇ ਜ਼ਾਹੀਆ ਖਾਨ ਸਨ। ਜ਼ਾਹੀਆ ਖਾਨ ਉਹਨਾਂ ਨੇ ਗੱਲਾਂ ਬਹੁਤ ਸਾਰੀਆਂ ਕੀਤੀਆਂ, ਉਹਨਾਂ ਦੇ ਬਾਰੇ ਜ਼ਿਆਦਾ ਮਸ਼ਹੂਰ ਸੀ ਕਿ ਉਹ ਇਸ ਤਰ੍ਹਾਂ ਦਾ ਪ੍ਰਬੰਧ ਚਲਾਉਂਦੇ ਸਨ ਕਿ ਜਦੋਂ ਥੱਕ ਕੇ ਟੁੰਨ ਹੋ ਜਾਂਦੇ ਸਨ, ਥੱਕ ਕੇ ਚੂਰ ਹੋ ਜਾਂਦੇ ਸਨ ਤੇ ਉਹ ਫਿਰ ਸੌ ਜਾਂਦੇ ਸਨ, ਤੇ ਉਹਨਾਂ ਦੀ ਜਗ੍ਹਾ ਤੇ ਪ੍ਰੋਕਸੀ ਰਾਜ ਇੱਕ ਲੇਡੀ ਚਲਾਇਆ ਕਰਦੀ ਸੀ, ਉਹਨਾਂ ਦੀ ਮਹਿਲਾ ਦੋਸਤ, ਜਿਸ ਨੂੰ ਰਾਣੀ ਜਨਰਲ ਦਾ ਨਾਮ ਦਿੱਤਾ ਗਿਆ ਸੀ। ਸੋ ਇਸ ਤਰ੍ਹਾਂ ਦਾ ਪ੍ਰਬੰਧ ਜਿਹੜਾ ਉੱਥੇ ਚੱਲਦਾ ਰਿਹਾ। ਭਾਰਤ ਦੇ ਵਿੱਚ ਭਾਵੇਂ ਕੋਈ ਘਟਨਾ ਇੱਕੋ ਦੁੱਕੀ ਕੋ ਹੋ ਸਕਦੀ ਹੈ, ਐਮਰਜੈਂਸੀ ਨੂੰ ਕਾਲਾ ਧੱਬਾ ਮੰਨਿਆ ਜਾਂਦਾ ਹੈ, ਪਰ ਆਮ ਤੌਰ ਤੇ ਲੋਕਤੰਤਰਿਕ ਪ੍ਰਕਿਰਿਆ ਜਿਹੜੀ ਆ ਬਹਾਲ ਰਹੀ ਹੈ। ਪਾਕਿਸਤਾਨ ਦੇ ਵਿੱਚ ਅਜਿਹਾ ਨਹੀਂ ਰਿਹਾ। ਸੋ ਬਹੁਤ ਕੁਝ ਉਥਲ ਪੁਥਲ ਪਿਛਲੇ ਦਿਨਾਂ 'ਚ ਹੋਈ ਹੈ। ਸੋ ਪਾਕਿਸਤਾਨ ਦੇ ਵਿੱਚ ਉੱਥੇ ਦੇ ਇੱਕ ਕ੍ਰਾਂਤੀਕਾਰੀ ਸ਼ਾਇਰ ਹੋਏ ਨੇ, ਉਹਨਾਂ ਨੇ ਇਹ ਗੱਲ ਆਖੀ ਸੀ ਕਿ ਮੁਲਕ ਮੇਰੇ ਵਿੱਚ ਮੌਜਾਂ ਹੀ ਮੌਜਾਂ, ਜਿੱਧਰ ਦੇਖੋ ਫੌਜਾਂ ਹੀ ਫੌਜਾਂ। ਜੀ, ਪਾਕਿਸਤਾਨ ਤੋਂ ਮੁੜ ਕੇ ਅਸੀਂ ਗੱਲ ਕਰੀਏ ਭਾਰਤ ਸਰਕਾਰ ਦੇ ਇੱਕ ਨਵੇਂ ਫੈਸਲੇ ਦੀ। ਪਿਛਲੇ ਸਾਲ ਇਹਨਾਂ ਨੇ ਜੰਮੂ ਐਂਡ ਕਸ਼ਮੀਰ ਨੂੰ ਸਟੇਟ ਤੋਂ ਯੂਨੀਅਨ ਟੈਰੀਟਰੀ ਬਣਾਤਾ ਸੀ, ਤੇ ਹੁਣ ਉੱਥੇ ਇੱਕ ਹੋਰ ਨਵਾਂ ਕਾਨੂੰਨ ਪਾਸ ਕੀਤਾ ਗਿਆ ਕਿ ਘਾਟੀ ਦੇ ਵਿੱਚ ਕੋਈ ਵੀ ਬੰਦਾ ਬਾਹਰੀ ਤੌਰ ਤੇ ਜਾ ਕੇ ਜ਼ਮੀਨ ਜਾਇਦਾਦ ਖਰੀਦ ਸਕਦਾ ਹੈ। ਜੀ, ਜਿਹੜੇ ਇਹ ਪਹਿਲਾ ਕਾਨੂੰਨ ਸੀ ਉਹ ਸੀ ਕਿ ਚੱਲ ਜਾਇਦਾਦ ਜਿਹੜੀ ਹੁੰਦੀ ਹੈ, ਜਿਵੇਂ ਇਹ ਮੂਵੇਬਲ ਪ੍ਰਾਪਰਟੀ ਹੁੰਦੀ ਹੈ, ਚੱਲ ਤੇ ਅਚਲ ਜਾਇਦਾਦ, ਮੂਵੇਬਲ ਤੇ ਇਮੂਵੇਬਲ। ਹੁਣ ਇਹ ਕਾਨੂੰਨ ਪਾਸ ਕਰ ਦਿੱਤਾ ਹੈ ਕਿ ਇਹ ਮੂਵੇਬਲ ਪ੍ਰਾਪਰਟੀ ਵੀ ਤੁਸੀਂ ਉੱਥੇ ਲੈ ਸਕਦੇ ਹੋ, ਭਾਵ ਜ਼ਮੀਨ ਜਾਇਦਾਦ ਵੀ ਲੈ ਸਕਦੇ ਹੋ। ਮੈਂ ਸਮਝਦਾ ਕਿ ਕੁਛ ਇੱਕ ਪ੍ਰੋਟੈਕਟਡ ਸੂਬੇ ਨੇ, ਇਹ ਗੱਲ ਚੱਲਦੀ ਰਹਿੰਦੀ ਹੈ। ਆਮ ਤੌਰ ਤੇ ਸਾਡੇ ਕਈ ਵੀਰ ਕਹਿ ਦਿੰਦੇ ਨੇ ਕਿ ਪੰਜਾਬ ਦੇ ਲੋਕਾਂ ਨੂੰ ਹਿਮਾਚਲ, ਜੰਮੂ ਕਸ਼ਮੀਰ, ਰਾਜਸਥਾਨ ਦੇ ਵਿੱਚ ਲੈਣ ਦੀ ਇਜਾਜ਼ਤ ਨਹੀਂ ਹੈ ਕੁਝ ਵੀ, ਤੇ ਉਹ ਇੱਥੇ ਆ ਕੇ ਲੈ ਸਕਦੇ ਨੇ। ਜਦੋਂ ਗੁੱਜਰ ਭਾਈਚਾਰਾ ਜੰਮੂ ਕਸ਼ਮੀਰ ਤੋਂ ਬਹੁਤ ਵੱਡੀ ਗਿਣਤੀ ਵਿੱਚ ਪੰਜਾਬ 'ਚ ਆਇਆ ਤੇ ਇਹ ਗੱਲ ਉੱਠਦੀ ਰਹੀ ਹੈ ਕਿ ਉਹਨਾਂ ਨੂੰ ਇਜਾਜ਼ਤ ਹੈ ਤੇ ਸਾਨੂੰ ਨਹੀਂ ਹੈ। ਪਰ ਇਹ ਪੰਜਾਬ ਦੇ ਭਾਰਤ ਦੇ ਕਈ ਸੂਬੇ ਹਨ ਅਜਿਹੇ ਜਿੱਥੇ ਪ੍ਰੋਟੈਕਟਡ ਸੂਬੇ ਨੇ, ਉੱਥੇ ਜਾਇਦਾਦ ਬਾਹਰੀ ਵਿਅਕਤੀਆਂ ਨੂੰ ਲੈਣ ਦੀ ਇਜਾਜ਼ਤ ਨਹੀਂ ਹੈ। ਇੱਥੇ ਥੋੜ੍ਹੀ ਜਿਹੀ ਕਰੈਕਸ਼ਨ ਮੈਂ ਕਰ ਦੇਵਾਂ, ਹਾਲਾਂਕਿ ਇਹ ਕਿੰਤੂ ਪ੍ਰੰਤੂ ਹੋ ਸਕਦਾ ਇਸ ਕਾਨੂੰਨ ਤੇ, ਪਰ ਬਾਹਰਲੇ ਦੇਸ਼ਾਂ ਵਿੱਚ ਵੀ ਬਹੁਤ ਸਾਰੀਆਂ ਜਗ੍ਹਾ ਇਹੋ ਜਿਹੀਆਂ ਹੁੰਦੀਆਂ ਨੇ ਜਿੱਥੇ ਉੱਥੇ ਦੇ ਦੇਸ਼ ਦੇ ਵਸਨੀਕਾਂ ਨੂੰ ਉਸ ਸ਼ਹਿਰਾਂ ਦੇ ਵਿੱਚ, ਖਾਸ ਸ਼ਹਿਰਾਂ ਦੇ ਵਿੱਚ ਜਾਂ ਜਗ੍ਹਾ ਤੇ ਜਗ੍ਹਾ ਲੈਣ ਦੀ ਇਜਾਜ਼ਤ ਨਹੀਂ ਹੁੰਦੀ, ਜਸਟ ਟੂ ਸੇਵ, ਵੀ ਉਹਨੂੰ ਪ੍ਰੋਟੈਕਟ ਜਿਹੜਾ ਕੀਤਾ ਜਾਵੇ। ਹੁਣ ਮੈਂ ਦੱਸ ਦੇਵਾਂ ਕਿ ਪੰਜਾਬ ਤੇ ਨਹੀਂ ਸੀ, ਇਹ ਹੋਰ ਵੀ ਸੂਬਿਆਂ ਦੇ ਜਿਹੜੇ ਸੀ ਉਹ ਉੱਥੇ ਜਾ ਕੇ ਕੁਝ ਨਹੀਂ ਸੀ ਲੈ ਸਕਦੇ। ਦਿੱਲੀ ਵਾਸੀ ਵੀ ਨਹੀਂ ਲੈ ਸਕਦੇ, ਹਰਿਆਣੇ ਵਾਸੀ ਨਹੀਂ ਲੈ ਸਕਦੇ। ਪੰਜਾਬ ਵਾਲੇ ਹਰਿਆਣੇ ਲੈ ਲੈਣ, ਯੂਪੀ 'ਚ ਲੈ ਲੈਣ, ਹੋਰ ਬਹੁਤ ਸਾਰੇ ਸੂਬਿਆਂ 'ਚ ਇਜਾਜ਼ਤ ਹੈ, ਇਹ ਕਾਨੂੰਨ ਹੈ। ਪਰ ਜੰਮੂ ਕਸ਼ਮੀਰ ਨੂੰ ਇਸ ਸੂਚੀ 'ਚੋਂ ਬਾਹਰ ਕੱਢਣਾ, ਇਹ ਗੱਲ ਜਿਹੜੀ ਹੈ ਇਹ ਬਹੁਤੀ ਵਧੀਆ ਨਹੀਂ। ਜਾਂ ਤਾਂ ਤੁਸੀਂ ਹਿਮਾਚਲ ਵਿੱਚ ਵੀ ਇਜਾਜ਼ਤ ਦਿਓ, ਜੇ ਤੁਸੀਂ ਉੱਥੇ ਵਪਾਰ ਨੂੰ, ਉਦਯੋਗ ਨੂੰ ਤੁਸੀਂ ਉਹਨੂੰ ਵਧਾਉਣਾ ਹੈ, ਜਾਂ ਤੁਹਾਡੀ ਮਨਸ਼ਾ ਕੀ ਹੈ, ਉਸ ਪਿੱਛੇ ਕੀ ਹੈ,
ਉਸ ਤੋਂ ਬਾਅਦ ਤੁਸੀਂ ਰਾਜਸਥਾਨ ਵਿੱਚ ਵੀ ਇਜਾਜ਼ਤ ਦਿਓ, ਸਾਰਾ ਰਾਜਸਥਾਨ ਖਾਲੀ ਪਿਆ, ਜੀ ਦਿਓ ਪੰਜਾਬੀ ਨੂੰ ਇਜਾਜ਼ਤ, ਬੰਬੇ ਵਾਲੇ ਵੀ ਉੱਥੇ ਆਉਣ, ਹੋਰ ਵੀ ਲੋਕ ਜਿਹੜੇ ਨੇ ਉੱਥੇ ਐਂਟਰਪ੍ਰੈਨਿਓਰ ਇੰਨੇ ਨੇ ਸਾਰੇ ਆਉਣ, ਜ਼ਮੀਨਾਂ ਖਰੀਦਣ, ਜੋ ਮਰਜ਼ੀ ਕਰਨ, ਜੀ ਰਿਲਾਇੰਸ ਨੂੰ ਦਿਓ, ਅੰਬਾਨੀਆਂ ਨੂੰ ਦਿਓ, ਅਡਾਨੀਆਂ ਨੂੰ ਦਿਓ। ਜੀ ਪਰ ਜੰਮੂ ਕਸ਼ਮੀਰ ਦੇ ਬਾਰੇ ਇਹ ਫੈਸਲਾ ਲੈਣਾ ਜਿਹੜਾ ਹੈ, ਇਸ ਦੇ ਨਾਲ ਕੋਈ ਸ਼ੰਕਾ ਜਿਹੜੀ ਹੈ ਜ਼ਾਹਿਰ ਹੁੰਦੀ ਹੈ, ਉਹ ਇਸ ਗੱਲ ਪ੍ਰਤੀ ਕਿ ਕੇਂਦਰ ਸਰਕਾਰ ਜਿਹੜੀ ਹੈ ਇੱਕ ਖਾਸ ਭਾਈਚਾਰੇ ਦੇ ਪ੍ਰਤੀ ਸੁਹਿਰਦ ਨਹੀਂ ਹੈ, ਉਹਨਾਂ ਨੂੰ ਇੱਕ ਤਰੀਕੇ ਨਾਲ ਦਬਾਉਣਾ ਚਾਹੁੰਦੀ ਹੈ। ਜੀ ਦੋ ਗੱਲਾਂ ਹੋਰ ਹੋਈਆਂ ਨੇ। ਤੁਸੀਂ ਅੱਜ 30 ਅਕਤੂਬਰ ਪੰਜਾਬ ਦੀਆਂ ਪ੍ਰਮੁੱਖ ਅਖਬਾਰਾਂ ਪੰਜਾਬੀ ਦੀਆਂ ਚੁੱਕ ਕੇ ਵੇਖ ਲਓ, ਇੱਕ ਅਖਬਾਰ ਦੇ ਵਿੱਚ 35 ਸਫ਼ਿਆਂ ਦੀਆਂ ਫਰਦਾਂ ਲੱਗੀਆਂ ਨੇ ਜ਼ਮੀਨਾਂ ਦੀਆਂ। ਜੀ 35 ਸਫ਼ਿਆਂ ਦੀਆਂ ਫਰਦਾਂ ਉਹ ਨੇ ਜੋ ਦਿੱਲੀ ਤੋਂ ਕਟੜੇ ਵਾਸਤੇ ਇੱਕ ਹਾਈਵੇ ਬਣਨਾ ਹੈ, ਜੀ ਨਵਾਂ ਇੱਕ ਜਿਹੜਾ ਇਹ ਹਾਈਵੇ ਬਣਨਾ ਹੈ, ਉਸ ਵਾਸਤੇ ਜ਼ਮੀਨ ਅਕਵਾਇਰ ਕੀਤੀ ਜਾਣੀ ਹੈ। ਜੀ ਉਹ ਜ਼ਮੀਨ ਅਕਵਾਇਰ ਕਰਨ ਲਈ ਲੱਖਾਂ ਕਰੋੜਾਂ ਅਰਬਾਂ ਰੁਪਈਆ ਲੱਗੇਗਾ, ਜੀ ਔਰ ਲੋਕਾਂ ਨੂੰ ਜ਼ਮੀਨ ਦੇ ਪੈਸੇ ਦਿੱਤੇ ਜਾਣੇ ਨੇ, ਔਰ ਉਸ ਤੇ ਪੈਸਾ ਖਰਚਿਆ ਜਾ ਰਿਹਾ, ਔਰ ਉਹ ਹਾਈਵੇ ਬਣਨ ਦੀ ਤਿਆਰੀ ਹੋ ਰਹੀ ਹੈ ਜ਼ੋਰਦਾਰ ਤਰੀਕੇ ਨਾਲ। ਉਹ ਕਸ਼ਮੀਰ ਵਾਸਤੇ ਬਣ ਰਿਹਾ ਕਿ ਇੱਕ ਰੂਟ ਬਣਾਇਆ ਜਾਵੇ, ਠੀਕ ਹੈ, ਲੋੜ ਹੈ, ਮੈਂ ਸਮਝਦਾ ਹਾਈਵੇ, ਲੇਕਿਨ ਕਿਹੜੀ ਭਾਵਨਾ ਨਾਲ ਬਣਾਇਆ ਜਾ ਰਿਹਾ, ਇਸ ਤੇ ਵੀ ਉਂਗਲ ਉਠਾਈ ਜਾ ਰਹੀ ਆ। ਜੀ ਹੁਣ ਕੁਝ ਦਿਨ ਪਹਿਲਾਂ ਖਬਰ ਆਈ ਕਿ ਪਠਾਨਕੋਟ ਦੀ 에ਅਰਪੋਰਟ ਤੋਂ 에ਅਰ ਇੰਡੀਆ ਦੀ ਇੱਕ ਰੋਜ਼ਾਨਾ ਉਡਾਨ ਜਿਹੜੀ ਹੈ ਨਵੀਂ ਦਿੱਲੀ ਵਾਸਤੇ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ। ਜੀ ਪੰਜਾਬ ਵਿੱਚ ਜੇ ਉਡਾਨ ਸ਼ੁਰੂ ਹੀ ਕਰਨੀ ਹੈ, ਪਿੱਟ ਕੇ ਮਰ ਗਏ ਪੰਜਾਬੀ ਕਿ ਇੰਗਲੈਂਡ ਨੂੰ ਸ਼ੁਰੂ ਕਰੋ, ਕੈਨੇਡਾ ਨੂੰ ਸ਼ੁਰੂ ਕਰੋ, ਅਮਰੀਕਾ ਨੂੰ ਸ਼ੁਰੂ ਕਰੋ, ਆਸਟ੍ਰੇਲੀਆ ਨੂੰ ਕਰੋ, ਜੀ ਉਹ ਤੇ ਹੋਈ ਨਾ। ਤੇ ਪਠਾਨਕੋਟ ਕਿਹੜੀ 에ਅਰਪੋਰਟ ਹੈ? ਜੀ ਤੁਸੀਂ ਉੱਥੇ ਨੂੰ ਕਿਉਂ ਰੋਜ਼ਾਨਾ ਉਡਾਨ ਸ਼ੁਰੂ ਕਰਨ ਵਾਲੇ ਹੋ? ਜੇ ਉਡਾਨ ਸ਼ੁਰੂ ਕਰਨੀ ਤੇ ਸ੍ਰੀਨਗਰ ਨੂੰ ਕਰੋ, ਹੋਵੇਗੀ ਵੀ ਉੱਥੇ ਨੂੰ। ਪਰ ਇਹ ਸਿਰਫ ਸਾਰਾ ਕੁਝ ਜਿਹੜਾ ਹੈ ਇੱਕ ਫਿਰਕੇ ਨੂੰ ਇੱਕ ਕੇਂਦਰਿਤ ਕਰਕੇ ਜਿਹੜਾ ਹੈ ਸਾਰੇ ਫੈਸਲੇ ਲਏ ਜਾ ਰਹੇ ਨੇ, ਜੋ ਕਿ ਚੰਗੀ ਗੱਲ ਨਹੀਂ। ਜੀ ਸਾਰੀ ਦੁਨੀਆ ਦਾ ਜਿਹੜਾ ਸਿਸਟਮ ਆ ਉਹ ਕੁਝ ਜ਼ਿਆਦਾ ਫਿਰਕੂ ਹੋਇਆ ਪਿਆ ਹਿੰਦੁਸਤਾਨ ਨੂੰ ਦੇਖਦੇ ਹੋ ਜੀ। ਇਹ ਜੇ ਲੱਗਦਾ ਕਿ ਇਹਨਾਂ ਦੀ ਜਿਹੜੀ ਭਾਵਨਾ ਆ ਉਹ ਉਹਦੇ ਲਈ ਦਰੁਸਤ ਨਹੀਂ ਹੈਗੀ। ਵੈਸੇ ਵੀ ਜਦੋਂ ਮੈਂ ਥੋੜਾ ਜਿਹਾ ਕਰੈਕਟ ਕਰ ਦਵਾਂ ਅਮਰਤ ਜੀ, ਠੀਕ ਹੈ ਗੱਲ ਤੁਹਾਡੀ ਇਹੋ, ਇਹ ਹਿੰਦੁਸਤਾਨ ਦੀ ਇਹ ਪਛਾਣ ਨਹੀਂ ਸੀ ਕਿ ਇੱਥੇ ਫਿਰਕੂ ਤੌਰ ਤੇ ਇਸ ਤਰ੍ਹਾਂ ਦੇ ਕੰਮ ਹੋਣ। ਹੋਰਨਾਂ ਦੇਸ਼ਾਂ ਦੀ ਮਜਬੂਰੀ ਹੋ ਸਕਦੀ ਹੈ, ਜਿਵੇਂ ਅਸੀਂ ਇੱਕ ਮੁਲਕ ਦੀ ਪਹਿਲਾਂ ਗੱਲ ਕੀਤੀ ਹੈ ਜਾਂ ਹੋਰ ਵੀ ਕਈ ਹਨ, ਉੱਥੇ ਦੀ ਇਹ ਹੋ ਸਕਦੀ, ਉੱਥੇ ਦੀ ਪਛਾਣ ਹੋ ਸਕਦੀ ਹੈ, ਲੇਕਿਨ ਇੱਥੇ ਦਾ ਜਿਹੜਾ ਸੱਭਿਆਚਾਰ ਤੇ ਸਮਾਜ ਹੈ ਉਹ ਇਸ ਤਰ੍ਹਾਂ ਦੀਆਂ ਗੱਲਾਂ ਦੀ ਇਜਾਜ਼ਤ ਨਹੀਂ ਦਿੰਦਾ। ਜੀ ਅਸੀਂ ਅਕਸਰ ਇੱਥੇ ਇਹਦੀ ਗੱਲ ਹੀ ਹਿੰਦੁਸਤਾਨ ਦੀ ਅਸੀਂ ਖੂਬਸੂਰਤੀ ਇਸ ਗੱਲ 'ਚ ਕਰਦੇ ਸੀ, ਯੂਨਿਟੀ ਐਂਡ ਡਾਈਵਰਸਿਟੀ। ਬਿਲਕੁਲ। ਤੇ ਇਹੋ ਜਿਹੀ ਇੱਕ ਘਟਨਾ ਫਰਾਂਸ ਦੇ ਵਿੱਚ ਹੋਈ ਆ, ਉੱਥੇ ਵੀ ਕੁਝ ਆਤੰਕਵਾਦੀ ਘਟਨਾ ਦੁਬਾਰਾ ਹੋਈ ਇੱਕ ਦੂਜੀ ਵਾਰੀ ਹੋਈ, ਤੀਜੀ ਵਾਰੀ ਹੋਈ, ਚੌਥੀ ਵਾਰੀ ਹੋਈ। ਉੱਥੇ ਇੱਕ ਮੈਗਜ਼ੀਨ ਹੈ ਚਾਰਲੀ ਹੈਬਡੋ, ਉਹਦਾ ਨਾਮ ਹੈ, ਉਹਨੂੰ ਅਸੀਂ ਪੜ੍ਹਨਾ ਹੋਵੇ ਤੇ ਚਾਰਲੀ ਹੈਬਡੋ ਵੀ ਕਹਿ ਦਿੰਦੇ ਨੇ, ਲੇਕਿਨ ਉਹ ਫਰਾਂਸੀਸੀ ਪੱਤਰਕਾਰ ਹੈ। ਉਹਨਾਂ ਦੀ ਖਾਸ ਗੱਲ ਹੈ ਕਿ ਉਹ ਵਿਅੰਗ ਤੇ ਚੱਲਦੇ ਨੇ ਜੀ, ਅਤੇ ਵਿਅੰਗ ਕਿਹਦੇ ਤੇ ਕੀ ਕਰਦੇ ਨੇ ਇਸ ਗੱਲ ਦਾ ਕੋਈ ਅਤਾ ਪਤਾ ਨਹੀਂ। ਅੱਛਾ ਜੀ। ਉਹਨਾਂ ਨੇ ਮੁਸੀਬਤ ਉਦੋਂ ਸਹੇੜ ਲਈ ਜਦੋਂ ਉਹਨਾਂ ਨੇ ਕੁਝ ਸਾਲ ਪਹਿਲਾਂ, ਕਾਫੀ ਸਾਲ ਪਹਿਲਾਂ ਪੈਗੰਬਰ ਮੁਹੰਮਦ ਦੇ ਕਾਰਟੂਨ ਛਾਪ ਦਿੱਤੇ। ਅੱਛਾ ਜੀ। ਫਿਰ ਬਹੁਤ ਰੌਲਾ ਪਿਆ ਦੁਨੀਆ ਦੇ ਵਿੱਚ, ਔਰ ਉਹਨਾਂ ਦੇ ਦਫ਼ਤਰ ਤੇ ਹਮਲਾ ਹੋਇਆ, ਉਹਨਾਂ ਦੇ ਬਹੁਤ ਸਾਰੇ ਪੱਤਰਕਾਰ, ਕਾਰਟੂਨ ਬਣਾਉਣ ਵਾਲੇ ਕਈ ਲੋਕ ਮਾਰੇ ਗਏ। ਫਰਾਂਸ ਦੇ ਵਿੱਚ ਵੈਸੇ ਵੀ ਅੱਤਵਾਦੀ ਹਮਲੇ ਹੋਏ, ਪੈਰਿਸ ਨੂੰ ਖਾਸ ਤੌਰ ਤੇ ਨਿਸ਼ਾਨਾ ਬਣਾਇਆ ਗਿਆ, ਵੱਡੇ ਪੱਧਰ ਤੇ ਜਿਹੜੀ ਸੀ ਉਹ ਸਖਤਾਈ ਫਿਰ ਕੀਤੀ ਗਈ, ਲੋਕ ਫੜੇ ਵੀ ਗਏ, ਪਰ ਇਹ ਹਮਲੇ ਵਿੱਚ ਜਾਂ ਰੁਕ ਵੀ ਗਏ। ਪਰ ਕੁਝ ਮਹੀਨੇ ਪਹਿਲਾਂ ਉਸ ਮੈਗਜ਼ੀਨ ਨੇ ਇੰਨਾ ਕੰਮ ਜੋ ਲੰਬੇ ਸਮੇਂ ਤੋਂ ਬੰਦ ਕਰ ਦਿੱਤਾ ਸੀ ਕਿ ਕਾਰਟੂਨ ਦੁਬਾਰਾ ਨਹੀਂ ਛਾਪਣੇ, ਉਹਨਾਂ ਨੇ ਫਿਰ ਸ਼ੁਰੂ ਕਰ ਦਿੱਤਾ। ਅੱਛਾ ਜੀ। ਅੱਜ ਤੋਂ ਕੁਝ ਮਹੀਨੇ ਪਹਿਲਾਂ ਉਸ ਗੱਲ ਤੇ ਬਹੁਤ ਰੌਲਾ ਪਿਆ, ਪਰ ਮੈਂ ਸਮਝਦਾ ਕਿ ਇਹ ਬੇਵਕੂਫੀ ਸੀ ਉਹਨਾਂ ਦੀ। ਦੁਨੀਆ ਭਰ ਦੇ ਹਾਲਾਤਾਂ ਨੂੰ ਵੇਖਦੇ ਹੋਏ ਕਾਰਟੂਨ ਛਾਪਣੇ ਜ਼ਰੂਰੀ ਨਹੀਂ, ਕਾਰਟੂਨਾਂ ਤੋਂ ਬਿਨਾਂ ਕੰਮ ਚੱਲ ਸਕਦਾ ਹੈ। ਤੁਸੀਂ ਜੇ ਛਾਪਣੇ ਹੀ ਨੇ ਤੇ ਤੁਸੀਂ ਇਸ ਗੱਲ ਤੇ ਨਾ ਛਾਪੋ। ਪਰ ਉਹਨਾਂ ਨੇ ਕਿਹਾ ਕਿ ਇਹ ਸਾਡੀ ਆਜ਼ਾਦੀ ਹੈ। ਤੁਹਾਡੀ ਆਜ਼ਾਦੀ ਭਾਈ ਉਦੋਂ ਤੱਕ ਹੈ ਜਦੋਂ ਤੱਕ ਕਿਸੇ ਦੀ ਆਜ਼ਾਦੀ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਦੀ। ਤੁਸੀਂ ਪੈਗੰਬਰ ਮੁਹੰਮਦ ਦੇ ਕਾਰਟੂਨ ਛਾਪਣੇ ਨੇ, ਤੁਹਾਡੀ ਵੀ ਮਨਸ਼ਾ ਜਿਹੜੀ ਆ ਉਹ ਸਹੀ ਨਹੀਂ। ਪਰ ਅੱਤਵਾਦੀ ਹਮਲੇ ਹੋਣੇ ਬਹੁਤ ਮਾੜੀ ਗੱਲ ਹੈ। ਦੁਬਾਰਾ ਉੱਥੇ ਇੱਕ ਕਲਾਸ ਟੀਚਰ ਨੂੰ ਮਾਰ ਦਿੱਤਾ ਗਿਆ, ਕਤਲ ਕਰ ਦਿੱਤਾ ਗਿਆ, ਕਿਉਂਕਿ ਉਸਨੇ ਬੱਚਿਆਂ ਨੂੰ ਕੁਝ ਕਾਰਟੂਨ ਵਿਖਾ ਦਿੱਤੇ ਉਹ ਦੁਬਾਰਾ। ਅੱਛਾ ਜੀ। ਔਰ ਇਸੇ ਤਰ੍ਹਾਂ ਹੁਣ ਇੱਕ ਹਮਲਾ ਹੋਇਆ ਜਿਸ ਦੇ ਵਿੱਚ ਕੁਝ ਲੋਕ ਹੋਰ ਮਾਰੇ ਗਏ ਨੇ, 2-3 ਲੋਕ ਮਾਰੇ ਗਏ ਨੇ, ਔਰ ਕਹਿੰਦੇ ਨੇ ਕਿ ਉਹ ਅੱਤਵਾਦੀ ਹਮਲਾ ਹੈ। ਸੋ ਪੈਰਿਸ ਦੇ ਵਿੱਚ ਇਸ ਵੇਲੇ, ਤੇ ਉਹਨਾਂ ਦਾ ਸ਼ਹਿਰ ਜਿਹੜਾ ਹੈ ਇੱਕ ਹੋਰ ਨੀਸ ਸ਼ਹਿਰ ਹੈ, ਮੇਨ ਸ਼ਹਿਰ ਹੈ ਉਹਨਾਂ ਦਾ ਉਹ ਵੀ, ਉੱਥੇ ਇਸ ਵੇਲੇ ਮਾਹੌਲ ਤਣਾਅਪੂਰਨ ਹੈ। ਮੈਂ ਸਮਝਦਾ ਚੰਗੀ ਗੱਲ ਨਹੀਂ, ਪਰ ਸਿਆਣਪ ਵਰਤਣੀ ਚਾਹੀਦੀ ਸੀ ਸਰਕਾਰ ਨੂੰ ਵੀ ਉੱਥੇ ਦੀ ਨੂੰ, ਕਿ ਜੇ ਠੀਕ ਹੈ ਕਿ ਤੁਸੀਂ ਇੱਕ ਗੱਲ ਨੂੰ ਅਗਰ ਉਹਨਾਂ ਨੇ ਅੱਤਵਾਦੀ ਹਮਲਿਆਂ ਦੇ ਜ਼ਰੀਏ ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਤੁਸੀਂ ਉਹ ਕੰਮ ਨਾ ਕਰੋ ਜਿਸ ਦੇ ਨਾਲ ਹੋਰ ਜਾਨਾਂ ਜਾ ਸਕਦੀਆਂ ਨੇ ਜੀ। ਔਰ ਜਾਨਾਂ ਦਾ ਨੁਕਸਾਨ ਜਿਹੜਾ ਹੈ ਸਭ ਤੋਂ ਮੈਂ ਸਮਝਦਾ ਕਿ ਮਾੜੀ ਚੀਜ਼ ਹੈ, ਇਸ ਤੋਂ ਬਚਿਆ ਜਾਣਾ ਚਾਹੀਦਾ ਹੈ। ਅਗਰ ਇਸ ਨਾਲ ਸੌਖਿਆ ਸਰ ਸਕਦਾ ਹੈ ਇਹ ਕੰਮ ਨਾ ਕਰਕੇ, ਤਾਂ ਫਿਰ ਸਾਨੂੰ ਰੋਕ ਦੇਣਾ ਚਾਹੀਦਾ ਹੈ ਜੀ। ਜਦੋਂ ਅਸੀਂ ਆਜ਼ਾਦੀ ਦੀ ਗੱਲ ਕਰਦੇ ਹਾਂ ਤੇ ਸਾਨੂੰ ਇਹ ਗੱਲ ਤਾਂ ਤੁਸੀਂ ਬਿਲਕੁਲ ਦਰੁਸਤ ਕੀਤੀ ਹੈ ਕਿ ਆਜ਼ਾਦੀ ਉਦੋਂ ਤੱਕ ਤੁਹਾਡੀ ਆਜ਼ਾਦੀ ਜਦ ਤੱਕ ਉਹ ਕਿਸੇ ਹੋਰ ਦੀ ਆਜ਼ਾਦੀ 'ਚ ਖੱਲਲ ਨਹੀਂ ਪਾਉਂਦੀ। ਬਿਲਕੁਲ ਇਸ ਚੀਜ਼ ਦਾ ਸਾਨੂੰ ਹਮੇਸ਼ਾ ਧਿਆਨ ਰੱਖਣਾ ਚਾਹੀਦਾ। ਮੈਂ ਸਮਝਦਾ ਕਿ ਇਹ ਮੈਗਜ਼ੀਨ ਤੇ ਜਿਹੜਾ ਉਹਨਾਂ ਦਾ ਇੱਕ ਸਿਸਟਮ ਹੈ ਕਿ ਉਹ ਇਸ ਤਰ੍ਹਾਂ ਦੇ ਕਾਰਟੂਨ ਛਾਪਦੇ ਨੇ, ਠੀਕ ਹੈ, ਉਹਨਾਂ ਕੋਲ ਇੰਨਾ ਵੱਡਾ ਖੇਤਰ ਹੈ, ਹੋਰ ਬਹੁਤ ਸਾਰੀ ਚੀਜ਼ਾਂ ਤੇ ਛਾਪ ਸਕਦੇ ਨੇ, ਪਰ ਥੋੜ੍ਹੀ ਜਿਹੀ ਉਹਨਾਂ ਨੂੰ ਕਦਰ ਕਰਨੀ ਚਾਹੀਦੀ। ਮੈਂ ਇਹ ਵੀ ਦੱਸ ਦੇਵਾਂ ਕਿ ਫਰਾਂਸ ਦੇ ਵਿੱਚ
ਧਾਰਮਿਕ ਚਿੰਨ੍ਹਾਂ ਤੇ ਪਾਬੰਦੀ ਜਿਹੜੀ ਆ ਉਹ ਲਾ ਦਿੱਤੀ ਗਈ ਸੀ। ਜਿਵੇਂ ਸਿੱਖ ਬੱਚਿਆਂ ਨੂੰ ਵੀ ਥੋੜਾ ਜਿਹਾ ਇਹ ਅਸੀਂ ਆਪਣੇ ਹਿਸਾਬ ਨਾਲ ਉਸ ਨੂੰ ਲੈ ਗਏ ਕਿ ਸਿੱਖਾਂ ਦੇ ਬੱਚਿਆਂ ਨੂੰ ਜਿਹੜਾ ਟਾਰਗੇਟ ਕਰਕੇ ਉਹਨਾਂ ਨੂੰ ਪੱਗ ਬੰਨ੍ਹਣ ਤੋਂ ਜਾਂ ਕੇਸਕੀ ਬੰਨ੍ਹਣ ਤੋਂ ਰੋਕਿਆ ਗਿਆ ਜਾਂ ਹੋਰ ਕੋਈ ਧਾਰਮਿਕ ਚਿੰਨ੍ਹ ਪਹਿਨਣ ਤੋਂ ਰੋਕਿਆ ਗਿਆ। ਪਰ ਉਹ ਸਾਰਿਆਂ ਵਾਸਤੇ ਉਹਨਾਂ ਨੇ ਇਸ ਤਰ੍ਹਾਂ ਦੇ ਕਾਨੂੰਨ ਬਣਾ ਦਿੱਤੇ। ਉਹ ਇੱਕ ਵੱਖਰੇ ਜਿਹੇ ਸਿਸਟਮ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਢਾਲ ਲਿਆ। ਈਵਨ ਕਿ ਦੱਸਦੇ ਮੈਂ ਕਿ ਕੈਨੇਡਾ ਦਾ ਸੂਬਾ ਹੈ ਜਿੱਥੇ ਬਹੁਤ ਗਿਣਤੀ ਵਿੱਚ ਫਰਾਂਸੀਸੀ ਨੇ, ਉੱਥੇ ਵੀ ਕਈ ਵਾਰੀ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ, ਕਿਉਂਕਿ ਉੱਥੇ ਵੀ ਚਿੰਨ੍ਹਾਂ ਦਾ ਪ੍ਰਗਟਾਵਾ ਜਿਹੜਾ ਕਰਨ ਤੋਂ ਇੱਕ ਪਾਰਟੀ ਜਿਹੜੀ ਹੈ ਉਹ ਰੋਕਦੀ ਰਹਿੰਦੀ ਹੈ। ਜੀ, ਤੇ ਇਹ ਵੀ ਕਾਰਨ ਹੈ ਨਾ, ਯੂਰਪ ਨੂੰ ਲੈ ਕੇ ਤੇ ਦੂਜੇ ਜਿਹੜੇ ਬਾਕੀ ਦੁਨੀਆ ਦੇ ਹਿੱਸੇ ਨੇ ਉਹਨਾਂ ਦੇ ਵਿੱਚ ਕਲਚਰਲ ਡਿਫਰੈਂਸਿਸ ਵੀ ਹੈਗੇ ਤੇ ਇਹ ਚੀਜ਼ਾਂ ਹੋਣੀਆਂ ਵੀ ਚਾਹੀਦੀਆਂ ਵੈਸੇ। ਬਿਲਕੁਲ ਜੀ, ਜੇ ਉਹਨਾਂ ਦਾ ਮੁਲਕ ਹੈ ਤੇ ਉਹਦੇ ਆਪਣੇ ਸਿਸਟਮ ਨਾਲ ਹੀ ਚਲਾਉਣਗੇ। ਬਿਲਕੁਲ ਜੀ। ਪ੍ਰੋਗਰਾਮ ਵਿਚਾਰ ਚਰਚਾ ਦਾ ਸਮਾਂ ਹੁਣ ਸਮਾਪਤ ਹੈ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਕੁਝ ਹੋਰ ਵਿਚਾਰਾਂ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।